प्रधानमंत्री बनया कि मैं चौकीदार बनूंगा, चौकीदारी करके थोड़ी हिफाजत करूंगा। चौकीदारों साडा नहीं बनया, चंद घराणियां दा बनया। नौजवानों नूं नाल लैके चले सी, नौजवानों दे नाल रहे हो, नौजवानों दे नाल रहांगे। पर जे ये बीजेपी के नेता साडे पिंड च लभ जाण ना किते, एक ने रैली प्रदर्शन करन ना, इन्हां दी तसल्ली करके भेजो। तो भाई जे तुसी किसी दे हक सच नूं इदां लताड़ोगे, कट के लै जाओगे बंदूक दी नोक ते कहोगे नहीं जी हो गया विआह हो गया, इदां नहीं मनदा हुंदा कोई। ये तलाक भी हुंदा, वेखियो फिर विआह तुसी चोरी कीता, तलाक सारा संसार वेखेगा। भुल का भी गजराती हो मुंह ना करती हो जमीना उड़ी नू, सिस्टम पाड़ देंगे सिस्टम। ਲੱਖੇ ਨੇ ਉੱਥੇ ਰੈਲੀ ਕੀਤੀ ਹੈ, ਇੱਕ ਵੀ ਸ਼ਬਦ ਕਿਸਾਨਾਂ ਦੇ ਖਿਲਾਫ, ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂ ਬੋਲਿਆ। ਔਰ ਜਦੋਂ ਸਾਡਾ ਏਕਤਾ ਲਈ ਕੋਈ ਗੱਲ ਨਹੀਂ, ਇਹ ਵੀ ਕਿਹਾ ਉਹਨੇ ਕਿ ਆਪਾਂ ਉੱਥੇ ਦਿੱਲੀ ਚੱਲੋ, ਦਿੱਲੀ ਚੱਲ ਕੇ ਆਪਾਂ ਮੋਰਚੇ ਨੂੰ ਫਤਿਹ ਕਰਨਾ ਹੈ। रह गई गल दीप सिद्धू दी, लखे सिधाणे दी, ਉਹਨਾਂ ਨੂੰ ਜਿਹੜੇ ਪਰਚੇ ਪਾਏ ਨੇ, ਅਸੀਂ ਗਵਰਨਮੈਂਟ ਅੱਗੇ ਸਖਤੀ ਨਾਲ ਗੱਲ ਮੈਂ ਰੱਖਦਾ ਕਿ ਉਹ ਪਰਚੇ ਰੱਦ ਹੋਣੇ ਚਾਹੀਦੇ ਨੇ। ਉਹ ਭਰਾ ਸਾਡੇ ਜਲਦ ਤੋਂ ਜਲਦ ਬਾਹਰ ਆਉਣੇ ਚਾਹੀਦੇ ਨੇ। ਇੰਗਲੈਂਡ ਦੇ ਵਿੱਚ ਅਸੈਂਬਲੀ ਹੁੰਦੀ ਹੈ, ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਹੋ ਚੁੱਕੀ। ਇਹ ਤੁਹਾਡੀ ਵੱਡੀ ਜਿੱਤ ਹੈ। ਜਿਹੜੇ ਗੋਰਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਕਿਸਾਨ ਕੀ ਨੇ, ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨ ਕੋਈ ਚੀਜ਼ ਹੈ ਤੇ ਆਪਣੇ ਹੱਕਾਂ ਦੇ ਲਈ ਲੜ ਰਿਹਾ ਹੈ, ਭਾਰਤ ਦੇ ਵਿੱਚ ਸੰਘਰਸ਼ ਕਰ ਰਿਹਾ ਹੈ। ਪ੍ਰੋਫੈਸਰ ਪੋਟਰ ਪੁੱਛਦੇ ਸੀ ਕਿ 100 ਦਿਨਾਂ ਚ ਪ੍ਰਾਪਤੀ ਕੀ ਕੀਤੀ ਹੈ, ਤੇ ਮੈਂ ਕਿਹਾ ਪ੍ਰਾਪਤੀ ਦੀ ਜਿਹੜੀ ਪ੍ਰਾਪਤੀ ਹੁਣ ਤੱਕ ਅਸਾਂ ਕੀਤੀ ਹੈ, ਉਸ ਪ੍ਰਾਪਤੀ ਦੀ ਕੋਈ ਕੀਮਤ ਨਹੀਂ। साथियों लड़ाई लंबी लड़नी पेगी, मजबूत लड़नी पेगी, कुर्बानियां होणगियां। सरखान की आदत पै जाए फिर नहीं जुबान चो आवाज निकलती अपने हक सच की। ਤੇ ਜੇ ਬੰਦੇ ਨੂੰ ਪਤਾ ਹੋਵੇ ਨਾ ਹੱਕ ਸੱਚ ਦੀ ਕੀ ਗੱਲ ਹੈ, ਤੇ ਫਿਰ ਉਹਦਾ ਛਿੱਤਰ ਮੋੜ ਕੇ ਉਹਨੂੰ ਵਾਪਸ ਕਰ ਦਈਦਾ ਵੀ ਲੈ ਜਾ ਜਿੱਥੋਂ ਲਿਆਂਦਾ ਹੀ। ਇਹ ਨਾ ਹੋਵੇ ਤੇਰਾ ਖੋ ਕੇ ਤੇਰੇ ਵੱਲ ਨੂੰ ਆ ਜਾਏ। बाकी सलाम है यहाँ बैठे एक एक मेरे किसान साथी नू, मेरी माया नू, मेरी भैणा नू, अज आपकी ताकत की वजह से मां ने दिल्ली दाबर किया, आपकी ताकत की। ਤੇ ਸਾਨੂੰ ਮਾਣ ਹੈ ਸਾਡੇ ਪੰਜਾਬ ਦੇ ਸ਼ੇਰਾਂ ਤੇ, ਜਿਨ੍ਹਾਂ ਨੇ ਇਹ ਲੜਾਈ ਸ਼ੁਰੂ ਕੀਤੀ। ਇਹਨਾਂ ਦੀਆਂ ਨੀਤੀਆਂ, ਇਹਨਾਂ ਦਾ ਪ੍ਰੋਪਗੈਂਡਾ ਅੱਜ ਵਿਕਦਾ ਹੈ। ਉਹ ਮੀਡੀਆ ਦੇ ਥਰੂ ਵਿਕਦਾ ਹੈ, ਉਹ ਅਖਬਾਰਾਂ ਦੇ ਥਰੂ ਵਿਕਦਾ ਹੈ। ਤੇ ਪੱਧਰ ਤੇ ਨੌਜਵਾਨੀਆਂ ਦੋ ਫੜ ਹੋਈ ਆ, ਉਹਨੂੰ ਇੱਕ ਕਰਕੇ ਦਿੱਲੀ ਦੇ ਬਾਰਡਰਾਂ ਤੇ ਇਕੱਠ ਕਰਨਾ। ਸਿੱਧੀ ਤਰ੍ਹਾਂ ਸ਼ਗਨ ਤੂੰ ਪਾਈ ਦਿੱਲੀ, ਇਹ ਨਹੀਂ ਜਨ ਜੱਟਾਂ ਦੀ ਟਰਾਲੀਆਂ 'ਚ, ਹੋ ਜੱਟਾਂ ਦੀ ਟਰਾਲੀਆਂ 'ਚ ਆਈ ਦਿੱਲੀ, ਇਹ ਨਹੀਂ ਜਨ ਜੱਟਾਂ ਦੀ ਟਰਾਲੀਆਂ 'ਚ। ਹਰਿਆਣਾ ਸਰਵਾਲਾ ਛੋਟਾ ਭਾਈ ਦਿੱਲੀ, ਇਹ ਨਹੀਂ ਜਨ ਜੱਟਾਂ ਦੀ ਟਰਾਲੀਆਂ 'ਚ। ਸੋ ਇਸ ਵੇਲੇ ਅਸੀਂ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਖੜੇ ਹੋਏ ਹਾਂ, ਜਿੱਥੇ ਕਿਸਾਨ ਮਹਾਰੈਲੀ ਕੀਤੀ ਜਾ ਰਹੀ ਹੈ। ਇੱਥੇ ਗੁਰਨਾਮ ਸਿੰਘ ਚੜੂਨੀ ਜੋ ਕਿਸਾਨ ਆਗੂ ਨੇ ਉਹ ਵੀ ਪੁੱਜੇ ਹੋਏ ਨੇ, ਪੰਜਾਬੀ ਗਾਇਕ ਜਸ ਬਾਜਵਾ, ਹੋਰ ਕਈ ਉੱਗੇ ਬੁਲਾਰੇ ਵੀ ਇੱਥੇ ਸੰਬੋਧਨ ਕਰਨਗੇ। ਇਸ ਵੇਲੇ ਅਸੀਂ ਬਾਹਰ ਖੜੇ ਹੋਏ ਹਾਂ, ਤੁਸੀਂ ਦੇਖ ਸਕਦੇ ਹੋ ਇੱਥੇ ਟਰੈਕਟਰ ਖੜੇ ਹੋਏ ਨੇ ਵੱਡੀ ਗਿਣਤੀ ਵਿੱਚ, ਹੋਰ ਵੀ ਟਰੈਕਟਰ ਜਿਹੜੇ ਹੈਗੇ ਨੇ ਉਹ ਆ ਰਹੇ ਨੇ। ਸੋ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੀਆਂ ਵੱਡੀਆਂ ਕਿਸਾਨ ਰੈਲੀਆਂ ਹੋ ਰਹੀਆਂ ਨੇ, ਉਸ ਕਰਕੇ ਕਿਤੇ ਨਾ ਕਿਤੇ ਸਰਕਾਰ ਦੀ ਚਿੰਤਾ ਜਿਹੜੀ ਹੈਗੀ ਹੈ ਉਹ ਵੱਧ ਗਈ ਹੈ, ਕਿਉਂਕਿ ਹੁਣ ਇਹ ਅੰਦੋਲਨ ਪੰਜਾਬ ਤੋਂ ਬਾਹਰ, ਖਾਸ ਤੌਰ ਤੇ ਗੱਲ ਕਰੀਏ ਤਾਂ ਯੂਪੀ ਦੇ ਉੱਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਪੱਛਮੀ ਬੰਗਾਲ ਦੇ ਵਿੱਚ ਵੀ ਵੱਡੀਆਂ ਹੁਣ ਮਹਾਰੈਲੀਆਂ ਹੋਣ ਜਾ ਰਹੀਆਂ ਨੇ। ਸੋ ਕਿਸਾਨਾਂ ਨੇ ਇਹ ਰਾਹ ਚੁਣਿਆ ਕਿ ਜੇ ਸਰਕਾਰਾਂ ਨਹੀਂ ਮੰਨਦੀਆਂ ਤੇ ਫਿਰ ਅਸੀਂ ਵੱਡੀਆਂ ਮਹਾਰੈਲੀਆਂ ਕਰਾਂਗੇ ਤਾਂ ਜੋ ਸਰਕਾਰ ਦੇ ਉੱਤੇ ਅਸਰ ਪੈ ਸਕੇ। ਸੋ ਹੁਣ ਤੁਹਾਨੂੰ ਅਸੀਂ ਅੰਦਰ ਦੀਆਂ ਤਸਵੀਰਾਂ ਵੀ ਦਿਖਾਉਂਦੇ ਹਾਂ, ਆਓ ਤੁਹਾਨੂੰ ਅੰਦਰ ਲੈ ਚੱਲਦੇ ਹਾਂ ਜਿੱਥੇ ਵੱਖ-ਵੱਖ ਬੁਲਾਰੇ ਸੰਬੋਧਨ ਕਰ ਰਹੇ ਨੇ। ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਹੁੰਚੇ ਹੋਏ ਜਿੰਨੇ ਵੀ ਸਾਡੇ ਬਜ਼ੁਰਗ ਨੌਜਵਾਨ ਵੀਰ ਭੈਣਾਂ ਮਾਤਾਵਾਂ ਇੱਥੇ ਪਹੁੰਚੇ ਹੋਏ, ਦਿੱਲੀ ਦੇ ਬਾਰਡਰਾਂ ਤੇ ਬੈਠੇ, ਸਿੰਘੂ ਬਾਰਡਰ ਤੇ ਬੈਠੇ, ਟਿਕਰੀ ਬਾਰਡਰ ਤੇ ਬੈਠੇ, ਗਾਜੀਪੁਰ ਬਾਰਡਰ ਤੇ ਬੈਠੇ, ਜਾਂ ਜਿਹੜੇ ਵੀਰ ਸਾਡੇ ਸ਼ਹੀਦੀਆਂ ਪਾ ਗਏ, ਉਹਨਾਂ ਦੇ ਨਾਂ ਦਾ ਇੱਕ ਨਾਰਾ ਬੁਲੰਦ ਕਰੀਏ, ਕਿਸਾਨ ਮਜ਼ਦੂਰ ਏਕਤਾ। ਗਨ ਕਲਚਰ ਪ੍ਰਮੋਟ ਕਰਦਾ, ਜਿਹੜੀ ਪੰਜਾਬ ਦੀ ਜ਼ੁਬਾਨੀ ਹੈ। ਹੁਣ ਨਸ਼ੇ ਦੀ ਗੱਲ ਵੀਰੋ ਸੁਣ ਲਓ, ਕੱਲੇ ਇੱਥੇ ਨਹੀਂ ਬਾਹਰਲੇ ਮੁਲਕਾਂ 'ਚ ਅਸੀਂ ਜਾਂਦੇ ਆ, ਚਾਹੇ ਉਹ ਅਮਰੀਕਾ ਹੋਵੇ, ਕੈਨੇਡਾ ਹੋਵੇ, ਸਾਡੇ ਨਾਲੋਂ ਵੀ ਮਣਾ ਮੂੰਹੀ ਵੱਧ ਹੈ। ਪਰ ਦਿੱਲੀ 'ਚ ਜਿਹੜੀ ਰਾਜ ਕਰਤਾ ਸ਼੍ਰੇਣੀ ਹੈ, ਪੰਜਾਬ ਨੂੰ ਹਮੇਸ਼ਾ ਭੰਡਣ ਦਾ ਕੋਈ ਮੌਕਾ ਨਹੀਂ ਛੱਡਦੀ। ਇੱਥੇ ਐਸੀਆਂ ਏਜੰਸੀਆਂ ਦਿਖਾ ਕੇ ਕਿ ਇਹਨਾਂ ਨੌਜਵਾਨਾਂ ਦੇ
ਬਾਹਾਂ 'ਚ ਟੀਕੇ ਰਹਿ ਗਏ, ਲੱਚਰ ਗਾਇਕੀ ਨਾਲ ਗਾਉਣੇ ਵਾਲਿਆਂ ਨੇ ਸਮਾਜ ਖਰਾਬ ਕਰਤਾ। ਅੱਜ ਉਹੀ ਗਾਉਣੇ ਵਾਲੇ ਨੇ ਤੇ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਤੁਹਾਡੀ ਗਰਦਨ ਤੇ ਗੋਡਾ ਰੱਖਿਆ ਹੋਇਆ ਤੇ ਬਾਰਡਰਾਂ ਦੇ ਉੱਤੇ ਡਟ ਕੇ ਬੈਠੇ ਨੇ ਆਪਦੇ ਹੱਕ ਮੰਗਣ ਦੇ ਲਈ। ਪਹਿਲੀ ਗੱਲ, ਨਾ ਪੰਜਾਬ ਨੇਸ਼ਈ ਸੀਗਾ ਤੇ ਨਾ ਹੋਊਗਾ, ਇਹ ਗੱਲ ਕਲੀਅਰ ਹੈ। ਇਹਨਾਂ ਖੇਤਾਂ ਨਾਲ ਸਾਡਾ ਇੱਕ ਇਤਿਹਾਸ ਜੁੜਿਆ ਹੋਇਆ ਹੈ। ਇਹਨਾਂ ਖੇਤਾਂ ਦੇ ਵਿੱਚ ਅਸੀਂ ਆਪਦਾ ਬਚਪਨ ਬਤੀਤ ਕੀਤਾ। ਇਹ ਇਕੱਲੇ ਰੁਜ਼ਗਾਰ ਦੇ ਮਾਧਿਅਮ ਨਾਲ ਅਸੀਂ ਇਹਨਾਂ ਖੇਤਾਂ ਨਾਲ ਨਹੀਂ ਜੁੜੇ। ਸਾਡੇ ਬਜ਼ੁਰਗ ਬੈਠੇ ਨੇ, ਨੌਜਵਾਨ ਵੀਰਾਂ ਨੂੰ ਯਾਦ ਹੋਊਗਾ ਕਿ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ, ਉਹਨਾਂ ਸੁਹਾਗਿਆਂ ਦੇ ਵਿੱਚ ਬਹਿ ਕੇ ਅਸੀਂ ਇਹਨਾਂ ਖੇਤਾਂ 'ਚ ਝੂਟੇ ਲਏ ਹੋਏ ਨੇ। ਉਹ ਮੋਟਰ ਸਾਹਮਣੇ ਦੀਦੀ ਆ, ਉਹਦੇ ਤੇ ਅੰਬ ਦਾ ਬੂਟਾ ਲੱਗਿਆ, ਜਾਮਣਾਂ ਲੱਗੀਆਂ ਨੇ। ਇਹ ਖੇਤੀਬਾੜੀ ਦਾ ਕਿੱਤਾ ਨਹੀਂ, ਕੱਲਾ ਸਾਡੇ ਰੁਜ਼ਗਾਰ ਦਾ ਕਿੱਤਾ ਨਹੀਂ, ਇਹ ਸਾਡਾ ਇਤਿਹਾਸ ਹੈ। ਪੰਜਾਬ ਨੂੰ ਖੇਤੀ ਤੇ ਬੋਲੀ ਤੋਂ ਬਿਨਾਂ ਸਿਰਜਿਆ ਹੀ ਨਹੀਂ ਜਾ ਸਕਦਾ। ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣਿਆ ਕਿ ਮੈਂ ਚੌਕੀਦਾਰ ਬਣੂੰਗਾ, ਚੌਕੀਦਾਰੀ ਕਰਕੇ ਤੁਹਾਡੀ ਹਿਫਾਜ਼ਤ ਕਰੂੰਗਾ। ਚੌਕੀਦਾਰ ਉਹ ਸਾਡਾ ਨਹੀਂ ਬਣਿਆ, ਚੰਦ ਘਰਾਣਿਆਂ ਦਾ ਬਣਿਆ। ਆ ਪਿੱਛੇ ਜੇ ਕਰੋਨਾ ਆਇਆ, ਹਰ ਇੱਕ ਸੈਕਟਰ ਫੇਲ ਹੋ ਗਿਆ, ਕੱਲਾ ਖੇਤੀਬਾੜੀ ਸੈਕਟਰ ਸੀਗਾ ਜਿਹਦੇ ਵਿੱਚ ਪ੍ਰੋਫਿਟ ਸੀ। ਤਾਂ ਹੁਣ ਕੀ ਸੋਚਿਆ ਵੀ ਜਿਹੜੇ ਮੇਰੇ ਮਾਲਕ ਨੇ ਜਿਨ੍ਹਾਂ ਦੀ ਮੈਂ ਚੌਕੀਦਾਰੀ ਕਰਦਾ, ਇਹ ਵੀ ਸਾਰਾ ਸਿਸਟਮ ਬਣਿਆ ਤਣਿਆ ਢਾਂਚਾ ਪੰਜਾਬ ਦੇ ਖੇਤ, ਹਰਿਆਣੇ ਦੇ ਖੇਤ ਇਹਨਾਂ ਅੰਬਾਨੀਆਂ ਅੰਡਾਨੀਆਂ ਨੂੰ ਦੇ ਦੇਵਾਂ। ਪਰ ਠੀਕ ਹੈ, ਸਾਡਾ ਸੰਘਰਸ਼ ਚੱਲਦਾ 100 ਦਿਨ ਹੋ ਗਏ। ਬਹੁਤੇ ਬੰਦੇ ਇਸ ਗੱਲ ਤੇ ਨਿਰਾਸ਼ ਵੀ ਹੋ ਜਾਂਦੇ ਨੇ, ਬਹੁਤੇ ਬੰਦੇ ਇਸ ਗੱਲ ਤੇ ਖੁਸ਼ੀ ਵੀ ਮਨਾਉਂਦੇ ਨੇ। ਪਰ ਮੈਂ ਤੁਹਾਨੂੰ ਥੋੜਾ ਜਿਹਾ ਪਿਛਲੇ ਸਮੇਂ 'ਚ ਲੈ ਕੇ ਜਾਣਾ ਚਾਹੂੰਗਾ, ਜਦੋਂ ਅਸੀਂ ਲਗਾਤਾਰ ਇੱਥੇ ਟੋਲ ਪਲਾਜ਼ੇ ਰੋਕੇ ਹੋਏ ਸੀ, ਰੇਲਵੇ ਲਾਈਨਾਂ ਰੋਕੀਆਂ ਹੋਈਆਂ ਸੀ। ਜਦੋਂ ਅਸੀਂ ਦਿੱਲੀ ਨੂੰ ਕੂਚ ਕੀਤਾ ਟਰਾਲੀਆਂ 'ਚ ਰਾਸ਼ਨ ਰੱਖ ਕੇ, ਤਾਂ ਇਹ ਕਹਿ ਕੇ ਗਏ ਸੀ ਕਿ 6 ਮਹੀਨੇ ਦਾ ਰਾਸ਼ਨ ਸਾਡੀਆਂ ਟਰਾਲੀਆਂ ਦੇ ਵਿੱਚ ਪਿਆ। ਹਲੇ 100 ਦਿਨ ਹੋਏ ਨੇ, 6 ਮਹੀਨੇ ਜੇ ਬਣਦੇ ਨੇ 180 ਦਿਨ ਬਣਦੇ ਨੇ, ਹਲੇ ਅੱਧ ਵੀ ਨਹੀਂ ਹੋਇਆ। ਤਾਂ ਅੱਜ ਤੁਹਾਡੇ ਅੰਦੋਲਨ ਦੀ ਗੱਲ, ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦੇ ਸੀ, ਜਿਨ੍ਹਾਂ ਨੂੰ ਇਹ ਪਾਕਿਸਤਾਨੀ ਮਾਓਵਾਦੀ ਕਹਿੰਦੇ ਸੀ, ਪੰਜਾਬ ਨਹੀਂ ਰਿਹਾ, ਹਰਿਆਣਾ ਨਹੀਂ ਰਿਹਾ, ਅੱਜ ਪੂਰੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਹੁੰਦੀ ਹੈ। ਲਿਆ ਕੇ ਦੁਨੀਆ ਦੀ ਪੌਪ ਸਟਾਰ ਰਿਹਾਨਾ, ਗ੍ਰੇਟਾ ਥਨਬਰਗ, ਹਰ ਇੱਕ ਬੰਦਾ ਜਿਹੜਾ ਸੋਸ਼ਲਿਜ਼ਮ ਦੇ ਨਾਲ ਇਨਸਾਨੀਅਤ ਨੂੰ ਪਿਆਰ ਕਰਦਾ ਤੁਹਾਡੇ ਅੰਦੋਲਨ ਤੇ ਟਵੀਟ ਕਰ ਰਿਹਾ ਹੈ। ਇੰਗਲੈਂਡ ਦੇ ਵਿੱਚ ਅਸੈਂਬਲੀ ਹੁੰਦੀ ਹੈ, ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਹੋ ਚੁੱਕੀ। ਇਹ ਤੁਹਾਡੀ ਵੱਡੀ ਜਿੱਤ ਹੈ। ਜਿਹੜੇ ਗੋਰਿਆਂ ਨੂੰ ਇਹ ਪਤਾ ਵੀ ਨਹੀਂ ਸੀ ਕਿ ਕਿਸਾਨ ਕੀ ਨੇ, ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਸਾਨ ਕੋਈ ਚੀਜ਼ ਹੈ ਤੇ ਆਪਣੇ ਹੱਕਾਂ ਦੇ ਲਈ ਲੜ ਰਿਹਾ ਹੈ, ਭਾਰਤ ਦੇ ਵਿੱਚ ਸੰਘਰਸ਼ ਕਰ ਰਿਹਾ ਹੈ। ਪੰਜਾਬ ਚੋਂ ਨਿਕਲੇ, ਹਰਿਆਣਾ ਨਾਲ ਜੁੜ ਗਿਆ। ਅੱਜ ਮੈਨੂੰ ਨਹੀਂ ਲੱਗਦਾ ਇਹ ਕਹਿਣਾ ਠੀਕ ਹੈ ਕਿ ਇਕੱਲੇ ਪੰਜਾਬ ਦਾ ਸੰਘਰਸ਼ ਹੈ। ਇਹ ਕਿਸਾਨੀ ਦਾ ਸੰਘਰਸ਼ ਹੈ, ਇਹ ਰੋਜ਼ੀ ਰੋਟੀ ਦਾ ਸੰਘਰਸ਼ ਹੈ। ਅਸੀਂ ਜਦੋਂ ਕਣਕ ਵੱਢ ਲੈਨੇ ਆ ਤਾਂ ਘਰਾਂ 'ਚ ਸਾਡੇ ਢੋਲ ਪਏ ਨੇ, ਅਸੀਂ ਆਪਦੇ ਖਾਣ ਜੋਗੇ ਦਾਣੇ ਪਾਉਨੇ ਆ, ਉਹਨਾਂ 'ਚ ਮੱਝਾਂ ਜੋਗੇ ਵੀ ਪਾਉਨੇ ਆ, ਵੀ ਦਾਣਾ ਵੀ ਇਹਨਾਂ ਦਾ ਪਿਹਾਣਾ ਹੈ। ਤਾਂ ਹੱਥ ਮਾਰ ਕੇ ਸਾਡੇ ਬਜ਼ੁਰਗ ਦੇਖਦੇ ਨੇ ਵੀ ਅੱਧਾ ਹੋ ਗਿਆ ਕਿ ਪੌਣਾ ਹੋ ਗਿਆ ਕਿ ਹਲੇ ਪੂਰਾ। ਤਾਂ ਉਹ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਭੁੱਖ ਡਿਪੈਂਡ ਕਰਦੇ ਨੇ, ਸਾਡੇ ਸਾਲ ਦਾ ਸਰਕਲ ਡਿਪੈਂਡ ਕਰਦੇ ਨੇ। ਅਸੀਂ ਇਸ ਅਨਾਜ ਨੂੰ 150 ਰੁਪਏ ਕਿਲੋ, 200 ਰੁਪਏ ਕਿਲੋ ਨਹੀਂ ਹੋਣ ਦਵਾਂਗੇ। ਇਹਦੀ ਕੀਮਤ ਅਸੀਂ ਭੁੱਖ ਦੇ ਅਨਸਾਰ ਹੀ ਲਾਵਾਂਗੇ, ਨਾਲੇ ਸਾਡੀ ਤੇ ਨਾਲੇ ਸਾਡੇ ਡੰਗਰਾਂ ਦੀ। ਇਹ ਗੱਲ ਇਹ ਨਹੀਂ ਹੋਊਗਾ ਜਿਵੇਂ ਤੁਸੀਂ ਹੁਣ ਦੇਖਿਆ ਹੋਣਾ, ਚੰਡੀਗੜ੍ਹ ਦੇ ਨੇੜੇ ਬਹੁਤ ਵੀਰ ਰਹਿੰਦੇ ਹੋ, ਤੁਸੀਂ ਮੌਲਾਂ 'ਚ ਦੇਖਿਓ ਇੱਕ ਛੱਲੀ ਲੱਗੀ ਹੁੰਦੀ ਹੈ ਤੇ ਉਹਦੇ ਉੱਤੇ 150 ਰੁਪਏ ਦਾ ਪ੍ਰਿੰਟ ਲੱਗਿਆ ਹੁੰਦਾ ਤੇ ਸਾਡੇ ਖੇਤਾਂ 'ਚ ਜੇ ਕੋਈ ਆ ਜਾਵੇ ਅਸੀਂ ਝੋਲਾ ਭਰ ਕੇ ਉਦਾਂ ਹੀ ਦੇ ਦਿੰਦੇ ਆ ਵੀ ਲੈ ਜਾ। ਇਹ ਲੜਾਈ ਹੈਗੀ ਆ ਭੁੱਖ ਦੀ। ਗਵਰਨਮੈਂਟ ਜਿਹੜੀ ਪ੍ਰੋਪੋਗੰਡੇ ਤੇ ਆ ਗਈ, ਹਰ ਇੱਕ ਚੀਜ਼ 'ਚ ਪ੍ਰਾਈਵੇਟ ਕਰਨ, ਹਰ ਇੱਕ ਚੀਜ਼ 'ਚ ਪ੍ਰਾਈਵੇਟ ਕਰਨ, ਸੜਕਾਂ ਉਹ ਪ੍ਰਾਈਵੇਟ ਕਰਨ, ਥਾਂ-ਥਾਂ ਤੇ ਟੋਲ ਲੱਗੇ ਹੋਏ ਆ। ਪਿੱਛੇ ਬਜਟ ਪੇਸ਼ ਹੋਇਆ, ਕੰਮ ਕਰਨ ਵਾਲੇ ਬੰਦਿਆਂ ਦਾ ਦਿਹਾੜੀ 8 ਘੰਟੇ ਸੀ, ਉਹ ਵਧਾ ਕੇ 12 ਘੰਟੇ ਕਰਤੀ। ਕੋਈ ਉਹਨਾਂ ਦੀ ਸੁੱਖ ਸਹੂਲਤ ਨਹੀਂ। ਹਰ ਇੱਕ ਚੀਜ਼ ਹੈ ਜਿਹੜੀ ਪੈਟਰੋਲੀਅਮ ਹੈ ਉਹ ਪ੍ਰਾਈਵੇਟ ਕਰਤਾ, ਸਭ ਕੁਝ ਪ੍ਰਾਈਵੇਟ ਕਰਤਾ। ਪਰ ਇਹ ਖੇਤੀ ਤੇ ਸਾਡਾ ਅਧਿਕਾਰ ਜ਼ਮਾਨੇ ਤੋਂ ਹੈ, ਜਮਾਂਦਰੂ ਹੈ ਨਾ। ਅਸੀਂ ਗਵਰਨਮੈਂਟ ਨੂੰ ਇੱਥੇ ਅੱਜ ਕੋਈ ਐਦਾਂ ਦੇ ਬਿੱਲ ਬਣਾਉਣ ਦਵਾਂਗੇ। ਪਿਛਲੇ ਦਿਨਾਂ 'ਚ ਤੁਸੀਂ ਸਭ ਕੁਝ ਦੇਖਿਆ, ਇੱਥੋਂ ਨੌਜਵਾਨ ਗਏ ਨੇ, ਬੈਰੀਗੇਡ ਪੱਟ ਕੇ ਗਏ ਨੇ, ਦਿੱਲੀ ਗਏ ਨੇ। 26 ਤਰੀਕ ਨੂੰ ਜਿਹੜਾ ਘਟਨਾਕ੍ਰਮ ਹੋਇਆ, ਸਾਡੇ ਬੜੀ ਸਤਿਕਾਰਯੋਗ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਸਾਹਿਬ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨਾਲ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜਾ ਮਹਾਨ ਬੰਦਾ ਉਹ ਹੁੰਦਾ ਜਿਹੜਾ ਮੰਨ ਲਵੇ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ, ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਉਹ ਸੰਪੂਰਨ ਨਹੀਂ ਹੈਗਾ। ਗਲਤੀਆਂ ਇਨਸਾਨਾਂ ਤੋਂ ਹੁੰਦੀਆਂ ਨੇ, ਪਰ ਆਪਣੀ ਗਲਤੀ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ। ਆਪਾਂ ਮੰਨ ਲਈਏ ਕਿ ਸਾਡੇ ਤੋਂ ਕਈ ਕਮੀਆਂ ਸਾਡੇ ਵਿੱਚ ਰਹਿ ਗਈਆਂ, ਕਈ ਕਮੀਆਂ ਨੌਜਵਾਨੀ ਵਿੱਚ ਰਹਿ ਗਈਆਂ। ਆ ਜਿਹੜਾ ਅੱਜ ਵਰਸਸ ਹੋ ਗਿਆ, ਇਹ ਡੈਡਲੌਕ ਤੋੜ ਦਈਏ। ਨੌਜਵਾਨਾਂ ਵੱਲੋਂ ਵੀ ਮੈਂ ਮਾਫੀ ਮੰਗ ਲੈਣਾ। ਜੇ ਕੋਈ ਜਥੇਬੰਦੀਆਂ ਨੇ ਤੁਹਾਡੀ ਸ਼ਾਨ ਦੇ ਖਿਲਾਫ ਕਿਹਾ ਹੋਵੇ ਤਾਂ ਮੈਂ ਉਸ ਲਈ ਹੱਥ ਜੋੜ ਕੇ ਮਾਫੀ ਮੰਗਦਾ।
ਸੰਯੁਕਤ ਮੋਰਚੇ ਦੀ ਟੀਮ ਬੈਠੀ ਹੈ ਇੱਥੇ, ਪ੍ਰਧਾਨ ਸਾਹਿਬ ਬੈਠੇ ਨੇ। ਜੇ ਯੂਥ ਵੱਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਮਾਫੀ ਮੰਗਦੇ ਹਾਂ। ਇੱਥੇ ਲੱਖ ਇਕੱਠ ਕਰਕੇ ਅੱਜ ਕੱਲ ਨੂੰ ਮੈਂ 15 ਕਲਾਕਾਰ ਬੁਲਾ ਕੇ ਇਕੱਠ ਕਰ ਲਵਾਂ ਕਿ ਇਹ ਨੌਜਵਾਨੀ ਦਾ ਇਕੱਠ ਹੈ, ਕੱਲ ਨੂੰ ਇੱਥੇ ਮਹਾ ਪੰਚਾਇਤ ਹੋ ਜਾਵੇ। ਅਸੀਂ ਇਹ ਵੱਖ-ਵੱਖ ਇਕੱਠ ਕਿਉਂ ਕਰੀਏ? ਜਦੋਂ ਸਾਡੀ ਲੜਾਈ ਇੱਕ ਹੈ, ਸਾਡਾ ਮਕਸਦ ਇੱਕ ਹੈ, ਤਾਂ ਫਿਰ ਸਾਨੂੰ ਅਲੱਗ-ਅਲੱਗ ਇਕੱਠ ਕਰਕੇ ਦਿਖਾਉਣ ਦੀ ਕੀ ਲੋੜ ਪੈ ਗਈ ਅੱਜ, ਜਦੋਂ ਅਸੀਂ ਪਹਿਲੇ ਦਿਨ ਤੋਂ ਇਕੱਠੇ ਹੋ ਕੇ ਤੁਰੇ ਸੀ। ਅਸੀਂ ਤਾਂ ਨਾਲ ਸਟੇਟਾਂ ਨੂੰ ਰਲਾਉਣੇ ਆ। ਪੰਜਾਬ ਨੇ ਇਹ ਲੜਾਈ ਸ਼ੁਰੂ ਕੀਤੀ, ਅੱਜ ਪੂਰੇ ਭਾਰਤ ਨੂੰ ਆਪਣੇ ਨਾਲ ਰਲਾ ਲਿਆ। ਤਾਂ ਅੱਜ ਇਹ ਡੈਡਲੌਕ ਆਪਾਂ ਤੋੜ ਦਈਏ। ਕੋਈ ਨਾ ਕੋਈ ਐਸੀ ਸੰਧੀ ਹੋਵੇ ਜਿਹਦੇ ਚ ਨੌਜਵਾਨ ਨਵਦੀਪ ਵੀਰ ਬੋਲ ਕੇ ਗਿਆ, ਬੜੇ ਨੌਜਵਾਨ ਹੋਰ ਆਗੂ ਬੋਲ ਕੇ ਗਏ ਨੇ। ਇੱਕ ਐਸੀ ਕੋਈ ਸਾਡੇ ਨਾਲ ਤਾਲਮੇਲ ਕਮੇਟੀ ਬਣਾ ਲਓ, 10 ਮੈਂਬਰੀ 11 ਮੈਂਬਰੀ, ਜਿਹਦੇ ਚ ਨੌਜਵਾਨਾਂ ਦੇ ਜਿੰਨੇ ਵੀ ਵਿਚਾਰ ਨੇ ਉਹ ਖੁੱਲ ਕੇ ਆਪਣੀ ਗੱਲ ਰੱਖ ਸਕਣ ਤੇ ਤੁਹਾਨੂੰ ਟਾਈਮ ਤੇ ਸਲਾਹਾਂ ਦੇ ਸਕਣ। ਕਰਨਾ ਤੁਸੀਂ ਹੈ, ਚੌਧਰ ਤੁਹਾਡੇ ਹੱਥ 'ਚ ਹੈ, ਅਸੀਂ ਤਾਂ ਅੱਗੇ ਹੋ ਕੇ ਕੰਮ ਕਰਨਾ ਹੈ। ਪਰ ਜਿਹੜਾ ਇਹ ਖਟਾਸ ਪੈਦਾ ਹੋ ਗਈ ਕਿ ਜੀ ਇੱਧਰ ਵਰਸਸ ਹੋ ਗਿਆ, ਅਸੀਂ ਆਪਦੀ ਅਲੱਗ ਸਟੇਜ ਲਾਵਾਂਗੇ, ਇਹ ਗੱਲਾਂ ਵੀਰੇ ਨਹੀਂ ਹੋਣੀਆਂ ਚਾਹੀਦੀਆਂ ਨੇ, ਨਾ ਅਸੀਂ ਇਹਨਾਂ ਦੇ ਹੱਕ 'ਚ। ਆਓ ਇੱਕ ਇਕੱਠੇ ਹੋ ਕੇ ਨਾਰਾ ਬੁਲੰਦ ਕਰੀਏ, ਸੰਯੁਕਤ ਮੋਰਚਾ ਵੀ ਇੱਕ ਹੈ, ਨੌਜਵਾਨ ਵੀ ਇੱਕ ਨੇ, ਕਿਸਾਨ ਮਜ਼ਦੂਰ ਏਕਤਾ, ਨੌਜਵਾਨ ਏਕਤਾ। ਸਿਆਣੇ ਕਹਿੰਦੇ ਨੇ ਜਿੱਥੇ ਸਿਆਣੇ ਬੈਠੇ ਹੋਣ, ਬਜ਼ੁਰਗ ਬੈਠੇ ਹੋਣ, ਨੌਜਵਾਨਾਂ ਦਾ ਬੋਲਣਾ ਉੱਥੇ ਜ਼ਿਆਦਾ ਵਾਜਬ ਨਹੀਂ ਹੁੰਦਾ, ਸੁਣਨਾ ਚਾਹੀਦਾ। ਤਾਂ ਮੈਂ ਜਾਂਦਾ ਤੁਹਾਡੇ ਚਰਨਾਂ 'ਚ ਸਿਰਫ ਇੰਨੀ ਬੇਨਤੀ ਕਰੂੰਗਾ, ਖੇਤੀਬਾੜੀ ਦਾ ਮੁੱਦਾ ਹੈ, ਅਸੀਂ ਇਹਨੂੰ ਖੇਤੀਬਾੜੀ ਤੱਕ ਸੀਮਿਤ ਰੱਖਣਾ ਚਾਹੁੰਦੇ ਹਾਂ। ਸਾਡਾ ਧਰਮ ਬੜਾ ਸਤਿਕਾਰਯੋਗ ਹੈ, ਅਸੀਂ ਹਰ ਇੱਕ ਚੀਜ਼ ਉਸ ਤੋਂ ਸੇਧ ਲੈ ਕੇ ਕਰਦੇ ਹਾਂ। ਇਹ ਲੜਾਈ ਵੀ ਅਸੀਂ ਆਪਣੇ ਧਰਮ ਤੋਂ ਸੇਧ ਲੈ ਕੇ ਲੜਨੀ ਹੈ, ਪਰ ਇਹ ਖੇਤਾਂ ਦੀ ਲੜਾਈ ਹੈ, ਇਹਨੂੰ ਕੀਤੀ ਹੋ ਚੁੱਕੀ ਹੈ। ਸਾਨੂੰ ਵੱਡੀਆਂ ਗੱਲਾਂ ਆਖੀਆਂ ਨੇ ਉਹਨਾਂ ਨੇ ਪੈਂਦਾ ਕਿ ਉੱਥੇ ਗਰਮੀ ਹੋ ਗਈ, ਉੱਥੇ ਠੰਡ ਹੋ ਗਈ। ਅਸੀਂ ਆਪਦੇ ਖੇਤਾਂ 'ਚ ਜਿਹੜੇ ਕਿਸਾਨ ਜਥੇਬੰਦੀਆਂ ਸਿਰੀਆਂ ਮਿੱਧਿਆਂ ਗਰਮੀਆਂ 'ਚ ਪਾਣੀ ਲਾਉਂਦੇ ਆ, ਸਾਨੂੰ ਕੋਈ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ। ਜ਼ਾਲਮ ਸਰਕਾਰ ਨੂੰ ਅਸੀਂ ਇਹ ਜ਼ਰੂਰ ਦਿਖਾ ਦਾਂਗੇ, ਇਸ ਵਾਰ ਜਿੱਤ ਕੇ ਜੇ ਜਿੱਤ ਤੁਹਾਡੀ ਹੋਗੀ ਤਾਂ ਮੁੜ ਕੇ ਪੰਜਾਬ ਵੱਲ ਕੋਈ ਅੱਖ ਨਹੀਂ ਚੱਕੂਗਾ। ਪੰਜਾਬ ਛੱਡੋ, ਕਿਸਾਨ ਵੱਲ ਕੋਈ ਅੱਖ ਨਹੀਂ ਚੱਕੂਗਾ। ਕਿਸਾਨ ਦੀ ਆਪਣੀ ਹਕੂਮਤ ਹੋਊਗੀ, ਆਪਣੀ ਸਰਕਾਰ ਹੋਊਗੀ। ਸੋ ਕੜੇ ਹੋ ਕੇ, ਤਕੜੇ ਹੋ ਕੇ ਆਪਾਂ ਡਟ ਕੇ ਇਹਨਾਂ ਬਿੱਲਾਂ ਦਾ ਵਿਰੋਧ ਕਰਨਾ ਹੈ। ਪੰਜਾਬ ਨੇ ਤਾਂ ਇਹ ਵਿਰੋਧ ਉਦੋਂ ਹੀ ਸ਼ੁਰੂ ਕਰਤਾ ਸੀ ਜਦੋਂ ਇਹ ਬਿੱਲ ਨਹੀਂ ਬਣੇ ਸੀ, ਆਰਡੀਨੈਂਸ ਪਾਸ ਹੋਏ ਸੀ। 6-7 ਮਹੀਨੇ ਤੋਂ ਉੱਤੇ ਹੋ ਗਏ, ਹੁਣ ਤਾਂ ਇਹ ਜੰਗ ਬਿਲਕੁਲ ਕੰਢਿਆਂ ਦੇ ਉੱਤੇ ਹੈ। ਸਾਡੇ ਆਗੂਆਂ ਦਾ ਆਪਾਂ ਇਹ ਚੀਜ਼ਾਂ ਕਰਕੇ ਮਨੋਬਲ ਨਾ ਤੋੜੀਏ, ਕਿਉਂਕਿ ਸਾਨੂੰ ਪਤਾ ਸਰਕਾਰਾਂ ਨਾਲ ਮੱਥੇ ਲਾਉਣੇ ਬਹੁਤ ਵੱਡੀ ਗੱਲ ਹੁੰਦੀ ਹੈ। ਇਹਨਾਂ ਨੇ ਜਿਹੜੀਆਂ ਰਣਨੀਤੀਆਂ ਬਣਾਈਆਂ ਨੇ, ਅਸੀਂ ਉਹਨਾਂ ਦੇ ਬਿਲਕੁਲ ਨਾਲ ਸਹਿਮਤ ਹਾਂ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਨੇ, ਦੁਬਾਰਾ ਇੱਕ ਲਹਿਰ ਖੜੀ ਕਰਨ ਦੀ ਲੋੜ ਹੈ। ਤਾਂ ਮੈਂ ਨੌਜਵਾਨ ਵੀਰਾਂ ਤੋਂ, ਨੌਜਵਾਨ ਭੈਣਾਂ ਤੋਂ, ਸਾਡੇ ਬਜ਼ੁਰਗ ਵੀ ਸਾਡੇ ਨੌਜਵਾਨ ਨੇ, ਕਿਉਂਕਿ ਇਹ ਲਹਿਰ ਬਜ਼ੁਰਗਾਂ ਨੇ ਸ਼ੁਰੂ ਕੀਤੀ ਸੀ। ਇੱਕ ਵਾਅਦਾ ਲੈਣਾ ਚਾਹੁੰਦਾ ਕਿ ਜਿਹੜਾ ਇਹ ਪਾੜ ਪਿਆ ਹੋਇਆ ਇਹਨੂੰ ਆਪਾਂ ਦੁਬਾਰੇ ਜੋੜਨ ਦੀ ਕੋਸ਼ਿਸ਼ ਕਰੀਏ। ਆਪਾਂ ਧਿਰਾਂ 'ਚ ਨਾ ਵੰਡੇ ਜਾਈਏ ਵੀ ਮੈਂ ਫਲਾਣੀ ਧਿਰ ਦਾ ਬੰਦਾ ਹੈ, ਮੈਂ ਸੰਯੁਕਤ ਮੋਰਚੇ ਦਾ ਤੇ ਮੈਂ ਫਲਾਣੇ ਬੰਦੇ ਨਾਲ ਖੜਾ। ਆਪਾਂ ਇੱਕ ਹੋਈਏ, ਇੱਕ ਹੋ ਕੇ ਲੜੀਏ, ਤਾਂ ਹੀ ਆਪਣੀ ਜਿੱਤ ਪੱਕੀ ਹੈ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਪ੍ਰੋਮਿਸ ਲਈ ਹੈ ਕਿ ਇੱਕ ਪ੍ਰੋਮਿਸ ਕਰੋ ਕਿ ਜਿਹੜਾ ਪਾੜ ਪੈ ਚੁੱਕਿਆ ਹੈ ਉਹ ਪਾੜ ਖਤਮ ਹੋਣਾ ਚਾਹੀਦਾ। ਵਿਚਾਰ ਜਿਹੜੇ ਸਾਡੇ ਨਾਲ ਸ਼ੇਅਰ ਕਰਨਗੇ, ਦੀਪ ਸਿੱਧੂ, ਲੱਖਾ ਸਿਧਾਣਾ ਦਾ ਗਰੁੱਪ ਹੋਵੇ ਜਾਂ ਕਿਸਾਨ ਜਥੇਬੰਦੀਆਂ ਦਾ ਗਰੁੱਪ ਹੋਵੇ, ਇਸ ਕਰਕੇ ਇੱਕ ਵੱਡੀ ਪ੍ਰੋਮਿਸ ਮੰਗੀ ਹੈ ਉਹਨਾਂ ਨੇ ਕਿਸਾਨ ਜਥੇਬੰਦੀਆਂ ਤੋਂ ਵੀ, ਨੌਜਵਾਨਾਂ ਤੋਂ ਵੀ, ਕਿ ਜਿਹੜਾ ਪਾੜ ਹੈਗਾ ਖਤਮ ਹੋਣਾ ਚਾਹੀਦਾ, ਡੈਡਲੌਕ ਜਿਹੜੀ ਹੈਗੀ ਹੈ ਉਹ ਖਤਮ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਵੜੈਚ ਵੀ ਸਭ ਤੋਂ ਪਹਿਲਾਂ ਨਾਰਾ ਬੁਲੰਦ ਕਰੀਏ, ਕਿਸਾਨ ਮਜ਼ਦੂਰ ਏਕਤਾ, ਜਗਜੀਤ ਸਿੰਘ ਡੱਲੇਵਾਲ ਵੀ ਕਿਸਾਨ ਮਜ਼ਦੂਰ ਏਕਤਾ। ਸੋ ਅੱਜ ਇਸ ਧਰਤੀ ਦੇ ਉੱਤੇ ਦੁਬਾਰਾ ਇਤਿਹਾਸ ਲਿਖਿਆ ਜਾ ਰਿਹਾ ਹੈ। ਚੱਪੜ ਚਿੜੀ ਇਤਿਹਾਸ ਦੀ ਗਵਾਹ ਧਰਤੀ ਹੈ। ਇੱਥੇ ਪਹਿਲਾਂ ਵੀ ਜ਼ੁਲਮ ਦਾ ਨਾਸ ਹੋਇਆ ਸੀ ਇਸੇ ਧਰਤੀ ਤੇ, ਔਰ ਅੱਜ ਜਿਹੜਾ ਜ਼ਬਰ, ਜਿਹੜਾ ਜ਼ੁਲਮ ਕਿਸਾਨੀ ਦੇ ਉੱਤੇ ਕੀਤਾ ਜਾ ਰਿਹਾ ਹੈ, ਅੱਜ ਇਸ ਧਰਤੀ ਦੇ ਉੱਤੇ ਵੀ ਉਸ ਜ਼ੁਲਮ, ਉਸ ਜ਼ਬਰ ਦੇ ਨਾਸ ਦਾ ਬੀਜ ਬੀਜਿਆ ਜਾਏਗਾ। ਇਸ ਧਰਤੀ ਦੀ, ਇਸ ਮਿੱਟੀ ਦੀ ਛੋਹ ਪ੍ਰਾਪਤ ਕਰਕੇ ਇਹ ਅੰਦੋਲਨ ਅੱਜ ਹੋਰ ਜ਼ਿਆਦਾ ਵੱਡਾ ਹੋ ਗਿਆ। ਚੱਪੜ ਚਿੜੀ ਦੀ ਧਰਤੀ ਦੀ ਪਾਕੀਜ਼ਗੀ ਅੱਜ ਇਸ ਅੰਦੋਲਨ ਦੇ ਨਾਲ ਜੁੜ ਗਈ ਹੈ, ਕਿਉਂਕਿ ਇਹ ਉਹ ਧਰਤੀ ਹੈ ਜਿਨੇ ਆਪਣੇ ਹੱਕ ਤੇ ਸੱਚ ਲਈ ਲੜਨਾ ਸਿਖਾਇਆ ਸੀ, ਜਿਨੇ ਜ਼ੁਲਮ ਦਾ ਸਿਰ ਵੱਢਣਾ ਸਿਖਾਇਆ ਸੀ। ਇੱਥੇ ਟੈਕਨੀਕਲੀ ਨੌਲੇਜ ਦੀਆਂ ਗੱਲਾਂ, ਅਗਲੀਆਂ ਰਣਨੀਤੀਆਂ, ਸਾਰਾ ਕੁਝ ਇਹਨਾਂ ਨੂੰ ਪਤਾ ਹੈ। ਮੈਂ ਸਿਰਫ ਤੁਹਾਨੂੰ ਮੁਬਾਰਕਬਾਦ ਦੇਣ ਆਇਆ ਕਿ ਇਸ ਅੰਦੋਲਨ ਦੇ ਵਿੱਚ ਵੱਡੀ ਗੱਲ ਕੀ ਹੈ। ਕੋਈ ਵੀ
ਲੀਡਰਸ਼ਿਪ ਕਦੋਂ ਫੇਲ ਹੁੰਦੀ ਹੈ ਜਾਂ ਸਰਕਾਰਾਂ ਕਦੋਂ ਫੇਲ ਹੁੰਦੀਆਂ ਨੇ, ਜਦੋਂ ਇੱਕ ਵੱਡੇ ਬੰਦੇ ਦੇ ਮਗਰ ਛੋਟੇ ਲੋਕ ਹੋ ਤੁਰਦੇ ਨੇ, ਅਮੀਰ ਦੇ ਮਗਰ ਗਰੀਬ ਡਰਦਾ ਹੀ ਤੁਰ ਪੈਂਦਾ ਵੀ ਇਹਦੇ ਨਾਲ ਰਵਾਂਗੇ ਤੇ ਠੀਕ ਹੈ। ਪਰ ਮੇਰੇ ਖਿਆਲ ਨਾਲ ਸਾਡੇ ਵਾਸਤੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ, ਇਹਨਾਂ 32 ਕਿਸਾਨ ਯੂਨੀਅਨਸ ਜਿਹੜੀਆਂ ਹੈਗੀਆਂ ਨੇ, ਇਹਨਾਂ ਦੇ ਵਿੱਚੋਂ ਅੱਧਿਓਂ ਜ਼ਿਆਦਾ ਲੀਡਰ ਉਹ ਨੇ ਜਿਨ੍ਹਾਂ ਦੇ ਆਪਣੇ ਕੋਲ 5-4 ਖੇਤ ਹੋਣਗੇ, ਕਿਸੇ ਦੇ 4, ਕਿਸੇ ਦੇ 5, ਕਿਸੇ ਦੇ 6, ਕਿਸੇ ਦੇ 2, 10। ਸੋ ਜਦੋਂ ਆਪਣੇ ਇਹੋ ਜਿਹੇ ਲੋਕਾਂ ਨੂੰ ਲੀਡਰ ਮੰਨ ਕੇ 400 ਕਿੱਲੇ ਵਾਲਾ ਜਿਨ੍ਹਾਂ ਦੇ ਮਗਰ ਤੁਰਿਆ ਤੇ ਸਮਝੋ ਸੱਚ ਦੀ ਲੜਾਈ ਹੋ ਰਹੀ ਹੈ। 500 ਕਿੱਲੇ ਵਾਲਾ, 1000 ਕਿੱਲੇ ਵਾਲਾ ਅੱਜ ਆਪਣੇ 4 ਕਿੱਲਿਆਂ ਵਾਲੇ ਲੀਡਰ ਦੇ ਮਗਰ ਤੁਰਿਆ ਨਾ ਤੇ ਸਮਝੋ ਸੱਚ ਦਾ ਇੱਕ ਕਾਫਲਾ ਤੁਰ ਪਿਆ। ਔਰ ਮੈਂ ਸਿੰਘੂ ਬਾਰਡਰ ਤੇ ਵੀ, ਟਿਕਰੀ ਬਾਰਡਰ ਤੇ ਵੀ ਅਸੀਂ ਇਹੋ ਹੀ ਹਮੇਸ਼ਾ ਗੱਲ ਕੀਤੀ ਹੈ ਕਿ ਕਿਸਾਨ ਨੂੰ ਜੇ ਤੁਸੀਂ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕਰੋਗੇ ਤੇ ਇਹ ਗੱਲ ਯਾਦ ਰੱਖਿਓ ਕਿ ਮਿੱਟੀ ਦੇ ਵਿੱਚ ਜਦੋਂ ਬੀਜ ਇੱਕ ਮਿਲਾਇਆ ਜਾਂਦਾ ਨਾ, ਉਹ ਫਿਰ ਬੂਟਾ ਬਣ ਕੇ ਉੱਗਦਾ, ਰੁੱਖ ਬਣਦਾ ਹੈ। ਅੱਜ ਤੁਸੀਂ ਜੇ ਇੱਕ ਕਿਸਾਨ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕਰੋਗੇ, ਉਹਦੇ ਸਿੱਟਿਆਂ ਨੂੰ ਹਜ਼ਾਰਾਂ ਕਿਸਾਨ ਲੱਗਣਗੇ। ਔਰ ਕਮਾਲ ਦੀ ਗੱਲ ਹੈ ਕਿ ਇੱਕ ਅੰਨੀ ਪਾ ਕੇ, ਝੂਠ ਬੋਲ ਕੇ, ਕੋਵਿਡ ਦੇ ਵਿੱਚ ਜਦੋਂ ਲੋਕੀ ਆਪਣੀ ਜਾਨ ਬਚਾਉਣ ਲਈ ਘਰਾਂ ਦੇ ਵਿੱਚ ਵਾੜੇ ਹੋਏ ਸੀ, ਸਰਕਾਰ ਨੇ ਕਿਹਾ ਸੀ ਘਰਾਂ 'ਚ ਅੰਦਰ ਵੜ ਜਾਓ, ਬਾਹਰ ਨਾ ਨਿਕਲੋ। ਲੋਕਾਂ ਨੇ ਮੰਨਿਆ, ਲੋਕਾਂ ਨੂੰ ਰੋਟੀ ਦੇ ਲਾਲੇ ਪਏ ਸੀ। ਉਦੋਂ ਐਮਰਜੈਂਸੀ ਕਿਹੜੀ ਐਡੀ ਪੈ ਗਈ ਸੀ ਕਿ ਲੋਕ ਸਭਾ ਦੇ ਇਜਲਾਸ ਬੁਲਾ ਕੇ ਫਟਾਫਟ ਆਰਡੀਨੈਂਸ ਲਿਆ ਕੇ ਰਾਜ ਸਭਾ 'ਚੋਂ ਜ਼ਬਰਦਸਤੀ ਪਾਸ ਕਰਾ ਕੇ ਕਾਨੂੰਨ ਵੀ ਬਣਾ ਦਿੱਤੇ। ਕਿਹੜੀ ਇੰਨੀ ਆਖਰ ਚੜੀ ਸੀ ਕਿ ਇਦਾਂ ਦਾ ਕੰਮ ਬੰਦਾ ਉਦੋਂ ਕਰਦਾ ਜਦੋਂ ਚੋਰੀ ਕਰਨੀ ਹੋਵੇ। ਜਿਹਦੇ ਅੰਦਰ ਸੱਚਾਈ ਹੁੰਦੀ ਆ, ਨਿੱਤਰ ਕੇ ਨਿਖਰ ਕੇ ਕੰਮ ਕਰਦਾ ਹੁੰਦਾ। ਇੱਕ ਛੋਟਾ ਜਿਹਾ ਫਰਕ ਦੱਸਾਂਗਾ। ਲੋਕੀ ਕਹਿੰਦੇ ਵੀ ਕਾਨੂੰਨ ਤਾਂ ਹੁਣ ਬਣ ਗਏ, ਜਿਹੜੇ ਸਮਰਥਕ ਨੇ ਉਹ ਕਹਿੰਦੇ ਹੁਣ ਤਾਂ ਕਾਨੂੰਨ ਬਣ ਗਏ, ਹੁਣ ਤਾਂ ਮੰਨਣੇ ਪੈਣੇ ਆ। ਨਾਲੇ ਇਹ ਤਾਂ ਹੈ ਤਾਂ ਦੇਸ਼ ਹਿੱਤ ਵਿੱਚ ਹੀ ਨਾ। ਮੈਂ ਇੱਕ ਛੋਟਾ ਜਿਹਾ ਫਰਕ ਦੱਸਦਾ। ਇੱਕ ਹੁੰਦਾ ਵਿਆਹ ਕੇ ਲੈ ਕੇ ਜਾਣਾ, ਬਰਾਤ ਆਈ, ਜੰਜ ਆਈ, ਭੰਗੜੇ ਪਏ, ਲਾਵਾਂ ਹੋਈਆਂ, ਵਿਆਹ ਕੇ ਲੈ ਗਏ। ਇੱਕ ਤੁਸੀਂ ਬੰਦੂਕ ਦੀ ਨੋਕ ਤੇ ਕਿਸੇ ਨੂੰ ਕੱਢ ਕੇ ਲੈ ਜਾਓ, ਜਾ ਕੇ ਕਹੋ ਵਿਆਹ ਹੋ ਗਿਆ, ਹੋ ਗਿਆ, ਹੋ ਗਿਆ। ਇਹ ਤਾਂ ਵਿਆਹ ਹੋ ਜਾਂਦਾ। ਅਗਲੇ 7 ਪੀੜ੍ਹੀਆਂ ਤੱਕ ਪਿੱਛਾ ਕਰਦੇ ਫਿਰ ਇਹ ਜਿਹਾ ਦਾ। ਸੋ ਭਾਈ, ਜੇ ਤੁਸੀਂ ਕਿਸੇ ਦੇ ਹੱਕ ਸੱਚ ਨੂੰ ਇਦਾਂ ਲਤਾੜੋਗੇ, ਕੱਢ ਕੇ ਲੈ ਜਾਓਗੇ ਬੰਦੂਕ ਦੀ ਨੋਕ ਤੇ, ਕਹੋਗੇ ਨਹੀਂ ਜੀ ਹੋ ਗਿਆ, ਹੋ ਗਿਆ, ਵਿਆਹ ਹੋ ਗਿਆ, ਹੋ ਗਿਆ, ਇਦਾਂ ਨਹੀਂ ਮੰਨਦਾ ਹੁੰਦਾ ਕੋਈ। ਇਹ ਤਲਾਕ ਵੀ ਹੁੰਦਾ। ਵੇਖਿਓ ਫਿਰ, ਵਿਆਹ ਤੁਸੀਂ ਚੋਰੀ ਕੀਤਾ, ਤਲਾਕ ਸਾਰਾ ਸੰਸਾਰ ਵੇਖੇਗਾ। ਔਰ ਮੈਨੂੰ ਹੈਰਾਨੀ ਹੈ, ਸਾਡੇ ਇੱਕ ਬਹੁਤ ਵੱਡੇ ਲੀਡਰ, ਮਾਨਯੋਗ, ਮੈਂ ਉਹਨਾਂ ਦੀ ਵੈਸੇ ਬਹੁਤ ਰਿਸਪੈਕਟ ਕਰਦਾ, ਸਿਆਣੇ ਬਜ਼ੁਰਗ ਨੇ, ਜਿਆਨੀ ਸਾਹਿਬ, ਉਹ ਕਹਿ ਰਹੇ ਸੀ, ਕਹਿੰਦੇ ਜਦੋਂ ਟੀਕਾ ਵੀ ਲੱਗਦਾ ਨਾ, ਕਹਿੰਦੇ ਉਹ ਜਿਹਦੇ ਟੀਕਾ ਲੱਗਦਾ ਉਹਨੂੰ ਬੁਰਾ ਤੇ ਲੱਗ ਰਿਹਾ, ਉਹਨੂੰ ਤਕਲੀਫ ਹੁੰਦੀ ਹੈ, ਪਰ ਟੀਕਾ ਲੱਗਦਾ ਤਾਂ ਭਲੇ ਵਾਸਤੇ ਹੈ ਨਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲ ਨਹੀਂ ਸਕਿਆ। ਅੱਜ ਮੀਡੀਆ ਦੇਖ ਰਿਹਾ, ਕਿਤੇ ਨਾ ਕਿਤੇ ਉਹ ਵੀ ਵੀਡੀਓ ਦੇਖਣਗੇ। ਮੈਂ ਜਿਆਨੀ ਸਾਹਿਬ ਦੇ ਸਤਿਕਾਰ 'ਚ ਕਹਿਣਾ ਚਾਹੁੰਦਾ ਕਿ ਜਿਆਨੀ ਸਾਹਿਬ, ਵਾਕਈ ਟੀਕਾ ਲੱਗਦਾ ਤਕਲੀਫ ਹੁੰਦੀ ਹੈ, ਤੁਸੀਂ ਕਹਿੰਦੇ ਹੋ ਭਲੇ ਲਈ ਲੱਗਦਾ, ਪਰ ਅੱਜ ਦੀ ਡੇਟ ਦੇ ਵਿੱਚ, ਅੱਜ ਦੇ ਯੁੱਗ ਦੇ ਵਿੱਚ ਟੀਕਾ ਵੀ 2 ਤਰ੍ਹਾਂ ਦਾ ਲੱਗਦਾ। ਇੱਕ ਜਿਹਦਾ ਮਰੀਜ਼ ਨੂੰ ਫਾਇਦਾ ਹੁੰਦਾ, ਦੂਜਾ ਅੱਜ ਕੱਲ੍ਹ ਉਹ ਵੀ ਟੀਕਾ ਲੱਗਦਾ ਜਿਹਦਾ ਸਿਰਫ ਹਸਪਤਾਲ ਨੂੰ ਫਾਇਦਾ ਹੁੰਦਾ। ਪਾਣੀ ਦਾ ਟੀਕਾ ਲਾ ਕੇ ਕਹਿ ਦਿੰਦੇ 40,000 ਦਾ ਆਇਆ ਸੀ, 40,000 ਦਾ। ਸਾਨੂੰ ਇਹ ਨਹੀਂ ਨਾ ਪਤਾ ਇਹ ਟੀਕਾ ਸਾਡੇ ਫਾਇਦੇ ਵਾਲਾ ਕਿ ਤੁਹਾਡੇ ਫਾਇਦੇ ਵਾਲਾ। ਸੋ ਇਹ ਹਸਪਤਾਲ ਦੇ ਫਾਇਦੇ ਵਾਲਾ ਟੀਕਾ, ਇਹ ਟੀਕਾ ਕਿਸੇ ਨਹੀਂ ਲਵਾਉਣਾ ਜਿੱਥੇ ਮਰਜ਼ੀ ਤੁਸੀਂ ਤੁਰੇ ਫਿਰਦੇ ਰਹੋ। ਸੋ ਇਸ ਕਰਕੇ ਸਿਰਫ ਇੰਨੀ ਕੁ ਬੇਨਤੀ ਹੈ। ਇੱਕ ਮੈਂ ਵੀਡੀਓ ਦੇਖਿਆ ਪਿੱਛੇ ਜਿਹੇ, ਉਹਦੇ 'ਚ ਇੱਕ ਨਿੱਕੀ ਜਿਹੀ ਕਹਾਣੀ ਸੀ, ਉਹਦਾ ਜ਼ਿਕਰ ਕਰਕੇ ਮੈਂ ਤੁਹਾਡੇ ਤੋਂ ਮਾਫੀ ਲੈਣੀ, ਕਿਉਂਕਿ ਹਨੇਰਾ ਪੈਣ ਤੋਂ ਪਹਿਲਾਂ ਤੁਸੀਂ ਆਪਣੇ ਵੱਡੇ ਲੀਡਰਾਂ ਨੂੰ ਸੁਣਨਾ, ਜਿਹੜੇ ਤੁਹਾਨੂੰ ਗਾਈਡ ਕਰਨ ਆਏ ਨੇ, ਜਿਹੜੇ ਮੋਟੀਵੇਟ ਕਰਨ ਆਏ ਨੇ। ਹੁਣੇ ਮੇਰਾ ਨੌਜਵਾਨ ਵੀਰ ਮੰਚ ਤੋਂ ਬੋਲ ਰਿਹਾ ਸੀ, ਨੌਜਵਾਨਾਂ ਦੀ ਔਰ ਵੱਡਿਆਂ ਦੀ, ਬਜ਼ੁਰਗਾਂ ਦੀ ਗੱਲ ਚੱਲ ਰਹੀ ਸੀ। ਉਹ ਵੀ ਮੈਂ ਕਹਾਂਗਾ ਕਿ ਇਹ ਵੀ ਇੱਕ ਦੂਜੇ ਦੇ ਪੂਰਕ ਨੇ। ਜੇ ਸਾਡੇ ਬਜ਼ੁਰਗ ਲੀਡਰ, ਸੀਨੀਅਰ ਲੀਡਰ, ਟਰੈਕਟਰ ਨੇ ਨਾ ਸਾਡਾ, ਜਿਹਦੀਆਂ ਫੋਟੋਆਂ ਜੀ ਹਰ ਗੱਡੀ ਦੇ ਮਗਰ ਲਾਈਆਂ, ਤੇ ਨੌਜਵਾਨ ਫਿਰ ਤੇਲ ਨੇ, ਪੈਟਰੋਲ ਨੇ, ਡੀਜ਼ਲ ਨੇ। ਜੇ ਉਹ ਨਹੀਂ ਹੋਣਗੇ ਤਾਂ ਵੀ ਟਰੈਕਟਰ ਖੜਾ। ਤੇ ਦੂਜੇ ਪਾਸੇ ਨੌਜਵਾਨਾਂ ਨੂੰ ਕਹਾਂਗਾ, ਤੇਲ ਦੀਆਂ ਭਾਵੇਂ ਜੈਰੀਕੇਨ ਕੈਨੀਆਂ ਭਰ ਕੇ ਘਰ ਰੱਖ ਲਓ, ਟਰੈਕਟਰ ਹੈ ਨਹੀਂ ਤੇ ਕਿਸੇ ਕੰਮ ਨਹੀਂ ਆਉਂਦਾ। ਸੋ ਟਰੈਕਟਰ ਦੀ ਵੀ ਇੱਜ਼ਤ ਕਰਨੀ ਹੈ।
ਬਜ਼ੁਰਗਾਂ ਦਾ ਸਤਿਕਾਰ ਕਰੋ, ਬਜ਼ੁਰਗ ਤੁਹਾਨੂੰ ਆਦਰ ਮਾਣ ਦੇਣ। ਇਹ ਅੰਦੋਲਨ ਸਾਰਾ ਸੰਸਾਰ ਤੁਹਾਡੇ ਨਾਲ ਆ ਕੇ ਨਾ ਜੁੜ ਗਿਆ ਤੇ ਗੱਲ ਕਰਿਓ। ਅੱਜ ਤਾਂ ਆਪਣੇ ਹੀ ਬਾਹਰੋਂ ਟਿਕਟਾਂ ਲੈ ਲੈ ਕੇ ਆ ਰਹੇ ਨੇ ਅੰਦੋਲਨ 'ਚ, ਵਿਦੇਸ਼ੀ ਲੋਕ ਵੀ ਆ ਕੇ ਤੁਹਾਡੇ ਨਾਲ ਬੈਠਣਗੇ ਜੇ ਹੋਰ ਮਹੀਨਾ ਤੁਹਾਡੀ ਗੱਲ ਨਾ ਸੁਣੀ ਗਈ ਤਾਂ। ਸਾਰਾ ਸੰਸਾਰ ਤਾਂ ਜੁੜ ਗਿਆ ਤੁਹਾਡੇ ਨਾਲ। ਜ਼ਿੰਦਾਬਾਦ। ਔਰ ਤੁਹਾਨੂੰ ਮੁਬਾਰਕ ਸਾਰਾ ਸੰਸਾਰ ਇਸ ਗੱਲ ਦੀ ਦੇ ਰਿਹਾ ਕਿ ਤੁਸੀਂ ਅੱਜ ਖੜੇ ਹੋ ਗਏ। ਇੱਕ ਛੋਟੀ ਜੀ ਕਹਾਣੀ, ਨਿੱਕੀ ਜੀ 2 ਮਿੰਟ ਦੀ 1.5 ਮਿੰਟ ਦੀ ਸੁਣਾ ਕੇ ਇਜਾਜ਼ਤ ਲੈ ਲੈਣੀ ਹੈ। ਇੱਕ ਰਾਜਾ, ਕਹਿੰਦੇ ਮਹਾਰਾਜਾ ਸੀ, ਉਹਨੇ ਲੋਕਾਂ ਨੂੰ ਆਦਤ ਕਿੱਦਾਂ ਪੈ ਗਈ ਹੈ, ਜਦੋਂ ਪੈਟਰੋਲ ਵੀ 100 ਰੁਪਏ ਤੋਂ ਵੱਧ ਗਿਆ ਨਾ, ਲੋਕੀ ਉਹਦੀਆਂ ਵੀ ਵਧਾਈਆਂ ਦੇ ਰਹੇ, ਚਲੋ ਜੀ ਦੇਸ਼ ਹਿੱਤ ਮੇਂ, ਦੇਸ਼ ਹਿੱਤ ਮੇਂ, ਦੇਸ਼ ਹਿੱਤ। ਇਹ ਪੰਜਾਬੀ 'ਚ ਇੱਕ ਸੌਰੀ ਬੜੀ ਅਜੀਬ ਜੀ ਗੱਲ ਹੈ, ਪਰ ਜੇ ਤਾਂ ਕੋਈ ਮੇਰੇ ਵਰਗੇ ਬੰਦਾ ਡਕਾਰ ਵੀ ਮਾਰ ਦਵੇ ਨਾ ਤੇ ਲੱਗਾ ਬਦਤਮੀਜ਼, ਇਹਨੂੰ ਸੁਸਾਇਟੀ 'ਚ ਬਹਿਣ ਦੀ ਤਮੀਜ਼ ਹੀ ਨਹੀਂ। ਤੇ ਜੇ ਕੋਈ ਪੀਐਮ ਸਾਹਿਬ ਵਰਗਾ ਬੰਦਾ ਬੈਠਾ ਬੈਠਾ ਹਵਾ ਵੀ ਸਰਕਾ ਦੇ ਤੇ ਵਧਾਈਆਂ ਦੇ, ਚਲੋ ਜੀ ਪੇਟ ਸਾਫ਼ ਹੋ ਗਿਆ, ਇਹ ਬਹੁਤ ਅੱਛੀ ਗੱਲ ਹੋ ਗਈ। ਇਹ ਹਵਾ ਸਰਕੀ ਨੂੰ ਵੀ ਦੇਸ਼ ਹਿੱਤ ਵਿੱਚ ਦੱਸ ਦਿੰਦੇ ਨੇ, ਦੇਖੋ ਜੀ ਪੇਟ ਸਾਫ਼ ਹੋਏਗਾ ਤਾਂ ਦੇਸ਼ ਤਰੱਕੀ ਕਰੇਗਾ ਨਾ। ਮੈਨੂੰ ਇਸ ਗੱਲ ਦਾ ਜ਼ਿਆਦਾ ਅਫਸੋਸ ਹੈ ਕਿ ਆਵਾਮ ਖਾਮੋਸ਼ ਹੋ ਕੇ ਬਹਿ ਗਿਆ, ਆਪਣੇ ਹੱਕ ਲਈ ਕੋਈ ਗੱਲ ਹੀ ਨਹੀਂ ਕਰ ਰਿਹਾ। ਮੇਰਾ ਆਵਾਮ ਸੌਂ ਗਿਆ, ਮੇਰੇ ਮੁਲਕ ਦਾ, ਮੇਰੀ ਰਿਆਸਤ ਦਾ ਆਵਾਮ, ਮੇਰੇ ਲੋਕ ਇੰਨੇ ਬੁਜ਼ਦਿਲ ਕਿਉਂ ਹੋ ਗਏ? ਜੇ ਮੇਰੀ ਵੀ ਕੋਈ ਗੱਲ ਗਲਤ ਲੱਗ ਰਹੀ ਹੈ ਤਾਂ ਬੋਲ ਕਿਉਂ ਨਹੀਂ ਰਹੇ? ਉਹ ਕਹਿੰਦਾ ਜੀ ਇਹਨਾਂ ਨਾਲ ਕੋਈ ਸਖਤੀ ਕਰਨੀ ਪੈਣੀ ਹੈ ਕਿ ਇਹ ਬੋਲਣ। ਕਹਿੰਦਾ ਕੀ ਕਰੀਏ? ਰਾਜੇ ਨੇ ਸਲਾਹ ਮੰਗੀ, ਮੰਤਰੀ ਨੇ ਸਲਾਹ ਦਿੱਤੀ, ਕਹਿੰਦਾ ਜੀ ਜਦੋਂ ਇੱਧਰ ਨੂੰ ਲੋਕੀ ਕੰਮ ਕਰਨ ਜਾਂਦੇ ਨਾ ਕਾਰੋਬਾਰ ਨੂੰ, ਰਸਤੇ 'ਚ ਇੱਕੋ ਪੁਲ ਆਉਂਦਾ। ਕਹਿੰਦਾ ਹਾਂਜੀ। ਕਹਿੰਦਾ ਪੁਲ ਤੇ ਆਪਾਂ ਇੱਕ ਆਪਣਾ ਨਾਕਾ ਲਾ ਦਿੰਨੇ ਆ ਔਰ ਉੱਥੇ ਕਹਿ ਦਿੰਨੇ ਕਿ ਜਿਹੜਾ ਵੀ ਇਹ ਪੁਲ ਲੰਘ ਕੇ ਜਾਵੇ ਸਵੇਰੇ ਸਵੇਰੇ ਉਹਦੇ ਸਿਰ 'ਚ ਇੱਕ ਛੱਤਰ ਵੱਜਿਆ ਕਰੇਗਾ ਤਾਂ ਜਾ ਸਕਦਾ। ਹੁਣ ਕਾਨੂੰਨ ਬਣ ਗਿਆ। ਅੱਗੇ ਤਾਂ ਜਾਣ ਦੀ ਕਾਹਲੀ ਪਈ ਹੁੰਦੀ ਸੀ, ਸਵੇਰੇ ਲੋਕੀ ਅੱਧਾ ਘੰਟਾ ਪਹਿਲਾਂ ਤੁਰਨ ਲੱਗ ਗਏ ਵੀ ਇਹਦੇ ਰਸਤੇ 'ਚ ਛੇਤਰ ਵੀ ਖਾਣਾ ਪੁੱਲ ਤੇ ਜਾ ਕੇ। ਲਾਈਨਾਂ ਲੱਗੀਆਂ ਹੁੰਦੀਆਂ ਸੀ ਵੀ ਛੇਤਰ ਮਾਰੋ ਜਾਣਾ। ਉਹਨੇ ਰਿਪੋਰਟ ਮੰਗੀ, ਕਹਿੰਦਾ ਕੋਈ ਆਵਾਮ ਦੇ ਵਿੱਚੋਂ ਆਵਾਜ਼ ਉੱਠੀ, ਕਹਿੰਦਾ ਨਹੀਂ ਜੀ ਲੋਕਾਂ ਨੇ ਸਗੋਂ ਅੱਧਾ ਘੰਟਾ ਪਹਿਲਾਂ ਜਾਣਾ ਸ਼ੁਰੂ ਕਰਤਾ ਵੀ ਛੇਤਰ ਸਿਰ 'ਚ ਖਾ ਕੇ ਜਾਣਾ ਹੁੰਦਾ। ਕਹਿੰਦਾ ਬੜੀ ਮਾੜੀ ਗੱਲ ਹੈ। ਕਹਿੰਦਾ ਕੀ ਕਰੀਏ? ਕਹਿੰਦਾ ਛੇਤਰ 2 ਕਰ ਦਿੰਨੇ ਆ ਜੀ, ਸ਼ਾਇਦ ਤਕਲੀਫ ਹੋਏਗੀ ਤੇ ਬੋਲਣਗੇ। ਛੇਤਰ 2 ਕਰਤੇ, ਲੋਕਾਂ ਨੇ ਘੰਟਾ ਪਹਿਲਾਂ ਜਾਣਾ ਸ਼ੁਰੂ ਕਰਤਾ ਵੀ ਵਾਰੀ ਬੜੀ ਲੇਟ ਹੁੰਦੀ ਹੈ। ਉਹਨੇ ਫੇਰ ਪੁੱਛਿਆ, ਕਹਿੰਦਾ ਜੀ ਲੋਕਾਂ ਨੇ ਜ਼ਿਆਦਾ ਐਡਵਾਂਸ ਹੋਣਾ ਸ਼ੁਰੂ ਕਰ ਦਿੱਤਾ ਵੀ ਟਾਈਮ ਜ਼ਿਆਦਾ ਲੱਗ ਰਿਹਾ। ਉਹ ਕਹਿੰਦਾ ਯਾਰ ਕੋਈ ਬੋਲ ਹੀ ਨਹੀਂ ਰਿਹਾ। ਇੱਕ ਦਿਨ ਇੱਕ ਬੰਦਾ ਉੱਠਿਆ, ਇੱਕ ਦਿਨ ਇੱਕ ਯੋਧਾ ਉੱਠਿਆ, ਉਹ ਆਇਆ ਦਰਬਾਰ 'ਚ, ਕਹਿੰਦਾ ਜਿਹੜਾ ਪੁਲ ਤੇ ਛਿੱਤਰ ਪੈਂਦੇ ਨੇ ਜੀ ਮੈਂ ਉਹਦੇ ਬਾਰੇ ਗੱਲ ਕਰਨ ਆਇਆ। ਉਹਨੂੰ ਲੱਗਾ ਵੀ ਚੱਲ ਕੋਈ ਤੇ ਉੱਠਿਆ ਜਿਹਨੇ ਆਵਾਜ਼ ਉਠਾਈ, ਕਹਿੰਦਾ ਲਿਆਓ ਇਹਨੂੰ ਆਦਰ ਮਾਣ ਨਾਲ ਸਤਿਕਾਰ ਨਾਲ ਅੰਦਰ ਲੈ ਕੇ ਆਂਦਾ। ਹਾਂ ਦੱਸ ਬਈ। ਕਹਿੰਦਾ ਜੀ ਇਦਾਂ ਸੀ ਜਦੋਂ ਜਾਂਦੇ ਆ ਇੱਕ ਨਵਾਂ ਕਾਨੂੰਨ ਬਣ ਗਿਆ, ਸਿਰ 'ਚ ਇੱਕ ਛਿੱਤਰ ਖਾ ਕੇ ਜਾਣਾ ਪੈਂਦਾ ਸੀ। ਕਹਿੰਦਾ ਹਾਂਜੀ। ਕਹਿੰਦਾ ਹੁਣ 2 ਛਿੱਤਰ ਖਾ ਕੇ ਜਾਣ ਦਾ ਕਾਨੂੰਨ ਬਣ ਗਿਆ। ਕਹਿੰਦਾ ਹਾਂਜੀ। ਕਹਿੰਦਾ ਮੈਂ ਉਹਦੇ ਬਾਰੇ ਗੱਲ ਕਰਨਾ ਹੈ। ਕਹਿੰਦਾ ਦੱਸੋ। ਕਹਿੰਦਾ ਸਰ ਅਸੀਂ ਲੇਟ ਬਹੁਤ ਹੋ ਜੀਦਾ ਸਵੇਰੇ, ਮੈਂ ਬੇਨਤੀ ਕਰਨੀ ਸੀ ਤੇ ਇੱਕੋ ਬੰਦਾ ਲੱਗਾ ਛਿੱਤਰ ਮਾਰਨ ਵਾਲੇ 2 ਲਾ ਦਿਓ, ਅਸੀਂ ਟਾਈਮ ਸਿਰ ਨਿਕਲ ਜਾ ਕਰਾਂਗੇ। ਸੋ ਕਹਿਣ ਦਾ ਮਤਲਬ ਹੈ ਜੇ ਛਿੱਤਰ ਖਾਣ ਦੀ ਆਦਤ ਪੈ ਜੇ ਫੇਰ ਨਹੀਂ ਜ਼ੁਬਾਨ 'ਚੋਂ ਆਵਾਜ਼ ਨਿਕਲਦੀ ਆਪਣੇ ਹੱਕ ਸੱਚ ਦੀ। ਤੇ ਜੇ ਬੰਦੇ ਨੂੰ ਪਤਾ ਹੋਵੇ ਨਾ ਹੱਕ ਸੱਚ ਦੀ ਕੀ ਗੱਲ ਹੈ ਤੇ ਫਿਰ ਉਹਦਾ ਛਿੱਤਰ ਮੋੜ ਕੇ ਉਹਨੂੰ ਵਾਪਸ ਕਰ ਦਈਦਾ ਵੀ ਲੈ ਜਾ ਜਿੱਥੋਂ ਲਿਆਂਦਾ ਹੀ। ਇਹ ਨਾ ਹੋਵੇ ਤੇਰਾ ਖੋ ਕੇ ਤੇਰੇ ਵੱਲ ਨੂੰ ਆ ਜਾਏਗਾ। ਸੋ ਹਵਾ ਵੀ ਚੱਲਣ ਲੱਗ ਪਈ, ਆਪਣੇ ਹੱਕ ਦੀ ਹੈ, ਕੋਈ ਗੱਲ ਨਹੀਂ। ਹਵਾ ਲਈ ਵੀ ਤਾਲੀਆਂ ਮਾਰ ਦੋ, ਹੱਕ ਦੀ ਹਵਾ ਚੱਲੀ ਹੈ। ਸੋ ਸਿਰਫ ਇੰਨੀ ਕੁ ਬੇਨਤੀ ਕਰਾਂਗਾ ਕਿ ਤੁਸੀਂ ਚੂਜ਼ ਕਰਨਾ, ਤੁਸੀਂ ਆਪਣੇ ਆਪ ਡਿਸਾਈਡ ਕਰਨਾ ਕਿ ਤੁਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ 'ਚ ਖੜੇ ਹੋਣਾ ਜਾਂ ਛਿੱਤਰ ਖਾ ਕੇ ਪੁਲ ਲੰਘਣ ਵਾਲਿਆਂ ਦੀ ਆਵਾਜ਼ ਦੇ ਨਾਲ ਖੜੇ ਹੋਣਾ। ਛਿੱਤਰ ਖਾ ਖਾ ਕੇ ਪੁਲ ਲੰਘਣਾ ਕਿ ਹੱਕ ਸੱਚ ਦੇ ਨਾਲ ਖੜੇ ਹੋਣਾ। ਫੈਸਲਾ ਅੱਜ ਤੁਹਾਡੇ ਹੱਥ ਹੈ। ਤੁਹਾਡੇ ਬੜੇ ਮਹਾਨ ਲੀਡਰ ਤੁਹਾਡੇ ਕੋਲ ਆਏ ਹੋਏ ਨੇ, ਸਾਰਿਆਂ ਨੂੰ ਵਾਰੀ-ਵਾਰੀ ਸੁਣੋ, ਆਦਰ ਮਾਣ ਸਤਿਕਾਰ ਦਿਓ, ਆਪਣਾ ਸਮਰਥਨ ਦਿਓ ਤੇ ਉਹਨਾਂ ਨੂੰ ਦੱਸੋ ਕਿ ਤੁਸੀਂ ਜਿੰਨੇ ਕਦਮ ਚੱਲ ਕੇ ਇੱਥੇ ਆਏ ਹੋ ਉਸ ਤੋਂ ਜ਼ਿਆਦਾ 100 ਕਦਮ ਚੱਲ ਕੇ ਅਸੀਂ ਤੁਹਾਡੇ ਕੋਲ ਤੁਹਾਡੇ ਮੋਰਚਿਆਂ 'ਚ ਸ਼ਾਮਲ ਹੋਵਾਂਗੇ। ਔਰ ਬੇਨਤੀ ਕਰਾਂਗਾ ਤੁਸੀਂ ਠੰਡ ਦੇ ਵਿੱਚ, ਵੱਧਦੇ ਕੱਕਰ ਦੇ ਵਿੱਚ, ਭਰ ਸਿਆਲ ਦੇ ਵਿੱਚ ਬੜਾ ਸਾਥ ਦਿੱਤਾ ਮੋਰਚਿਆਂ ਦਾ।
ਅੱਜ ਵੀ ਤੁਹਾਡੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਉੱਥੇ ਬੈਠੇ ਨੇ। ਅੱਜ ਦੀਆਂ ਲੋੜਾਂ ਮੁਤਾਬਕ ਦੇਖੋ ਜੀ ਉੱਥੇ ਪਾਣੀ ਚਾਹੀਦਾ, ਵੱਧ ਚੜ ਕੇ ਹਿੱਸੇ ਪਾਓ, ਆਪਣੇ ਪਾਣੀ ਉੱਥੇ ਪਹੁੰਚਾਓ। ਜੇ ਕਿਤੇ ਉੱਥੇ ਰੋਟੀ ਪਕਾਉਣ ਲਈ ਬਾਲਣ ਦੀ ਕਮੀ ਆ ਰਹੀ ਹੈ, ਬਾਲਣ ਪਹੁੰਚਾਓ। ਅੱਗੋਂ ਸਿਆਲ ਆ ਰਹੇ ਨੇ, ਜਿੱਥੇ ਗਰਮੀ ਆ ਰਹੀ ਹੈ, ਜਿੱਥੇ ਪੱਖਿਆਂ ਦੀ, ਜਿੱਥੇ ਕੂਲਰਾਂ ਦੀ ਲੋੜ ਹੈ, ਮੱਛਰਦਾਨੀਆਂ ਦੀ ਲੋੜ ਹੈ। ਅੱਜ ਸਾਰੇ ਸੰਸਾਰ 'ਚ ਬਾਹਰ ਵੀ ਮੀਡੀਆ ਦੇ ਥਰੂ ਲੋਕੀ ਸਾਨੂੰ ਸੁਣ ਰਹੇ ਨੇ। ਇਹ ਨਾ ਸੋਚੋ ਕਿ ਯੱਗ ਮੁਕੰਮਲ ਹੋ ਗਿਆ, ਯੱਗ ਸੰਪੂਰਨ ਹੋ ਗਿਆ, ਇਹ ਅਜੇ ਚੱਲ ਰਿਹਾ। ਤੁਹਾਡੇ ਯੋਗਦਾਨ ਦੀ, ਤੁਹਾਡੀ ਆਹੂਤੀ ਦੀ ਅਜੇ ਲੋੜ ਹੈ। ਜਦ ਤੱਕ ਮੋਰਚਾ ਫਤਿਹ ਨਹੀਂ ਹੋ ਜਾਂਦਾ, ਆਪਣਾ ਸਹਿਯੋਗ ਦੇਣਾ, ਆਦਰ ਮਾਨ ਦੇਣਾ, ਬਜ਼ੁਰਗਾਂ ਨੂੰ ਸਤਿਕਾਰ ਦੇਣਾ ਜਾਰੀ ਰੱਖੋ। ਇਹਨਾਂ ਦੇ ਪਿੱਛੇ ਹੋ ਕੇ ਤੁਰੇ ਰਹੋ। ਜਿੱਤ ਆਪਣੇ ਆਪ ਤੁਹਾਡਾ ਮੱਥਾ ਚੁੰਮੇਗੀ, ਆ ਕੇ ਤੁਹਾਡੇ ਕਦਮਾਂ 'ਚ ਆ ਕੇ ਜਿੱਤ ਡਿੱਗੇਗੀ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਬਹੁਤ ਸ਼ੁਕਰੀਆ। तो किसान आगू बलदेव सिंह सिरसा हुण संबोधन करनगे स्टेज तो। बहुत ही मान ते सत्कार दे योग इतिहासिक स्थान, ਇਹ ਉਹ ਅਸਥਾਨ ਜਿਸ ਅਸਥਾਨ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਹੋਈ ਹੈ। ਔਰ ਬਾਬਾ ਬੰਦਾ ਸਿੰਘ ਬਹਾਦਰ ਉਹ ਮਹਾਨ ਬਹਾਦਰ ਜਿਨ੍ਹਾਂ ਨੇ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਤੇ ਜ਼ੁਲਮ ਦੀਆਂ ਜੜ੍ਹਾਂ ਪੁੱਟੀਆਂ। ਸੋ ਇਸ ਸਥਾਨ ਤੇ ਇਕੱਤਰ ਹੋਏ ਗੁਰੂ ਰੂਪ ਖਾਲਸਾ ਜੀ ਉਹ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੇ ਵਿੱਚ ਵਲਵਲੇ ਤਾਂ ਬਹੁਤ ਸਨ ਕਿ ਜੋ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ, ਪਰ ਨੌਜਵਾਨਾਂ ਵੱਲੋਂ ਜੋ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ, ਇਹ ਬਹੁਤ ਸ਼ਲਾਘਾਯੋਗ। ਸਮਾਂ ਨਹੀਂ ਆਗਿਆ ਦਿੰਦਾ ਕਿਉਂਕਿ ਸਰਦਾਰ ਗੁਰਨਾਮ ਸਿੰਘ ਜੀ ਝੰਡੂਨੀ ਸਾਹਿਬ, ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ, ਉਹਨਾਂ ਨੇ ਬੋਲਣਾ ਹੈ ਤੇ ਮੈਂ ਤਾਂ ਕੇਵਲ ਨੌਜਵਾਨੋ ਤੁਹਾਨੂੰ ਇੱਕ ਵਧਾਈ ਦੇਣਾ ਹੈ ਕਿ ਤੁਸੀਂ ਇਹ ਬਹੁਤ ਵੱਡਾ ਉਪਰਾਲਾ ਕੀਤਾ। ਔਰ ਜੋ ਮੀਡੀਆ ਵਾਲੇ ਜਾਂ ਆਮ ਹੋਰ ਲੋਕ ਕਈ ਤਰ੍ਹਾਂ ਦੇ ਖਦਸ਼ੇ ਜ਼ਾਹਰ ਕਰਦੇ ਕਿ ਨੌਜਵਾਨ ਜਿਹੜਾ ਉਹ ਸੰਯੁਕਤ ਮੋਰਚੇ ਦੇ ਨਾਲ ਨਹੀਂ। ਅੱਜ ਦਾ ਇਹ ਪ੍ਰਬੰਧ ਇਹ ਕੇਵਲ ਨੌਜਵਾਨਾਂ ਵੱਲੋਂ ਅਤੇ ਇਕੱਠ ਵਿੱਚ ਵੀ ਨੌਜਵਾਨਾਂ ਦੀ ਬਹੁਤ ਗਿਣਤੀ, ਬਹੁਤ ਸਾਰੇ ਬੁਲਾਰਿਆਂ ਨੇ ਇਹ ਗੱਲ ਕਹੀ ਗਈ ਕਿ ਨੌਜਵਾਨਾਂ ਨੂੰ ਨਾਲ ਲਓ। ਅਸੀਂ ਇਹ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੇ ਸੀ, ਨੌਜਵਾਨਾਂ ਦੇ ਨਾਲ ਰਹੇ ਹੋ, ਨੌਜਵਾਨਾਂ ਦੇ ਨਾਲ ਰਹਾਂਗੇ। ਨੌਜਵਾਨ ਸਾਡੀ ਉਹ ਸਾਡਾ ਉਹ ਸਰਮਾਇਆ ਜਿਨ੍ਹਾਂ ਦੇ ਮੋਢਿਆਂ ਤੇ ਭਾਰ, ਸਾਡਾ ਭਾਰ ਉਹਨਾਂ ਦੇ ਮੋਢਿਆਂ ਤੇ ਆਉਣਾ ਹੈ। ਜੋ ਨੌਜਵਾਨਾਂ ਨੇ ਕੀਤਾ ਉਹਨਾਂ ਦੇ ਬਾਰੇ ਦਾਸ ਵੱਲੋਂ ਹੁਣ ਤੱਕ ਅੱਜ ਵੀ ਚੈਨਲ ਵਾਲਿਆਂ ਨੇ ਬਹੁਤ ਸਵਾਲ ਕੀਤੇ, ਪਰ ਨਿਮਰਤਾ ਸਹਿਤ ਇਹ ਸਵਾਲਾਂ ਦੇ ਜਵਾਬ ਦਿੱਤੇ ਕਿ ਨੌਜਵਾਨ ਸਾਡੇ ਹਨ, ਅਸੀਂ ਨੌਜਵਾਨਾਂ ਦੇ ਹਾਂ। ਤੇ ਇਹਨਾਂ ਜਿਹੜੀਆਂ ਗਲਤ ਫਹਿਮੀਆਂ ਉਹ ਭਰਮਾਈਆਂ ਜਾ ਰਹੀਆਂ, ਉਡਾਏ ਜਾ ਰਹੇ ਨੇ, ਐਵੇਂ ਇਸ ਤਰ੍ਹਾਂ ਦੇ ਕੋਈ ਵਿਸ਼ਵਾਸ ਕਰਨ ਦੀ ਲੋੜ ਨਹੀਂ। ਸੋ ਮੈਂ ਇੱਕੋ ਇੱਕ ਬੇਨਤੀ ਕਰਾਂਗਾ ਕਿ ਇਹ ਜੋ ਸੰਘਰਸ਼ ਚੱਲ ਰਿਹਾ ਇਹ ਕੇਵਲ ਕਿਸਾਨਾਂ ਦਾ ਨਹੀਂ, ਇਹ ਸਮੁੱਚੇ ਵਰਗਾਂ ਦਾ, ਜਿਨ੍ਹਾਂ ਲੋਕਾਂ ਨੇ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ 2 ਵਕਤ ਰੋਟੀ ਖਾਣੀ ਹੈ ਜਾਂ ਚਾਵਲ ਖਾਣੇ ਨੇ, ਉਹਨਾਂ ਦੀ ਭੁੱਖ ਮਿਟਾਉਣ ਦਾ ਸਵਾਲ ਹੈ ਸਮੁੱਚੇ ਲੋਕਾਂ ਦਾ, ਸਮੁੱਚੇ ਵਰਗਾਂ ਦਾ। ਔਰ ਜਿਹੜੀ ਗੱਲ ਪ੍ਰੋਫੈਸਰ ਪੋਟਰ ਪੁੱਛਦੇ ਸੀ ਕਿ 100 ਦਿਨਾਂ 'ਚ ਪ੍ਰਾਪਤੀ ਕੀ ਕੀਤੀ ਹੈ, ਤੇ ਮੈਂ ਕਿਹਾ ਪ੍ਰਾਪਤੀ ਦੀ ਜਿਹੜੀ ਪ੍ਰਾਪਤੀ ਹੁਣ ਤੱਕ ਅਸਾਂ ਕੀਤੀ ਹੈ ਉਸ ਪ੍ਰਾਪਤੀ ਦੀ ਕੋਈ ਕੀਮਤ ਨਹੀਂ। ਜਿਹੜੇ ਰਾਜਨੀਤਿਕ ਲੋਕਾਂ ਨੇ ਸਾਡੇ ਵਿੱਚ ਪਾੜੇ ਪਾਏ ਸੀ, ਅੱਜ ਉਹ ਪਾੜੇ ਮਿਟ ਗਏ। ਚਾਹੇ ਹਰਿਆਣਾ, ਚਾਹੇ ਯੂਪੀ ਹੈ, ਰਾਜਸਥਾਨ ਹੈ, ਜਾਂ ਹੋਰ ਸੂਬੇ ਨੇ। ਔਰ ਉਸ ਤੋਂ ਅੱਗੇ ਜਾ ਕੇ ਪੂਰੇ ਸੰਸਾਰ ਦੇ ਵਿੱਚ ਜਿਹੜਾ ਅੱਜ ਤੁਹਾਡਾ ਨਾਂ ਚੱਲ ਰਿਹਾ, ਕਿਉਂਕਿ ਪੰਜਾਬ ਤੋਂ ਸੰਘਰਸ਼ ਸ਼ੁਰੂ ਹੋਇਆ। ਸੋ ਮੈਂ ਜ਼ਿਆਦਾ ਸਮਾਂ ਨਾ ਲੈਣਾ, ਇਹੀ ਬੇਨਤੀ ਕਰਾਂਗਾ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਗੱਲ ਚੱਲ ਰਹੀ ਆ, ਪੰਜਾਬ ਦਾ ਨਾਂ ਚੱਲ ਰਿਹਾ, ਤੇ ਪੰਜਾਬ ਦੇ ਲੋਕੋ ਮੈਂ ਇੱਕ ਅਪੀਲ ਕਰ ਰਹੀ ਹਾਂ ਕਿ ਜਿਹੜਾ ਹਾੜੀ ਦਾ ਸਮਾਂ ਆ ਰਿਹਾ, ਖਾਸ ਕਰਕੇ ਸ਼ਹਿਰ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਤੇ ਹਰ 3 ਮਹੀਨਿਆਂ ਤੋਂ ਲਗਾਤਾਰ ਜੋ ਕਿ ਚੰਡੀਗੜ੍ਹ
ਅਤੇ ਮੁਹਾਲੀ ਦੇ ਚੌਕਾਂ ਦੇ ਵਿੱਚ ਇਹ ਝੰਡੀਆਂ ਲਾ ਕੇ ਰਾਤ ਨੂੰ ਉੱਥੇ ਖਲੋਤੇ ਹੁੰਦੇ ਆ। ਭਾਈ ਹੁਣ ਤੁਸੀਂ ਜਿਹੜਾ ਹੈ ਉਹ ਸਿੰਘੂ ਟਿੱਕਰੀ ਬਾਰਡਰਾਂ ਦੇ ਉੱਤੇ, ਗਾਜੀਪੁਰ ਬਾਰਡਰ ਦੇ ਉੱਤੇ ਵੱਧ ਤੋਂ ਵੱਧ ਹਾਜ਼ਰੀਆਂ ਲਵਾਉਣੀਆਂ ਜਿੰਨਾ ਚਿਰ ਕਣਕ ਦੀ ਫਸਲ ਨਹੀਂ ਸੰਭਾਲੀ ਜਾਂਦੀ। ਸੋ ਇਹਦੀਆਂ ਬੇਨਤੀਆਂ ਕਰਦਾ ਤੁਹਾਡਾ ਸਾਰਿਆਂ ਦਾ, ਨੌਜਵਾਨਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਤਕਾ ਬਲਾਮ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜਿੰਦਾਬਾਦ। सम्मानित मंच सामने बैठे मेरे सारे भरावो, बुजुर्गो, बच्चेओ, साडियां मातावां भैणां बैठियां ने, साथियों, एक राजा ते दूजे राजे ने चढ़ाई करती। उस राजे ने अपने कुल देवता नूं मनाना चाहा भी आशीर्वाद दे मैनूं जित दा। उस कुल देवता ने शर्त रखती भी मैनू एक कुर्बानी चाहिए, एक बली चाहिए है, वो बली मैनू दिओ, बंदे की बली चाहिए है, तो उदों बाद मैं जित का आशीर्वाद देंगा। पंचायत बुला ली, सभा बुला ली राजे ने, ते गल दसी भी कुल देवता एक बली मंगदा। एक 80 साल का बजुर्ग खड़ा हो गया ते उन्हें कहा मैं ते कमा खा लिया, मेरी बली दे दिओ। जदों बजुर्ग अगे बली देण वास्ते तैयार होया ते एक 50 साल का बंदा अद्धी उम्र का खड़ा हो गया। उन्हें कहा भी ये जिहड़ा 80 साल का बजुर्ग है, इहदा तजर्बा बड़ा है ते इहदी जिउंदा रहण दी लोड़ है, लड़ाई दे विच तजर्बे की लोड़ पैंदी है, मेरी बली ले लो, मेरा अजे तजर्बा घट है। ते ਉਹ ਜਦੋਂ ਬਲੀ ਦੇਣ ਲੱਗਾ ਤੇ ਇੱਕ 20 ਸਾਲ ਦਾ ਮੁੰਡਾ ਖੜਾ ਹੋ ਗਿਆ। ਉਸ 20 ਸਾਲ ਦੇ ਮੁੰਡੇ ਨੇ ਕਿਹਾ ਕਿ ਮੇਰਾ ਤੇ ਕੋਈ ਤਜਰਬਾ ਹੈ ਹੀ ਨਹੀਂ, ਆ ਜਿਹੜਾ 50 ਸਾਲ ਦਾ ਬੰਦਾ ਹੈ ਇਹਦੇ ਤਜਰਬਾ ਵੀ ਹੈ, ਇਹਦੇ ਕੋਲ ਤਾਕਤ ਵੀ ਹੈ, ਮੇਰੀ ਬਲੀ ਲੈ ਲਓ। ਤੇ ਜਦੋਂ ਉਹ ਮੁੰਡਾ ਬਲੀ ਦੇਣ ਵਾਸਤੇ ਤਿਆਰ ਹੋਇਆ ਤੇ ਕੁਲ ਦੇਵਤਾ ਨੇ ਆਸ਼ੀਰਵਾਦ ਦਿੱਤਾ ਵੀ ਜਿਹਦੇ ਬੱਚੇ ਤੋਂ ਲੈ ਕੇ ਬੁੱਢੇ ਤੱਕ बलिदान देने वास्ते तैयार होण, सारे बलिदान देने वास्ते तैयार होण, ओ राज कदे नहीं लड़ाई हार सकता, उस राजा कदे लड़ाई नहीं हार सकता। साथियों, अज जिहड़ा कईयां दे मनां च वहम है ना कि आ मुंडे दूजे पासे लगे ने, इन्हां दी दूजियां नाल नहीं बनदी, दूजे इन्हां नूं साडे तां शर्त लगी है, पहला बली किहड़ा दिंदा है। साडे जिहड़े बजुर्ग ने, साडे जिहड़े प्रधान ने, वो कहंदे ने असीं बली पहला देंगे, साडे मुंडे कह रहे ने असीं बली पहला देंगे, साडियां भैणां कह रही ने असीं बली पहला देंगे, पर असीं ये लड़ाई किवें हार सकते हैं? असीं ये लड़ाई हारन दा सवाल ही पैदा नहीं, जित के आवांगे, भावें 2024 तक भी लड़नी पई ते लड़ाई कोई नहीं। गल साथियों, ਇਹ ਦੇਸ਼ ਦੀ ਆਜ਼ਾਦੀ ਦੀ ਦੂਜੀ ਲੜਾਈ ਹੈ। ਕਿਤੇ ਤੁਸੀਂ ਇਹ ਨਾ ਸੋਚ ਕੇ ਬਹਿ ਜਾ ਜੇ 100 ਦਿਨ ਹੋ ਗਏ ਤੇ ਹੁਣ ਬੜੇ ਖਰੇ ਕੀ ਹੋ ਗਿਆ ਤੇ ਹੁਣ ਅਜੇ ਕੁਝ ਹੋਇਆ ਨਹੀਂ। ਸਾਥੀਓ, ਲੜਾਈ ਵਰਲਡ ਲੈਵਲ ਦੀ ਹੈ, ਜੇ ਹਿੰਦੁਸਤਾਨ ਲੈਵਲ ਦੀ ਹੈ, ਵਰਲਡ ਲੈਵਲ ਦੀ ਲੜਾਈ ਹੈ। ਇਹ ਤੁਹਾਡਾ ਅੰਦੋਲਨ ਜੇ ਤੁਸੀਂ ਜਿੱਤ ਗਏ ਨਾ, ਕੱਲ ਨੂੰ ਪਾਕਿਸਤਾਨ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ, ਕਈ ਦੇਸ਼ਾਂ ਦੇ ਵਿੱਚ ਅੰਦੋਲਨ ਹੋਣੇ ਨੇ। ਕਿਉਂ? ਕਿਉਂਕਿ ਅਮਰੀਕਾ ਵਰਗੇ ਦੇਸ਼, ਉਹ ਦੇਸ਼ ਜਿਹੜੇ ਸਮਰਿੱਧ ਨੇ, ਉਹ ਦੇਸ਼ ਜਿਹੜਾ ਚ ਜ਼ਮੀਨਾਂ ਜ਼ਿਆਦਾ ਹੈ, ਆਬਾਦੀ ਘੱਟ ਹੈ, ਉਹ ਦੇਸ਼ ਆਪਣੀ ਮਾਰਕੀਟ ਲੱਭਦੇ ਨੇ ਤੇ ਉਹਦੇ ਥੱਲੇ ਜਿਹੜਾ WTO ਦੇ ਤਹਿਤ ਜਿਹੜੇ ਸਮਝੌਤੇ ਹੋਏ ਨੇ, ਉਹਨਾਂ ਸਮਝੌਤਿਆਂ ਦੇ ਅੰਦਰ ਜਿਹਦੇ 'ਚ ਹਿੰਦੁਸਤਾਨ ਦੀ ਸਰਕਾਰ ਦਬਾਅ ਵਿੱਚ ਆ ਕੇ ਸਮਝੌਤਾ ਕਰ ਲਿਆ, ਉਹਦੇ 'ਚ ਪਹਿਲੀ ਲਾਈਨ ਲਿਖੀ ਗਈ ਹੈ ਕਿ ਕਿਸੇ ਦੇਸ਼ ਦੀ ਸਰਕਾਰ ਵਰਲਡ ਮਾਰਕੀਟ ਤੋਂ ਜ਼ਿਆਦਾ ਰੇਟ ਆਪਣੇ ਕਿਸਾਨ ਨੂੰ ਨਹੀਂ ਦੇ ਸਕਦੀ। ਹਰਿਆਣਾ ਪੰਜਾਬ ਦੇ ਵਿੱਚ ਰੇਟ MSP बंद करने वास्ते शांता कुमार कमेटी रिपोर्ट दे चुकी है कि हरियाणा पंजाब चो खरीद बंद कर दी जाए। साथियों, जो वर्ल्ड मार्केट का रेट मिलता है, इस साल का कणक का रेट 1600 रुपये है, ये पिछले साल 1500 रुपये सी खुले बाजार दे विच। जीरी का रेट 1100 रुपये है, मक्के का रेट 1100 रुपये है।
ਤੇ ਇਸ ਰੇਟ ਤੇ ਸਾਨੂੰ ਪੈਦਾ ਕਰਨਾ ਪੜਤਾ ਨਹੀਂ ਖਾਂਦਾ। ਜੇ ਇਸ ਰੇਟ ਤੇ ਸਾਨੂੰ ਪੈਦਾ ਕਰਨਾ ਪੈ ਗਿਆ ਤੇ ਸਾਨੂੰ ਖੇਤੀ ਛੱਡਣੀ ਪਏਗੀ, ਜ਼ਮੀਨਾਂ ਵੇਚਣੀਆਂ ਪੈਣਗੀਆਂ। ਅਗਲੀ ਜਿਹੜੀ ਪਾਲਿਸੀ ਹੈ ਉਹ ਹਜ਼ਾਰਾਂ ਏਕੜ ਦੇ ਪਲਾਟ ਬਣਨਗੇ, ਖੇਤੀ ਕੰਪਨੀਆਂ ਨੇ ਕਰਨੀ। ਇਹ ਸਾਡੇ ਰੋਜ਼ਗਾਰ ਦਾ ਸਵਾਲ ਹੈ ਸਾਥੀਓ। ਲੜਾਈ ਲੰਬੀ ਲੜਨੀ ਪਏਗੀ, ਮਜ਼ਬੂਤ ਲੜਨੀ ਪਏਗੀ। ਕੁਰਬਾਨੀਆਂ ਹੋਣਗੀਆਂ, ਇਹਦੇ 'ਚ ਕੁਰਬਾਨੀਆਂ ਹੋਣਗੀਆਂ। 250 ਕੁਰਬਾਨੀਆਂ 300 ਕੁਰਬਾਨੀਆਂ ਹੋ ਚੁੱਕੀਆਂ ਨੇ, ਹੋਰ ਅਜੇ ਪਤਾ ਨਹੀਂ ਕਿੰਨੀਆਂ ਹੋਣਗੀਆਂ। ਪਰ ਇਸ ਲੜਾਈ ਨੂੰ ਸਿਰੇ ਲਾਉਣ ਵਾਸਤੇ ਸਾਨੂੰ ਟਿਕ ਕੇ ਬਹਿਣਾ ਪਏਗਾ। ਸਾਥੀਓ, ਜਿਵੇਂ ਉਹ ਘੁੱਗੀ ਬਾਈ ਕਹਿ ਰਿਹਾ ਸੀ ਨਾ ਕਿ ਪੁਲ ਬਣਾਇਆ ਸੀ, ਫਿਰ ਉਹ ਤੇ ਟੈਕਸ ਲਾਇਆ, ਫਿਰ ਉਹ ਤੇ ਛਿੱਤਰ ਮਾਰਨ ਲੱਗੇ। ਸਾਥੀਓ, ਆਪਾਂ ਇਹ ਉਹੀ ਮੋਦੀ ਹੈ, ਆਪਾਂ ਇਹਦਾ ਉਹ ਪੁਲ ਤੋੜਨਾ ਹੈ। ਸਤਿ ਸ੍ਰੀ ਅਕਾਲ। ਇਹ ਜੇ ਸ਼ੁਰੂ ਚ ਸਮਝੌਤਾ ਕਰ ਲੈਂਦਾ, ਸ਼ੁਰੂ ਚ ਗੱਲ ਮੰਨ ਜਾਂਦਾ ਤੇ ਠੀਕ ਸੀ। ਅੱਜ ਪੂਰੇ ਦੇਸ਼ ਦੇ ਵਿੱਚ ਗੱਲ ਫੈਲ ਰਹੀ ਹੈ। ਪੱਛਮੀ ਬੰਗਾਲ ਚ ਵੀ ਜਾ ਰਹੇ ਆ 11 ਤਰੀਕ ਨੂੰ, 12 13 14 15 ਉੱਥੇ ਹੀ ਰਹਾਂਗੇ। ਕਈ ਲੀਡਰ ਜਾ ਰਹੇ ਨੇ, ਉੱਥੇ ਵੀ ਜਾ ਕੇ ਲੋਕਾਂ ਨੂੰ ਬੇਨਤੀ ਕਰਾਂਗੇ ਹੁਣ ਇਹਦਾ ਲਗਾਮ ਤੁਹਾਡੇ ਹੱਥ 'ਚ ਹੈ। ਸਾਥੀਓ, ਸਾਡੀ ਲੜਾਈ ਜਿਹੜੀ ਮੋਰਚੇ ਤੇ ਚੱਲ ਰਹੀ ਹੈ ਉਹ ਚੱਲੇਗੀ। ਹੋ ਸਕਦਾ ਉਹਦੇ 'ਚ ਵੀ ਕੋਈ ਬਦਲਾਵ ਹੋਵੇ। 9 ਤਰੀਕ ਨੂੰ ਮੀਟਿੰਗ ਹੈ, ਕੋਈ ਹੋਰ ਉਹਦਾ ਰੂਪ ਬਦਲੀਏ, ਕਿਸੇ ਹੋਰ ਤਰ੍ਹਾਂ ਦੀ ਲੜਨ ਦੀ ਪਲਾਨ ਬਣਾਈਏ, ਹੋ ਸਕਦਾ ਹੈ। ਪਰ ਜਿਹੜੇ ਤੁਸੀਂ ਪਿੰਡਾਂ 'ਚ ਬੈਠੇ ਹੋ, ਤੁਹਾਡੇ ਵਾਸਤੇ ਵੀ ਬਹੁਤ ਕੁਝ ਹੈ। ਤੁਸੀਂ ਘਰ ਬੈਠੇ ਵੀ ਲੜਾਈ ਲੜ ਸਕਦੇ ਹੋ, ਘਰ ਬੈਠੇ ਲੜਾਈ ਲੜ ਸਕਦੇ ਹੋ। ਬਈ ਜਿਵੇਂ ਹਰਿਆਣੇ 'ਚ ਅਸੀਂ ਅਲਾਉਸ ਕਰਤਾ, ਬਈ ਪੁਲਿਸ ਨਾਲ ਅਸੀਂ ਕੋਈ ਨਹੀਂ ਟਕਰਾਣਾ, ਪੁਲਿਸ ਨਾਲ ਪੰਗਾ ਨਹੀਂ ਲੈਣਾ, ਪੁਲਿਸ ਨਾਲ ਹੱਥੋਂ ਪਾਈ ਨਹੀਂ ਹੋਣਾ, ਅਫਸਰ ਨਾਲ ਝਗੜਾ ਨਹੀਂ ਕਰਨਾ। ਪਰ ਜੇ ਇਹ ਬੀਜੇਪੀ ਦੇ ਨੇਤਾ ਸਾਡੇ ਪਿੰਡ 'ਚ ਲੱਭ ਜਾਣ ਨਾ ਕਿਤੇ, ਇਹ ਕਿਤੇ ਰੈਲੀ ਪ੍ਰਦਰਸ਼ਨ ਕਰਨ ਨਾ, ਇਹਨਾਂ ਦੀ ਤਸੱਲੀ ਕਰਕੇ ਭੇਜੋ। ਆ ਖੱਟਰ ਆਇਆ ਸੀ ਨਾ ਹੈਲੀਕਾਪਟਰ ਲੈ ਕੇ, ਮੋਦੀ ਨੇ ਕਿਹਾ 700 ਰੈਲੀਆਂ ਕਰਾਂਗੇ, 700 ਕਿਸਾਨ ਪੰਚਾਇਤਾਂ ਕਰਾਂਗੇ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਵਾਸਤੇ। 700 ਪੂਰੇ ਦੇਸ਼। ਪਹਿਲੀ ਰੈਲੀ ਕੀਤੀ ਖੱਟਰ ਨੇ, ਉਹ ਚਮਚਾਗਰੀ ਬੜੀ ਕਰਦਾ ਹੈ। ਪਹਿਲੀ ਰੈਲੀ ਉਹਨੇ ਰੱਖੀ, ਅਸੀਂ ਮੈਸੇਜ ਭੇਜਿਆ ਖੱਟਰ ਸਾਹਿਬ ਰੈਲੀ ਨਾ ਕਰੋ, ਲੋਕਾਂ 'ਚ ਗੁੱਸਾ ਬੜਾ, ਸਾਡੇ ਜਲੇ ਤੇ ਨਮਕ ਨਾ ਛਿੜਕੋ। ਕਹਿੰਦਾ ਨਹੀਂ ਰੈਲੀ ਕਰਾਂਗਾ। ਦੁਬਾਰੇ ਫਿਰ ਮੈਸੇਜ ਭੇਜਿਆ, ਸਾਡੇ ਜ਼ਖਮਾਂ ਤੇ ਨੂਨ ਨਾ ਛਿੜਕੋ, ਜਾਣ ਦਿਓ, ਰੈਲੀ ਨਾ ਕਰੋ। ਕਹਿੰਦਾ ਨਹੀਂ ਕਰਾਂਗਾ। ਅਸੀਂ ਕਿਹਾ ਪਰ ਤਕੜੇ ਹੋ ਗਏ, ਜੋ ਹੋਏਗਾ ਦੇਖੀ ਜਾਏਗੀ। ਤੇ ਜਦੋਂ ਹੈਲੀਕਾਪਟਰ ਲੈ ਕੇ ਥੱਲੇ ਲੱਗਿਆ ਨਾ ਉਤਰਨ, ਤੇ ਲੋਕ ਵੜ ਗਏ ਥੱਲੇ ਵੀ ਸਾਡੇ ਉੱਤੇ ਹੀ ਤਾਰ। ਫਿਰ ਹੁਣ ਤੇ ਵਾਪਸ ਲੈ ਗਿਆ ਡਾ ਕੇ, ਤੇ ਜਾ ਕੇ ਐਲਾਨ ਕਰਤਾ ਕਿ ਹੁਣ ਨਹੀਂ ਅਸੀਂ ਹਰਿਆਣੇ 'ਚ ਰੈਲੀ ਕਰਾਂਗੇ। ਦੁਸ਼ਯੰਤ ਆਇਆ ਰੈਲੀ ਕਰਨ ਵਾਸਤੇ, ਉਹਦਾ ਹੈਲੀਪੈਡ ਪੱਟਦਾ ਉਹਦੀ ਕੌਂਸਟੀਚੁਐਂਸੀ 'ਚ। ਤੇ ਸਾਥੀਓ, ਅੱਜ ਦਾ ਪ੍ਰੋਗਰਾਮ ਵੀ ਹੈ ਸੀ ਹਰਿਆਣਾ ਦੇ ਪ੍ਰਧਾਨ ਦਾ ਧਨਖੜ ਦਾ, ਯਮੁਨਾ ਨਗਰ ਦੇ ਵਿੱਚ। ਜਿਵੇਂ ਦਿੱਲੀ 'ਚ ਬਾਰਡਰ ਸੀਲ ਕੀਤਾ ਨਾ ਇਹਨਾਂ ਨੇ, ਇਸ ਤਰ੍ਹਾਂ ਯਮੁਨਾ ਨਗਰ ਦੇ ਸਾਰੇ ਬਾਰਡਰ ਸੀਲ ਕਰਤੇ ਸੀ ਕੱਲ। ਹਰ ਜਗ੍ਹਾ ਬੈਰੀਕੇਡ ਲਾ ਕੇ, ਪੱਕੇ ਬੈਰੀਕੇਡ ਥੱਲੇ ਪਿੱਲਰ ਕੱਢ ਕੇ ਕੱਲ ਬੈਰੀਕੇਡ ਲਾਤੇ ਉਹਨਾਂ ਨੇ। ਰਾਤ ਤੱਕ ਕਸ਼ਮਕਸ਼ ਚੱਲਦੀ ਰਹੀ। ਅਸੀਂ ਕਿਹਾ ਵੀ ਜਾਗੇ ਜ਼ਰੂਰ, ਅਸੀਂ ਅੱਧੀ ਰਾਤ ਨੂੰ ਜਾ ਕੇ ਅੰਦਰ ਵੜਾਂਗੇ ਯਮੁਨਾ ਨਗਰ ਦੇ ਵਿੱਚ, ਅੱਧੀ ਰਾਤ ਨੂੰ ਜਾ ਕੇ ਵੜਾਂਗੇ। ਅਸੀਂ ਪਲਾਨ ਬਣਾ ਲਿਆ, ਤੁਹਾਡੇ ਸਾਰੇ ਬੈਰੀਕੇਡ ਵੀ ਤੋੜਾਂਗੇ, ਉਹ ਬਾਅਦ ਚ ਦੀ ਗੱਲ ਹੈ, ਉਹ ਤੇ ਕੱਲ ਨੂੰ ਤੋੜਾਂਗੇ। ਪਰ ਰਾਤ ਨੂੰ ਜਾ ਕੇ ਯਮੁਨਾ ਨਗਰ ਅੰਦਰ ਜਿੱਥੇ ਤੁਸੀਂ ਪ੍ਰੋਗਰਾਮ ਕਰਨਾ ਉੱਥੇ ਸਾਡੇ ਬੰਦੇ ਬਹਿਣਗੇ ਜਾ ਕੇ। ਰਾਤ 10 ਵਜੇ ਕੈਂਸਲ ਕਰਤਾ। ਸਾਥੀਓ, ਇਹਨਾਂ ਨਾਲ ਥੋੜਾ ਜਿਹਾ ਕੈੜਾ ਹੋਣਾ ਪਏਗਾ। ਨਿਰੀ ਸ਼ਰਾਫਤ ਵੀ ਨਹੀਂ ਕੰਮ ਦਿੰਦੀ।
ਜਿੱਥੋਂ ਤੱਕ ਸ਼ਰਾਫਤ ਚੱਲਦੀ ਹੈ ਚਲਾਣੀ ਚਾਹੀਦੀ ਹੈ, ਪਰ ਇੰਨੀ ਵੀ ਸ਼ਰਾਫਤ ਕੰਮ ਨਹੀਂ ਦਿੰਦੀ ਵੀ ਅਸੀਂ ਬਿਲਕੁਲ ਭੇਡਾਂ ਬਣ ਜਾਈਏ। ਮਹਾਤਮਾ ਗਾਂਧੀ ਨੇ ਵੀ ਲੜਾਈਆਂ ਲੜੀਆਂ। ਮਹਾਤਮਾ ਗਾਂਧੀ ਸ਼ਾਂਤੀ ਦਾ ਪੁਜਾਰੀ ਸੀ, ਪਰ ਸ਼ਾਂਤੀ ਦਾ ਮਤਲਬ ਇਹ ਨਹੀਂ ਅਸੀਂ ਕੁਛ ਨਾ ਕਰੀਏ। ਸ਼ਾਂਤੀ ਦਾ ਮਤਲਬ ਇਹ ਹੁੰਦਾ ਹੈ ਅਸੀਂ ਨਹੀਂ ਮਾਰਾਂਗੇ, ਅਸੀਂ ਨਹੀਂ ਮਾਰਾਂਗੇ, ਉਹ ਮਾਰਦੇ ਨੇ ਤੇ ਮਾਰਨ। ਅਸੀਂ ਇਹ ਨਹੀਂ ਵੀ ਅਸੀਂ ਇੰਨਾ ਕਰੀਏ ਵੀ ਉਹਨਾਂ ਨੂੰ ਵੀ ਨਾ ਮਾਰਨਾ ਪਏ, ਫਿਰ ਕੌਣ ਮੰਨੇਗਾ? ਫਿਰ ਨਹੀਂ ਕੋਈ ਮੰਨਦਾ ਮੁੰਦਾ। ਬਈ ਇਹਨਾਂ ਨੇ ਕਹਿ ਤਾਂ ਦਿੱਲੀ 'ਚ ਅਸੀਂ ਨਹੀਂ ਵੜਨ ਦੇਣਾ, ਬਈ ਦਿੱਲੀ ਤੇ ਕੱਲ ਨੂੰ ਇਹ ਵੀ ਕਹਿਣਗੇ ਅਸੀਂ ਤੁਹਾਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦੇਣਾ, ਇਹ ਤੇ ਕੱਲ ਨੂੰ ਇਹ ਵੀ ਕਹਿਣਗੇ ਅਸੀਂ ਤੁਹਾਨੂੰ ਪਿੰਡ ਤੋਂ ਬਾਹਰ ਨਹੀਂ ਨਿਕਲਣ ਦੇਣਾ। ਫਿਰ ਇਹਦੇ ਕੁਝ ਬਥੇਰੀ ਫੌਜ ਇਹਨਾਂ ਕੋਲ, ਬਥੇਰੀ ਇਹਨਾਂ ਕੋਲ ਪੁਲਿਸ ਹੈ, ਫਿਰ ਅਸੀਂ ਕੀ ਕਰੀਏ? ਕਿ ਅਸੀਂ ਜਿਵੇਂ ਕਿਹਾ ਸੀ ਨਾ ਬਈ ਤੁਸੀਂ ਰੋਕ ਕੇ ਦਿਖਾਓ ਫਿਰ ਦਿੱਲੀ ਆਵਾਂਗੇ। ਹਾਂਜੀ, ਤੇ ਜਦੋਂ ਬੈਰੀਕੇਡ ਤੋੜਦੇ ਤੋੜਦੇ ਸੋਨੀਪਤ ਪਹੁੰਚ ਗਏ ਨਾ, ਜੀ ਡੰਡੇ ਤੇ ਬਥੇਰੇ ਮਾਰੇ ਇਹਨਾਂ ਨੇ, ਪਾਣੀ ਦੀ ਫੁਹਾਰਾਂ ਹੀ ਬਥੇਰੀ ਮਾਰੀਆਂ, ਮੁਕੱਦਮੇ ਬਥੇਰੇ ਬਣਾਏ, 30-35 ਮੁਕੱਦਮੇ 307 ਦੇ ਦਰਜ ਕਰ ਚੁੱਕੇ ਨੇ ਹਰਿਆਣੇ 'ਚ, ਕਿਉਂਕਿ ਹਰਿਆਣੇ ਦੇ ਬੀਜੇਪੀ ਦੀ ਸਰਕਾਰ ਹੈ, ਪੰਜਾਬ ਤੇ ਥੋੜਾ ਜਿਹਾ ਢਿੱਲ ਵਰਤਦੇ ਨੇ। ਮੈਡਮ ਰੇਂਜ ਨਹੀਂ ਆ ਰਹੀ ਕਿਆ? ਹਰਿਆਣੇ ਤੇ ਡੰਡਾ ਲੈ ਕੇ ਪਿੱਛੇ ਪਈ ਨੇ ਨਾ ਸਾਡੇ, ਕੁਛ ਨਹੀਂ ਨਾਰਮਲ ਹੀ ਹੈ। ਤੇ ਜਦੋਂ ਸੋਨੀਪਤ ਪਹੁੰਚ ਗਏ ਨਾ ਤੇ ਦਿੱਲੀ ਵਾਲਾ ਦਾ ਫੋਨ ਆਇਆ, ਕਹਿੰਦੇ ਜੀ ਦੱਸੋ ਤੁਹਾਡੀ ਕ੍ਰਿਸ਼ੀ ਮੰਤਰੀ ਨਾਲ ਗੱਲ ਕਰਾ ਦਈਏ। ਮੈਂ ਕਿਹਾ ਗੱਲ ਇਸ ਤਰ੍ਹਾਂ ਹੁੰਦੀ ਹੈ? ਕਹਿੰਦਾ ਨਹੀਂ ਜੀ ਪਹਿਲਾਂ ਤੁਸੀਂ ਦਿੱਲੀ 'ਚ ਆ ਜਾਓ, ਆ ਤੇ ਗਰਾਊਂਡ 'ਚ ਬੈਠੋ, ਅਸੀਂ ਤੁਹਾਨੂੰ ਗਰਾਊਂਡ ਦਿੰਨੇ ਆ। ਅਸੀਂ ਕਿਹਾ ਹੁਣ ਗਰਾਊਂਡ 'ਚ ਨਹੀਂ ਬੈਠੇ, ਹੁਣ ਇੱਥੇ ਸੜਕ ਤੇ ਹੀ ਬੈਠਾਂਗੇ। ਤੇ ਸੜਕ ਤੇ ਬੈਠੇ ਆ, 5-6 ਰੋਡ ਰੋਕਣਾ ਦਿੱਲੀ ਤੇ ਛੋਟੀ ਗੱਲ ਨਹੀਂ। ਜਿਹੜੇ ਰੋਡ ਤੇ ਇੱਧਰ ਤੋਂ ਉੱਧਰ ਕ੍ਰਾਸ ਕਰਨਾ ਔਖਾ ਹੁੰਦਾ ਸੀ, ਉਹ ਰੋਡਾਂ ਤੇ ਸ਼ੈੱਡ ਪਾਤੇ ਨੇ ਲੋਕਾਂ ਨੇ, ਛੋਟੀ ਗੱਲ ਨਹੀਂ ਹੈ ਸਾਥੀਓ। ਮੈਂ ਆਪਣੀ ਗੱਲ ਬਹੁਤ ਜ਼ਿਆਦਾ ਲੰਬੀ ਨਹੀਂ ਕਰਾਂਗਾ, ਤੁਸੀਂ ਬਥੇਰੇ ਜਾਗਰੀ ਤੋਂ ਪਹਿਲਾਂ ਤਾਂ ਕੋਈ ਦੱਸਣ ਦੀ ਲੋੜ ਨਹੀਂ ਹੈ, ਪਰ ਇੰਨੀ ਕੁ ਗੱਲ ਜ਼ਰੂਰ ਹੈ ਵੀ ਇਹ ਦੇਸ਼ ਅੰਬਾਨੀ ਅਡਾਨੀ ਦੇ ਪਿਓ ਦਾ ਕੋਈ ਨਹੀਂ, ਇਹ ਦੇਸ਼ ਹੈ ਤੁਹਾਡਾ। ਇਹ ਦੇਸ਼ ਨੂੰ ਆਜ਼ਾਦ ਕਰਾਇਆ ਤੁਸੀਂ, ਕਿਸੇ ਪੂੰਜੀਪਤੀ ਦਾ ਇੱਕ ਵੀ ਬੇਟਾ ਸ਼ਹੀਦ ਨਹੀਂ ਹੋਇਆ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਦੇਸ਼ ਨੂੰ ਆਜ਼ਾਦ ਰੱਖਣ ਵਾਸਤੇ ਸੀਮਾ ਤੇ ਲੜਦੇ ਹੋ ਤੁਸੀਂ। ਸਾਡੇ ਬੱਚਿਆਂ ਦੀ ਲਾਸ਼ਾਂ ਹੁੰਦੀਆਂ ਨੇ ਤਿਰੰਗੇ 'ਚ ਲਿਪਟ ਕੇ, ਕੋਈ ਇੱਕ ਵੀ ਪੂੰਜੀਪਤੀ ਦਾ ਬੇਟਾ ਕਿਤੇ ਸੀਮਾ ਤੇ ਮਰਿਆ ਹੋਵੇ ਦੱਸ ਦਿਓ। ਕਿਸੇ ਇੱਕ ਵੀ ਪੂੰਜੀਪਤੀ ਦਾ ਬੇਟਾ 20,000 50,000 ਕਰੋੜ ਦੇ ਕਰਜ਼ੇ ਦੇ ਵਿੱਚ ਕਿਸੇ ਨੇ ਫਾਂਸੀ ਖਾਈ ਹੋਵੇ ਦੱਸ ਦਿਓ। ਸਾਡੇ ਪਿਛਲੇ 20 ਸਾਲਾਂ 'ਚ 3.5 ਲੱਖ ਤੋਂ 4 ਲੱਖ ਕਿਸਾਨ ਫਾਂਸੀ ਖਾ ਗਏ ਨੇ ਜਾਂ ਜ਼ਹਿਰ ਖਾ ਗਏ ਨੇ, ਕਰਜ਼ੇ ਦੇ ਤੰਗ ਕੀਤੇ ਹੋਏ। 2 ਤਰ੍ਹਾਂ ਦੇ ਕਾਨੂੰਨ ਕਿਉਂ? ਕਿਹਦਾ ਦੇਸ਼ ਹੈ? ਜਿੰਨਾ ਤੁਹਾਡੇ ਤੇ ਕਰਜ਼ਾ ਹੈ ਨਾ, ਇਸ ਤੋਂ 2 ਗੁਣਾ ਕਰਜ਼ਾ ਤੇ ਬੈਂਕਾਂ ਦਾ ਮਾਰ ਲਿਆ ਉਹਨਾਂ ਨੇ, ਪੂੰਜੀਪਤੀਆਂ ਨੇ। ਹਰ ਸਾਲ ਲੱਖਾਂ ਕਰੋੜ ਮਾਫ ਵੀ ਹੁੰਦਾ ਹੈ। ਤੇ ਇੰਨੀ ਸ਼ਰਾਫਤ ਨਾਲ ਕੋਈ ਨਹੀਂ, ਜੇ ਕੰਮ ਚੱਲਣਾ ਥੋੜਾ ਜਿਹਾ ਕਿਹੜਾ ਤੇ ਹੋਣਾ ਪਏਗਾ। ਤੇ ਸਾਥੀਓ ਮੈਂ ਤੁਹਾਨੂੰ 2-3 ਗੱਲਾਂ ਬਸ ਇੰਨੀ ਕੁ ਕਹਾਂਗਾ ਵੀ ਆਪਾਂ ਘਰ ਬੈਠੇ ਵੀ ਲੜਾਈ ਲੜ ਸਕਦੇ ਆ। ਜਿਹੜਾ ਇਸ ਧਰਮ ਦੇ ਯੁੱਧ ਦੇ ਵਿੱਚ, ਇਹ ਧਰਮ ਯੁੱਧ ਹੈ, ਪੈਦਾ ਜਿਹੜਾ ਫਸਲ ਪੈਦਾ ਕਰਨੇ ਵਾਲੇ ਨੇ ਉਹਨਾਂ ਦਾ ਤੇ ਹੈ ਹੀ, ਉਹਨਾਂ ਨੇ ਤਾਂ ਲੜਾਈ ਸ਼ੁਰੂ ਕੀਤੀ ਹੈ, ਪਰ ਜਿਹੜੇ ਮੁੱਲ ਲੈ ਕੇ ਖਾਂਦੇ ਨੇ ਨਾ, ਅਸੀਂ ਅਸਲੀ ਉਹਨਾਂ ਨੂੰ ਨਿਚੋੜ ਦੇਣਾ ਇਹਨਾਂ ਨੇ। ਪੂੰਜੀਪਤੀਆਂ ਨੇ, ਬਾਣੀ ਡਾਣੀ ਵਰਗਿਆਂ ਨੇ, ਉਹਨਾਂ ਨੂੰ ਬਲੈਕਸ ਦੇਣਾ ਸਾਰਾ। ਉਹਨਾਂ ਦੀ ਵੀ ਲੜਾਈ ਉਹਨਾਂ ਨਾਲ ਲੜਾਓ। ਤੇ ਜਿਹੜਾ ਇਸ ਧਰਮ ਯੁੱਧ ਦੇ ਵਿੱਚ ਸਾਥ ਨਾ ਦੇ, ਉਹ ਭਾਵੇਂ ਕਿਸੇ ਪਾਰਟੀ ਦਾ ਹੈ, ਭਾਵੇਂ ਸਾਡੇ ਪਿੰਡ ਦਾ ਹੈ, ਜਿਹੜਾ ਇਸ ਧਰਮ ਯੁੱਧ ਦੇ ਵਿੱਚ ਸਾਡਾ ਸਾਥ ਨਹੀਂ ਦਿੰਦਾ, ਕੱਲ ਨੂੰ ਉਹ ਇਲੈਕਸ਼ਨ ਦੇ ਵਿੱਚ ਖੜਦਾ ਹੈ, ਭਾਵੇਂ ਪੰਚੀ ਦਾ ਇਲੈਕਸ਼ਨ ਹੈ, ਸਰਪੰਚੀ ਦਾ ਹੈ, ਜ਼ਿਲ੍ਹਾ ਪਰਿਸ਼ਦ ਦਾ, MP ਦਾ ਹੈ, ਬਈ ਉਹਨੂੰ ਵੋਟ ਨਾ ਦਿਆ ਜੇ, ਬਾਕੀ ਕਿਸੇ ਨੂੰ ਦੇ ਦਿਆ ਜੇ। ਅੰਬਾਨੀ ਦਾ, ਅਡਾਨੀ ਦਾ, ਤੇ ਇੱਕ ਹੋਰ ਆ ਜਿਹੜਾ ਗੁਰੂ ਆ ਮੋਦੀ ਦਾ, ਉਹ ਬਾਬਾ ਰਾਮਦੇਵ, ਹਾਂ ਲਾਲਾ ਰਾਮਦੇਵ ਹੋ ਗਿਆ ਹੁਣ। ਬਈ ਇਹ ਲਾਲਾ ਰਾਮਦੇਵ ਦਾ, ਅੰਬਾਨੀ ਦਾ, ਅਡਾਨੀ ਦਾ, ਇਹਨਾਂ ਦੇ ਸਮਾਨ ਦਾ ਬਹਿਸ਼ਕਾਰ ਕਰ ਦਿਓ, ਜਿਹਦਾ ਮਰਜ਼ੀ ਖਰੀਦੋ, ਬਾਕੀ ਇਹਨਾਂ ਦੇ ਸਮਾਨ ਦਾ ਬਹਿਸ਼ਕਾਰ ਕਰ ਦਿਓ। ਸਾਰਾ ਨਕਲੀ ਆ ਰਿਹਾ ਬਾਬੇ ਦਾ ਘਿਓ, ਜਿਹੜਾ ਉਹ ਕਹਿੰਦੇ ਨਾ ਗਾਏਗਾ ਦੇਸੀ ਘੀ, ਕਹਿੰਦਾ ਮੈਂ ਇਹ ਕਦੋਂ ਲਿਖਿਆ ਦੇਸੀ ਗਾਏਗਾ ਘੀ? ਆਪਣਾ ਮੂਰਖ ਬਣ ਕੇ ਆਪਾਂ ਖਰੀਦੀ ਜਾਂਦੇ ਆ।
ਤੇ ਇਹਨਾਂ ਦਾ ਬਹਿਸ਼ਕਾਰ ਕਰ ਦਿਓ। ਤੇ ਸਾਥੀਓ, ਇੱਕ ਮੈਂ ਬੇਨਤੀ ਹੋਰ ਕਰਾਂਗਾ, ਅਸੀਂ ਜਾਤਾਂ ਦੇ ਵਿੱਚ ਤੇ ਅਸੀਂ ਧਰਮਾਂ ਦੇ ਵਿੱਚ ਬੜੇ ਵੰਡ ਗਏ। ਹਾਲਾਂਕਿ ਜਿਹੜਾ ਸਿੱਖ ਧਰਮ ਹੈ ਉਹਦੇ 'ਚ ਇਹ ਭਾਵਨਾ ਨਹੀਂ ਹੈ, ਉਹਦੇ ਮਾਨਵ ਕੀ ਜਾਤ ਸਭ ਇੱਕ ਹੈ ਪਹਿਚਾਣੀ ਵੋ। ਪਰ ਸਾਨੂੰ ਥੋੜਾ ਜਿਹਾ ਸਾਨੂੰ ਹੋਰ ਇਸ ਤੋਂ ਅੱਗੇ ਇਹ ਵਧਣਾ ਪਏਗਾ ਵੀ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਦਲਿਤ ਬਰਾਦਰੀ ਹੈ, ਅਸੀਂ ਉਹਨਾਂ ਨੂੰ ਨਾਲ ਜ਼ਰੂਰ ਲੈਣਾ। ਫਿਰ ਅਸੀਂ ਇੱਕ ਤੇ ਇੱਕ 11 ਹੋ ਜਾਵਾਂਗੇ। ਸਾਰੇ ਉਹਨਾਂ ਦੇ ਪਿੰਡਾਂ 'ਚ ਆਪੋ ਆਪਣੇ ਪਿੰਡਾਂ 'ਚ ਉਹਨਾਂ ਦੀ ਉਹ ਬਰਾਦਰੀਆਂ ਦੀਆਂ ਪੰਚਾਇਤਾਂ ਕਰੋ, ਉਹ ਲੱਗਣ ਵਾਸਤੇ ਤਿਆਰ ਨੇ, ਉਹਨਾਂ ਨੂੰ ਵੀ ਨਾਲ ਲਾਓ। ਤੇ ਉਹਦੇ ਵਾਸਤੇ ਇੱਕ ਹੋਰ ਅਸੀਂ ਬੇਨਤੀ ਕੀਤੀ ਹੈ। ਸਾਡੇ 2 ਲੀਡਰ ਹੋਏ ਨੇ, ਇੱਕ ਲੀਡਰ ਹੋਇਆ ਸਰ ਛੋਟੂ ਰਾਮ, ਜਿਹਨੇ ਕਿਸਾਨਾਂ ਨੂੰ ਬਚਾਇਆ ਹੈ, ਬੜੇ ਕਾਨੂੰਨ ਬਣਾਏ ਨੇ ਕਿਸਾਨਾਂ ਵਾਸਤੇ। ਤੇ ਦੂਜਾ ਲੀਡਰ ਹੋਇਆ ਹੈ ਬਾਬਾ ਅੰਬੇਡਕਰ ਸਾਹਿਬ, ਉਹਨਾਂ ਨੇ ਮਜ਼ਦੂਰਾਂ ਵਾਸਤੇ ਬੜੇ ਕਾਨੂੰਨ ਬਣਵਾਏ। ਤੇ ਹਰ ਉੱਚੀ ਜਾਤ ਵਾਲਾ ਕਹਿ ਲਓ, ਸਿੱਖਾਂ 'ਚ ਵੈਸੇ ਜਾਤ ਹੈ ਨਹੀਂ, ਪਰ ਫਿਰ ਵੀ ਸਾਨੂੰ ਥੋੜਾ ਜਿਹਾ ਕਹਿਣਾ ਪਏਗਾ, ਕਈ ਜਗ੍ਹਾ ਵਹਿਮ ਨੇ। ਹਰ ਘਰ ਦੇ ਵਿੱਚ ਅੰਬੇਡਕਰ ਸਾਹਿਬ ਦੀ ਫੋਟੋ ਲਗਾਓ। ਤੇ ਜਿਹੜੇ ਸਾਡੇ ਮਜ਼ਦੂਰ ਭਰਾ ਨੇ, ਜਿਹੜੇ ਸਾਡੇ ਦਲਿਤ ਭਰਾ ਨੇ, ਉਹ ਹਰ ਘਰ ਦੇ ਵਿੱਚ ਸਰ ਛੋਟੂ ਰਾਮ ਦੀ ਫੋਟੋ ਲਾ ਲੈਣ। ਬੀਜੇਪੀ ਦੇ ਕੋਲ ਇੱਕੋ ਹੀ ਮੂਲ ਮੰਤਰ ਹੈ, ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ, ਹਰਿਆਣਾ ਪੰਜਾਬ ਦੇ ਨਾਂ ਤੇ। ਹੁਣ SYL ਦਾ ਛੇੜਤਾ ਸੀ ਨਾ, ਅਸੀਂ ਛਿੱਤਰ ਮਾਰ ਕੇ ਬਿਠਾਇਆ ਉਹਨਾਂ ਨੂੰ। ਤੇ ਸਾਥੀਓ ਬਸ ਇੰਨੀਆਂ ਕੋਈ ਬੇਨਤੀਆਂ ਨੇ ਕਿ ਵੀ ਅਸੀਂ ਜਿਹੜਾ ਹੈ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਲੜਨਾ ਹੈ। ਹਰ ਬੰਦਾ ਆਪਣੇ ਘਰ ਬੈਠਿਆ ਵੀ ਲੜ ਸਕਦਾ ਹੈ, ਮੈਦਾਨ 'ਚ ਜਾ ਕੇ ਵੀ ਲੜ ਸਕਦਾ ਹੈ। ਤੇ ਮੈਂ ਬੇਨਤੀ ਕਰਾਂ ਕਿ ਰੋਟੇਸ਼ਨ ਆਪਾਂ ਬਣਾ ਲਈਏ ਕਿ ਹਾੜੀ ਦਾ ਟਾਈਮ ਆ ਗਿਆ, ਜਿਹੜੇ ਪਿੱਛੇ ਕੰਮ ਕਰਨ ਵਾਲਾ ਹੁੰਦਾ ਉਹ ਬਾਕੀ ਪਿੰਡ ਵਾਲੇ ਸਾਰੇ ਮਿਲ ਕੇ ਉਹਦਾ ਕੰਮ ਕਰਨ, ਜਿਹੜਾ ਉੱਥੇ ਬਾਰਡਰ ਤੇ ਪਹਿਰਾ ਦੇ ਰਹੇ ਆ। ਤੇ ਸਾਥੀਓ, ਇੰਨੀ ਕੁ ਗੱਲਾਂ ਕਹਿੰਦਾ ਹੋਇਆ ਮੈਂ ਆਪਣਾ ਸਥਾਨ ਗ੍ਰਹਿਣ ਕਰਾਂਗਾ। ਤੁਸੀਂ ਸਾਨੂੰ ਟਾਈਮ ਦਿੱਤਾ ਆਉਣ ਦਾ, ਸਾਨੂੰ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੋਂ ਦੇ ਆਯੋਜਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਦੋਸਤੋ ਤੇ ਖਾਸ ਕਰਕੇ ਨੌਜਵਾਨ ਵੀਰੋ, ਇਹ ਜਿਹੜਾ ਆਪਾਂ ਅੰਦੋਲਨ ਲੜ ਰਹੇ ਹਾਂ, ਅਗਰ ਤੁਸੀਂ ਇਸ ਅੰਦੋਲਨ ਦੀ ਅਸਲੀਅਤ ਨੂੰ ਜਾਣ ਗਏ, ਇਹਦੀ ਸੱਚਾਈ ਨੂੰ ਸਮਝ ਗਏ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਆਪ ਸਮਝ ਆ ਜਾਣੀ ਹੈ ਕਿ ਅੰਦੋਲਨ ਕਿੱਡਾ ਲੰਮਾ ਹੈ, ਕਿੱਡਾ ਜ਼ਬਰਦਸਤ, ਕਿੱਡਾ ਭਿਆਨਕ, ਤੇ ਕਿੰਨੇ ਠਰਮੇ ਦੇ, ਕਿੱਡੀ ਤਾਕਤ ਦੇ ਨਾਲ ਲੜਨਾ ਪੈਣਾ ਹੈ। ਅਸਲ ਜਾਣਨ ਦੀ ਲੋੜ ਇਸ ਗੱਲ ਨੂੰ ਹੈ। ਆਪਾਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂ ਕਿ ਨੌਜਵਾਨ ਪਿਆਰਿਓ, ਅਗਰ ਕਿਤੇ ਸਾਡੇ ਘਰੇ ਕੋਈ ਚੋਰ ਆਣ ਵੜੇ ਤੇ ਮੁੰਡਾ ਹੋਵੇ ਰੁੱਸਿਆ, ਤੇ ਉਹ ਕਹੇ ਵੀ ਘਰ ਲੁੱਟੀ ਦਾ ਤੇ ਲੁੱਟਾ ਰਿਹਾ, ਮੈਂ ਤਾਂ ਬਾਪੂ ਨਾਲ ਰੁੱਸਿਆ, ਇਹ ਚੰਗੀ ਗੱਲ ਹੈ ਕਿ ਇੱਕ ਵਾਰੀ ਤਕੜੇ ਹੋਵੋ, ਹੰਬਲਾ ਮਾਰੋ, ਬਾਪੂ ਤੁਹਾਡਾ ਹੀ ਆ, ਕਿੱਧਰ ਚੱਲਿਆ, ਤਕੜੇ ਹੋ ਕੇ ਹੰਬਲਾ ਮਾਰੀਏ, ਚੋਰ ਨੂੰ ਭਜਾਈਏ ਪਹਿਲਾਂ। ਅਗਰ ਤਕੜੇ ਹੋ ਕੇ ਆਪਾਂ ਚੋਰ ਨੂੰ ਭਜਾ ਲਗੇ ਤਾਂ ਮੈਂ ਦਾਅਵੇ ਨਾਲ ਗੱਲ ਕਰਦਾ, ਤੁਸੀਂ ਮੈਨੂੰ ਐਂ ਦੱਸਿਓ, ਜੈ ਜਵਾਨ, ਤੁਸੀਂ ਮੈਨੂੰ ਐਂ ਦੱਸਿਓ ਵੀ ਪਿਓ ਤੇ ਪੁੱਤ ਰੁੱਸ ਜਾਣ ਤੇ ਪੁੱਤ ਰੋਟੀ ਨਾ ਖਾਵੇ ਤੇ ਕੰਮ ਕਰਨ ਖੇਤ ਨੂੰ ਚਲਿਆ ਜਾਵੇ, ਇਮਾਨਦਾਰੀ ਨਾਲ ਦੱਸੋ ਵੀ ਕਦੇ ਪਿਓ ਨੂੰ ਫਿਰ ਜਾਕ ਆਉਂਦੀ ਹੈ? ਪਿਓ ਦੇ ਮਨ ਦੇ ਵਿੱਚ ਇਹ ਨਹੀਂ ਆਉਂਦੀ ਗੱਲ ਕਿ ਮੇਰਾ ਬੱਚਾ ਤਾਂ ਰੁੱਸਿਆ ਫਿਰਦਾ ਹੈ। ਮਨਾਵਾਂਗੇ, ਮਨਾਉਣ ਲਈ ਅਸੀਂ ਤੁਹਾਡੇ ਹਾਂ, ਤੁਹਾਡੇ ਨਾਲ ਹਾਂ, ਰੁੱਸਣਾ ਨਹੀਂ। ਗੱਲ ਨੂੰ ਸਮਝਣ ਦੀ ਲੋੜ ਹੈ। ਜਿਹੜੀ ਮੈਂ ਗੱਲ ਦੱਸਣੀ ਚਾਹੁੰਦਾ, ਇਹਨੂੰ ਸੁਣਿਓ ਧਿਆਨ ਨਾਲ, ਤੇ ਤੁਹਾਡੀ ਕਿੰਨੀ ਲੋੜ ਹੈ। ਅਸੀਂ ਤਾਂ ਮਰ ਮੁਰ ਜਾਣਾ, ਅਸੀਂ ਬਾਹਲਾ ਲੰਮਾ ਚਿਰ ਤਾਂ ਰਹਿਣਾ ਨਹੀਂ, ਅਸੀਂ ਤਾਂ ਨੇੜੇ ਉਪੜੇ ਖੜੇ ਹਾਂ। ਲੜਾਈ ਤਾਂ ਇਹ ਤੋਂ ਗਾਹਾਂ ਵਾਲੀ ਤੁਸੀਂ ਲੜਨੀ ਆ। ਲੜਾਈ ਹੈ ਕੀ, ਸਮਝੋ ਲੜਾਈ ਨੂੰ।
ਆ ਵੀਰ ਨੇ ਗੱਲ ਕੀਤੀ ਹੈ, ਬਾਈ ਗੁਰਨਾਮ ਸਿੰਘ ਨੇ WTO ਦੀ ਗੱਲ ਕੀਤੀ ਹੈ ਨਾ ਮਾੜੀ ਜੀ। ਕਾਨੂੰਨਾਂ ਦੇ ਵਿੱਚ ਇੱਕ ਗੱਲ ਆਈ ਸੀ ਵੀ ਇਹਦੇ ਚ ਕਾਲਾ ਕੀ ਹੈ। ਹਕੀਕਤ ਦੇ ਵਿੱਚ ਇਹ ਵੀ ਕਾਨੂੰਨ ਸਾਰਾ ਹੀ ਕਾਲਾ ਹੈ। ਇਹ ਮੇਰੇ ਤੋਂ ਪਹਿਲਾਂ ਦੱਸ ਕੇ ਲੰਮਾ ਮੈਂ ਨਹੀਂ ਬੋਲਣਾ। ਕਾਨੂੰਨ ਸਾਰਾ ਹੀ ਕਾਲਾ ਹੈ। ਕਾਨੂੰਨ ਇੱਕ ਐਸੇ ਢੰਗ ਨਾਲ ਲੈ ਕੇ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਕਿਸੇ ਨੂੰ ਨਾ ਲੱਗ ਸਕੇ ਕਿ ਜ਼ਮੀਨ ਕਿਵੇਂ ਜਾਣੀ ਹੈ। ਐਡੇ ਵਧੀਆ ਢੰਗ ਦੇ ਨਾਲ ਇਹਨੂੰ ਚੋਪੜ ਕੇ ਪਲੋਸ ਕੇ ਲੈ ਕੇ ਆਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ तो हमारे पुआधी वाले बैठे तकरीबन सारे के सारे। वैसे जी मैं कोई समझदार बुलारा नहीं हूँ, बहुत समझदार बुलारे हैं जो अच्छी अच्छी बातें बताएगा। जहाँ कोई गलती सलती हो जा तो उस वास्ते मैनू माफ कर दियो। बाकी सलाम है यहाँ बैठे एक एक मेरे किसान साथी नू, मेरी माया नू, मेरी भैणा नू। अज आपकी ताकत की वजह से मां ने दिल्ली दब रखी आ, आपकी ताकत की वजह से 100 दिन हो गए जी मानू, 100 के ऊपर हो गए। हम वहां बैठे हैं दिल्ली के बॉर्डर पर। 300 के लगभग हमारी किसान साथियों की शहादत हो गई। सरकार ने बहुत दबने की कोशिश करी, कभी केस पेगा, कभी नोटिस देगा, या जिसने हमारा समर्थन कराया उनके ऊपर केस पेगा। सरकार सोच रही है इनू दब लेंगे। अपने दिमाग में बहम कर दे मोदी, तीनों कानून रद्द करा के आवांगे, MSP गारंटी कानून लेकर आवांगे। मार पानी गुलामी होंगी है ना, हम गुलाम बन सका। हम तो अपने खेतों के राजे थे, राजे हैं, राजे रहेंगे। भुल का भी गुजरातियों मुंह ना कर दिया जमीना उड़ी नू, सिस्टम पाड़ देंगे सिस्टम। देश के सेवादार बनाए थे, वोटा पैगा, ठेकेदार बन गए, सारा देश बेच दिया। यूं कहा प्राइवेट करूंगा सारा सौदा, और इन्हें चाह बनाने वाले तने बनाया था हमारा देश। प्राइवेट करेगा तो तेरे पर नहीं चलता हो। यूं कहा निजीकरण करूंगा, आत्मनिर्भर बनाऊंगा। आत्मनिर्भर तो माननीय गांधी बना रहे हो, मानू नहीं बनाता। हमारी जमीन लेगा, हम कहां से आत्मनिर्भर रह जाएंगे। सारे देश का नाश कर दिया। कभी जात पात पर लड़ामाया, कभी अपने धर्म पर लड़ामाया, गुलाम होया था। अज फिर वही कंपनियां आई, अज फिर देश गुलाम होने की कगार पर खड़िया। कल्ले किसानों की लड़ाई नहीं है, हर वर्ग की लड़ाई है। सारा देश मरेगा अगर ये कानून लागू हो गए। तो हम हाथ जोड़कर बेनती कराया, आज हर वर्ग का फर्ज बनाया भी हाँ इसके कह लो खड़ा अपने जोन से अपने किसान भाई, हम थारी लड़ाई लड़ रहे आज। क्या पता हम बच भी जाएंगे किसान, क्योंकि अब तो नमक नू छोड़कर सब कुछ पैदा कर लिया, थारे वाला काम हो जाएगा। पर आज साथ सारे का बना देना। और जे नहीं चलता तेरे पा देश, हम तो कह रहे मोदी नू, मोदी जी अगर आपसे देश नहीं चलता, किसान आ रहे हैं, ना कोई दंगा होगा, ना कोई तकरार होगी, सबके हितों की रक्षा होगी, किसानों की सरकार होगी, किसानों की सरकार होगी। यूथ नू बेनती कराया, यूथ का बहुत बड़ा रोल आ। यूथ करके अज हम इतना बड़ा संघर्ष लड़े। यूथ नू बेनती कराया, पूरे डट का खड़ जो, एक आने वाला फ्यूचर आपका वेट कर रहा है। जब वापस मुड़ गए ना, पीछा अंधकार गुलामी आ, मानो खड़ना पड़ेगा। सोशल मीडिया के राही भी और अपना ग्राउंड पर भी है। कभी देखा हम सोशल मीडिया पर, किसी ने परानु मुंह ठहर के आया, किसी ने परानु मुंह ठहर के आया। पछतावांगे बाद में जे अज किसानी वाले मुद्दे बनाए, फिर पछतावांगे भी क्या हम उस टाइम में सारे इकट्ठे खड़ जाते। हम अज फिर बेनती कर रहे सारे यूथ नू भी डट का खड़ जाओ, सारे डट का किसानी वाले मुद्दे वा संयुक्त मोर्चे का साथ देना आ, संयुक्त मोर्चे नू विश्वास दिलाना आ भी हाँ हम सारे मोटे गल मोटा लेकर खड़े आ। मानू विश्वास अपने आगुआ पा भी मानू जित ते लेकर लियावांगे। इसी बात में संयुक्त मोर्चे का नारा जरूर मारियो, एक संयुक्त मोर्चा जिंदाबाद।
सारे यूथ ਨੂੰ ਬੇਨਤੀ ਕਰਾਂ, ਇੱਕੋ ਮੈਸੇਜ ਦੇ ਆ, या तो हवाओं का रुख मोड़ दो, दिल्ली की तरफ कर लो मुंह, वरना अपने आप को युवा कहना छोड़ दो। बाकी जी थोड़ा आत्महत्या हुई है, कल भी टिकरी बॉर्डर पर हाथ जोड़कर बेनती करा आपके राही भी मैसी सारे जरूर देख लो। हमारा बड़ा दिल टूटा है जब पता लगा वहां से भी हाँ किसी किसान भाई ने आत्महत्या कर ली। अरे इन्हीं चीजों रोकने की लड़ाई लड़ रहे हम सारे के सारे, तो हार नहीं माननी है किसी को भी, पूरे डट का सरकार का सामना करांगे, एक बढ़िया फ्यूचर लेकर आवांगे। बाकी जी देश का तो एक किस्म से नाश हो ही गया। यहाँ से अपना चंडीगढ़ के अंदर एक 6 साल की बच्ची का रेप कराया, सरकार ने मुजरिम तो क्या पकड़ने आ, उल्टा जिन्हें प्रोटेस्ट कराया उनके खिलाफ केस कर दिए। हम थारे यहाँ से भी हाथ जोड़कर बेनती कराया, अगर उस बच्ची को इंसाफ दिलाने वास्ता इस शहर के अंदर कोई भी प्रोटेस्ट हो रहा है तो उसका जिस तरह दिल्ली भी साथ दे रहे हैं ना अपने वाले मोर्चे का, उनका भी हमारा यहाँ सारे साथ देना बड़ा है, तो पूरे डट का उनका भी साथ दियो ताकि उस बच्ची को इंसाफ मिल सका। बाकी जी कोई गलती सलती होगी हो तो फिर माफ कर दियो। वाहेगुरु जी का खालसा, श्री वाहेगुरु जी की फतेह। मेरी इन्नी कोई औकात नहीं है मैं थोनू शाबाशी देवां, पर मैं जरूर इन्ना कहना चाहूँगी कि मैनू बहुत माण महसूस होंदा है कि मैं इस धरती की धी हाँ, इन्हां लोकां दी धी हाँ जो इत्थे अपनी ज़मीरां जागदियां ज़मीरां वाले लोग ने, इत्थे अपने हक्कां लई लड़ रहे ने। इत्थे कल्ला जना कल्ले जने नूं बहुत बहुत मुहब्बतां, बहुत बहुत सत्कार ते बहुत बहुत मुबारकां कि तुहाडियां जो ज़मीरां ने वो जिउंदियां ने ते तुसीं अपनियां हक्कां लई लड़ रहे हो, अपने देश लई लड़ रहे हो, अपने किसानां लई लड़ रहे हो। इत्थे बैठा एक जना बहुत वड्डा ते सच्चा देश भगत है ते सानू अपना देश प्रेम किसी नूं साबित करन दी लोड़ नहीं है, ते ਉਹ ਤਾਂ ਸਾਨੂੰ ਜਮਾ ਹੀ ਨਾ ਦੱਸਣ ਕਿ ਤਿਰੰਗੇ ਦਾ ਮੁੱਲ ਕੀ ਹੈ। ਜਿਨ੍ਹਾਂ ਨੇ ਤਿਰੰਗੇ ਨੂੰ ਅਪਣਾਇਆ ਹੀ ਨਹੀਂ ਸੀ ਇੰਨੇ ਸਾਲ, ਉਹ ਤਾਂ ਸਾਨੂੰ ਬਿਲਕੁਲ ਨਾ ਦੱਸਣ। ਜੋ ਪੁੱਤ ਜੋ ਧੀਆਂ ਸ਼ਹੀਦ ਹੁੰਦੇ ਨੇ ਬਾਰਡਰਾਂ ਤੇ, ਜੋ ਬਜ਼ੁਰਗ ਬੈਠੇ ਨੇ ਮੋਰਚੇ ਤੇ ਆਪਣੇ ਸਿਹਤ ਦਾ ਖਿਆਲ ਨਾ ਰੱਖਦੇ ਹੋਏ, ਜੋ ਬੀਬੀਆਂ ਆਪਣੇ ਮੋਰਚੇ ਤੇ ਬੈਠੀਆਂ ਨੇ ਆਪਣੇ ਨਿਆਣਿਆਂ ਨੂੰ ਘਰੇ ਛੱਡ ਕੇ ਆ ਕੇ ਆਪਣੇ ਮੋਰਚੇ ਤੇ ਬੈਠੀਆਂ ਨੇ, ਉਹਨਾਂ ਨੂੰ ਦੇਸ਼ ਪ੍ਰੇਮ ਕੀ ਹੁੰਦਾ ਉਹ ਨਾ ਸਿਖਾਇਆ ਜਾਵੇ। ਸਾਨੂੰ ਦੇਸ਼ ਵਿਰੋਧੀ ਦੇਸ਼ ਦਰੋਹੀ ਕਹਿਣ ਵਾਲੇ ਬਹੁਤ ਮਿਲਣਗੇ, ਹੁਣ ਵੀ ਕਹਿਣਗੇ, ਅੱਗੇ ਵੀ ਕਹਿੰਦੇ ਆਏ ਸੀਗੇ ਤੇ ਹੁਣ ਵੀ ਅੱਗੇ ਵੀ ਕਹਿੰਦੇ ਆਣਗੇ। ਪਰ ਇਹ ਸਾਨੂੰ ਦੇਸ਼ ਵਿਰੋਧੀ ਦੇਸ਼ ਦਰੋਹੀ ਕਿਉਂ ਕਹਿੰਦੇ ਨੇ? ਕਿਉਂਕਿ ਉਹ ਡਰਦੇ ਨੇ ਤੇ ਉਹ ਇੱਕੋ ਹੀ ਚੀਜ਼ ਤੋਂ ਡਰਦੇ ਨੇ। ਉਹ ਇੱਕ ਚੀਜ਼ ਹੈਗੀ ਹੈ ਆਪਣਾ ਏਕਾ, ਆਪਣਾ ਪਿਆਰ, ਆਪਣੀ ਜ਼ਮੀਨਾਂ ਨਾਲ ਪਿਆਰ, ਆਪਣੇ ਦੇਸ਼ ਨਾਲ ਪਿਆਰ, ਆਪਣੇ ਲੋਕਾਂ ਨਾਲ ਪਿਆਰ। ਤੇ ਇਹੀ ਚੀਜ਼ ਜੋ ਉਹਨਾਂ ਨੂੰ ਡਰਾ ਕੇ ਰੱਖਦੀ ਹੈ ਅਸੀਂ ਉਹ ਬਣਾਈ ਰੱਖਣੀ ਹੈ। ਅਸੀਂ ਆਪਣਾ ਏਕਾ ਬਣਾਈ ਰੱਖਣਾ, ਆਪਣੇ ਧਰਮਾਂ ਦੇ ਨਾਂ ਤੇ, ਜੋ ਕਿੱਤਿਆਂ ਦੇ ਨਾਂ ਤੇ, ਧਰਮਾਂ ਦੇ ਨਾਂ ਤੇ ਸਾਨੂੰ ਜੋ ਵੰਡ ਕੇ ਰਾਜ ਕਰਦੇ ਆ ਰਹੇ ਨੇ, ਉਹ ਚੀਜ਼ ਅਸੀਂ ਨਹੀਂ ਕਰਨ ਦੇਣੀ। ਇਹਨੂੰ ਆਪਣੇ ਮਨਮੁਟਾਵ ਅਸੀਂ ਪਿੱਛੋਂ ਨਿਬੇੜ ਲਾਂਗੇ। ਹੁਣ ਸਾਨੂੰ ਇੱਕ ਰਹਿਣ ਦੀ ਲੋੜ ਹੈ। ਜ਼ਾਲਮ ਜ਼ੁਲਮ ਕਰੂਗਾ, ਹਾਕਮ ਅੱਗੇ ਵੀ ਜ਼ਾਲਮ ਸੀਗਾ, ਹੁਣ ਵੀ ਜ਼ਾਲਮ ਹੈ ਤੇ ਜ਼ੁਲਮ ਕਰਦਾ ਰਹੂਗਾ। ਜਿਵੇਂ ਨਵਦੀਪ ਕੌਰ ਨਾਲ ਹੋਇਆ ਜਾਂ ਸ਼ਿਵ ਕੁਮਾਰ ਨਾਲ ਹੋਇਆ, ਉਹ ਅੱਗੇ ਵੀ ਹੁੰਦਾ ਆਊਗਾ। ਪਰ ਅਸੀਂ ਆਹ ਦਿਖਾਉਣਾ ਉਹਨਾਂ ਨੂੰ ਕਿ ਜਿੰਨਾ ਤੁਸੀਂ ਜ਼ੁਲਮ ਕਰੋਗੇ ਓਨਾ ਸਾਡਾ ਪਿਆਰ, ਓਨਾ ਸਾਡਾ ਏਕਾ ਵਧੂਗਾ ਤੇ ਅਸੀਂ ਤੁਹਾਡੇ ਨਾਲ ਲੜਾਂਗੇ ਤੇ ਅਸੀਂ ਲੰਬੀ ਲੜਾਈ ਦੀ ਤਿਆਰੀ ਕਰਕੇ ਆਏ ਹਾਂ। किस तरह इत्थे आम इंसान नूं दबाया जा रहा है। वर्ल्ड लेवल पे रिपोर्ट डिक्लेयर कर दी गई है कि इंडिया जो है हुण आजाद नहीं है बल्कि अर्ध आजाद है। इंडिया इज नॉट फ्री एनीमोर, इट्स नॉट कॉल्ड फ्री कंट्री एनीमोर, इन्हों अद्धा फ्री कंट्री कहा जा रहा है। सो जिस आजादी लई अपने देश के नौजवानों ने, बीबियां ने, बुजुर्गों ने इन्नी देर तो इन्नी कुर्बानियां दित्तियां है, ਉਹ ਆਜ਼ਾਦੀ ਅੱਜ ਸਾਡੇ ਤੋਂ ਖੋਈ ਜਾ ਰਹੀ ਹੈ, ਉਹ ਆਜ਼ਾਦੀ ਅੱਜ ਸਾਡੇ ਤੋਂ ਲਈ ਜਾ ਰਹੀ ਹੈ। ਸਾਨੂੰ ਆਲਰੇਡੀ ਅੱਧਾ ਆਜ਼ਾਦ ਦੇਸ਼ ਕਿਹਾ ਜਾ ਰਿਹਾ ਹੈ। ਸੋ ਲੜਾਈ ਕਿਸਾਨੀ ਤੋਂ ਸ਼ੁਰੂ ਜ਼ਰੂਰ ਹੋਈ ਪਰ ਇਹ ਕਿਸਾਨੀ ਤੱਕ ਸੀਮਤ ਨਹੀਂ ਰਹਿ ਗਈ ਹੈ, ਅੱਜ ਇੱਕ ਰੈਵੋਲੂਸ਼ਨ ਬਣ ਚੁੱਕਿਆ ਹੈ। ਅੱਜ ਲੜਾਈ ਜੋ ਹੈ ਉਹ ਸਿਰਫ ਕਿਸਾਨਾਂ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਨਹੀਂ ਹੈ, ਬਲਕਿ ਅੱਜ ਲੜਾਈ ਹੈ ਇਸ ਲੋਕਤੰਤਰ ਨੂੰ ਬਚਾਉਣ ਦੀ। ਤੇ ਸਾਨੂੰ ਮਾਣ ਹੈ ਸਾਡੇ ਪੰਜਾਬ ਤੇ, ਪੰਜਾਬ ਦੇ ਸ਼ੇਰਾਂ ਤੇ, ਜਿਨ੍ਹਾਂ ਨੇ ਇਹ ਲੜਾਈ ਸ਼ੁਰੂ ਕੀਤੀ, ਜਿਨ੍ਹਾਂ ਦੇ ਸਦਕੇ ਇਹ ਜਿਹੜੀਆਂ ਕਾਲੀਆਂ ਸੱਚਾਈਆਂ ਸੀ, ਕਾਲਾ ਚਿਹਰਾ ਸੀ, ਉਹ ਦੁਨੀਆ ਦੇ ਸਾਹਮਣੇ ਆਇਆ ਤੇ ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਹੋ ਕੀ ਰਿਹਾ ਹੈ ਇਸ ਦੇਸ਼ ਦੇ ਵਿੱਚ। 21 ਸਾਲ ਦੇ ਬੱਚਿਆਂ ਨੂੰ ਚੱਕ ਕੇ ਜੇਲ੍ਹ 'ਚ ਪਾ ਰਹੇ ਹੈ। ਇਸ ਤਰ੍ਹਾਂ ਦਾ ਡਰ ਹੈ, ਇਸ ਤਰ੍ਹਾਂ ਦਾ ਡਰ ਹੈ ਔਰ ਇਸ ਤਰ੍ਹਾਂ ਦੀ ਤਾਨਾਸ਼ਾਹੀ ਹੈ। ਜੋ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਉਹਨੂੰ ਦਬਾ ਦਿੱਤਾ ਜਾਂਦਾ ਹੈ।
ਲੜਾਈ ਬਹੁਤ ਲੰਬੀ ਹੈ, ਪਰ ਇਹਦੇ ਨਾਲ ਨਾਲ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੜਾਈ ਲੋਕਤੰਤਰ ਦੀ ਤਾਂ ਜ਼ਰੂਰ ਹੈ, ਪਰ ਸਾਡੇ ਕਿਸਾਨ ਜਿਹੜੇ ਇੱਥੇ ਬੈਠੇ ਹੈ, ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹੈ, ਉਹਨਾਂ ਦੇ ਹੱਕ ਓਨੇ ਹੀ ਜ਼ਰੂਰੀ ਹੈ। ਉਹ ਇੱਕ ਟਾਈਮ ਸੀ ਜਿਸ ਟਾਈਮ ਇਹ ਦੇਸ਼ ਭੁੱਖਾ ਮਰਦਾ ਸੀ, ਇੱਥੇ ਅਨਾਜ ਦੀ ਕਮੀ ਸੀ, ਅਨਾਜ ਦੂਸਰੇ ਦੇਸ਼ਾਂ ਤੋਂ ਮੰਗਣਾ ਪੈਂਦਾ ਸੀ ਤੇ ਇਹੋ ਜਿਹਾ ਅਨਾਜ ਦਿੱਤਾ ਜਾਂਦਾ ਸੀ ਜਿਹਦੇ 'ਚ ਕੀੜੇ ਪਏ ਹੁੰਦੇ ਸੀ। ਉਸ ਟਾਈਮ ਤੇ ਇੰਦਰਾ ਗਾਂਧੀ ਨੇ ਇਨੀਸ਼ੀਏਟਿਵ ਲਿਆ ਤੇ ਗ੍ਰੀਨ ਰੈਵੋਲੂਸ਼ਨ ਨੂੰ ਇੱਥੇ ਲਾਂਚ ਕੀਤਾ। ਗ੍ਰੀਨ ਰੈਵੋਲੂਸ਼ਨ ਦੇ ਵਾਸਤੇ ਪੰਜਾਬ ਤੇ ਹਰਿਆਣਾ ਨੂੰ ਚੂਜ਼ ਕੀਤਾ ਗਿਆ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਸਿਰ ਪੁੱਟ ਮਿਹਨਤ ਕਰਕੇ ਇਸ ਨੂੰ ਸਕਸੈਸਫੁਲ ਬਣਾਇਆ ਤੇ ਅੱਜ ਇਸ ਦੇਸ਼ ਦੇ ਵਿੱਚ ਇੰਨਾ ਅਨਾਜ ਹੈ, ਸਰਪਲਸ ਹੈ ਕਿ ਸਰਕਾਰ ਤੋਂ ਸਾਂਭਿਆ ਨਹੀਂ ਜਾਂਦਾ। ਤੇ ਅੱਜ ਜਦੋਂ ਇਸ ਕਿਸਾਨ ਨੂੰ ਸਰਕਾਰ ਦੀ ਲੋੜ ਹੈ ਤੇ ਅੱਜ ਉਹਨਾਂ ਨੇ ਏਦਾਂ ਦੇ ਕਾਨੂੰਨ ਬਣਾ ਦਿੱਤੇ ਕਿ ਉਹਨਾਂ ਦੀਆਂ ਜ਼ਮੀਨਾਂ ਤੱਕ ਖੋਣ ਤੇ ਚਲੇ ਗਏ। ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗੀ, ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜਿਹੜੇ ਆਪਣੇ ਘਰ ਛੱਡ ਕੇ, ਜਿਹੜੇ ਆਪਣੇ ਪਰਿਵਾਰ ਛੱਡ ਕੇ ਇੱਥੇ ਲੜਾਈ ਕਰ ਰਹੇ ਹੈ। ਪਰ ਇੱਕ ਚੀਜ਼ ਦੀ ਬੜੀ ਲੋੜ ਹੈ, ਬੀਬੀਆਂ, ਬਹੁਤ ਧੰਨਵਾਦ ਉਹਨਾਂ ਬੀਬੀਆਂ ਦਾ ਜਿਹੜੀਆਂ ਇਸ ਲੜਾਈ ਦਾ ਹਿੱਸਾ ਬਣ ਰਹੀਆਂ, ਪਰ ਹੋਰ ਬੀਬੀਆਂ ਨੂੰ ਸਾਹਮਣੇ ਆਉਣ ਦੀ ਲੋੜ ਹੈ। ਇੰਨੇ ਸਾਰੇ ਸਾਡੇ ਭਾਈ, ਸਾਡੇ ਬਜ਼ੁਰਗ ਇੱਥੇ ਦਿਖ ਰਹੇ, ਇੰਨੀਆਂ ਥੋੜੀਆਂ ਬੀਬੀਆਂ ਕਿਉਂ? ਇਸ ਦੇਸ਼ ਨੇ ਬੜੀਆਂ ਝਾਂਸੀ ਵਰਗੀਆਂ ਰਾਣੀਆਂ ਪੈਦਾ ਕੀਤੀਆਂ ਹੈ, ਭਾਬੀ ਦੁਰਗਾ ਵਰਗੀਆਂ ਭਾਬੀਆਂ ਪੈਦਾ ਕੀਤੀਆਂ ਹੈ। ਤੁਹਾਨੂੰ ਸਾਰਿਆਂ ਨੂੰ ਬਾਹਰ ਆ ਕੇ ਲੜਨ ਦੀ ਲੋੜ ਹੈ ਇਸ ਟਾਈਮ ਤੇ, ਇਸ ਦੇਸ਼ ਨੂੰ ਤੁਹਾਡੇ ਲੜਨ ਦੀ ਲੋੜ ਹੈ ਇਸ ਟਾਈਮ ਤੇ। ਅੱਜ ਦੇ ਆਯੋਜਕਾਂ ਦਾ ਜਿਹੜਾ ਮੋਹਾਲੀ ਵਰਗੇ ਸ਼ਹਿਰਾਂ, ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਜਿਹੜੇ ਇੱਕ ਜਾਗਰਤੀ ਪੈਦਾ ਕਰ ਰਹੇ ਨੇ, ਜਿੱਥੇ ਆਪਾਂ ਨੂੰ ਇਹ ਸੀ ਵੀ ਇੱਥੇ ਬਹੁਤ ਘੱਟ ਲੋਕ ਜਾਗਰਿਤ ਨੇ ਤੇ ਪੜ੍ਹੇ ਲਿਖੇ ਲੋਕ ਨੇ, ਤੇ ਉਹ ਜਿਹੜਾ ਹੈ ਇਹਨਾਂ ਏਰੀਆ 'ਚ ਰੈਲੀਆਂ ਕਰਾ ਰਹੇ ਨੇ ਤੇ ਬੜੇ ਧੰਨਵਾਦੀ ਆ ਆਯੋਜਕਾਂ ਦੇ। ਤੇ ਦੂਜੀ ਗੱਲ ਇਹ ਹੈ ਕਿ ਵੀ ਇਹ ਜਿਹੜਾ ਅੰਦੋਲਨ ਹੈ ਇਹ ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ। ਤੇ ਇਹਦੇ 'ਚ ਦੋ ਚੀਜ਼ਾਂ, ਇੱਕ ਤੇ ਪੂਰੇ ਦੇਸ਼ 'ਚ ਅੰਦੋਲਨ ਫੈਲ ਗਿਆ, ਜਿਹੜਾ ਅੱਜ ਦਾ ਆਪਾਂ ਕਹਿ ਰਹੇ ਹਾਂ ਵੀ 100 ਦਿਨ ਹੋ ਗਏ ਨੇ ਤੇ 100 ਦਿਨਾਂ 'ਚ ਕੁਝ ਨਜ਼ਰ ਨਹੀਂ ਆਇਆ। ਇੱਕ ਤੇ ਸਾਡਾ ਭਾਈਚਾਰਾ ਵੱਧ ਗਿਆ, ਸਾਡੇ 'ਚ ਊਚ ਨੀਚ ਖਤਮ ਹੋ ਗਈ ਹੈ, ਤੇ ਦੂਜੀ ਇਹ ਚੀਜ਼ ਹੈ ਕਿ ਅੱਜ ਜਿਹੜਾ ਅੰਦੋਲਨ ਉਹ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਹੈ। ਤੇ ਜਿੱਥੇ ਇਲੈਕਸ਼ਨ ਹੈ ਉਹਨਾਂ ਸਟੇਟਾਂ 'ਚ ਅਸੀਂ ਜਾ ਰਹੇ ਹਾਂ, 11 ਤਰੀਕ ਨੂੰ ਅਸੀਂ ਜਾ ਰਹੇ ਹਾਂ ਤੇ 14-15 ਤੱਕ ਉੱਥੇ ਅਸੀਂ ਰਹਾਂਗੇ, ਪੱਛਮੀ ਬੰਗਾਲ ਦੇ ਵਿੱਚ, ਕੇਰਲਾ ਦੇ ਵਿੱਚ, ਤੇ ਜਿਹੜੇ ਹੋਰ ਸਟੇਟ ਨੇ ਉਹਨਾਂ 'ਚ ਵੀ ਅਸੀਂ ਜਾਵਾਂਗੇ। ਤੇ ਉੱਥੇ ਜਾ ਕੇ ਅਸੀਂ ਸਾਰੇ ਲੋਕਾਂ ਨੂੰ ਬੇਨਤੀ ਇਹ ਕਰਾਂਗੇ ਕਿ ਵੀ ਬੀਜੇਪੀ ਸਰਕਾਰ ਨੂੰ ਜਿਹੜੀ ਇਹ ਦੇਸ਼ ਨੂੰ ਵੇਚ ਰਹੀ ਹੈ, ਉਹਨਾਂ ਦਾ ਜਿਹੜਾ ਪੱਕਾ ਇਲਾਜ ਕਰੋ, ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਹਰਾਓ। ਤੇ ਕਿਉਂਕਿ ਕੋਈ ਵੀ ਸਰਕਾਰ ਆ ਉਹ ਜ਼ਿਆਦਾ ਇਲੈਕਸ਼ਨ ਤੋਂ, ਵੋਟਾਂ ਤੋਂ ਜ਼ਿਆਦਾ ਡਰਦੀ ਹੈ, ਤੇ ਉਹ ਅਸੀਂ ਬੇਨਤੀ ਉਹਨਾਂ ਸਟੇਟਾਂ 'ਚ ਜਾ ਕੇ ਕਰਾਂਗੇ। ਸਰ, ਕਿਸੇ ਪਾਰਟੀ ਵੱਲੋਂ ਕੋਈ ਗੱਲਬਾਤ ਹਾਲੇ ਤੱਕ ਆਈ ਹੈ? ਕਿਸੇ ਪਾਰਟੀ ਨੇ ਕਿਹਾ ਸਾਡਾ ਸਮਰਥਨ ਕਰ ਦਿਓ ਕਿਸੇ ਵੀ ਸਟੇਟ ਦੇ ਵਿੱਚ? ਨਹੀਂ, ਪਾਰਟੀਆਂ ਤੇ ਸਾਰੀਆਂ ਸਮਰਥਨ ਕਰਨ ਵਾਸਤੇ ਤਿਆਰ ਨੇ, ਪਰ ਪਾਰਟੀਆਂ ਦਾ ਸਮਰਥਨ ਅਸੀਂ ਲੈ ਨਹੀਂ ਰਹੇ। ਨਹੀਂ, ਤੁਹਾਡੇ ਤੋਂ ਸਮਰਥਨ ਮੰਗ ਰਹੇ ਹੋਣ ਕਿ ਤੁਸੀਂ ਸਾਡੀ ਸਪੋਰਟ ਕਰ ਦਿਓ? ਨਹੀਂ, ਸਾਡੇ ਤੋਂ ਸਮਰਥਨ ਨਹੀਂ ਮੰਗ ਰਹੇ, ਨਾ ਅਸੀਂ ਕਿਸੇ ਦਾ ਸਮਰਥਨ ਕਰ ਸਕਦੇ ਹਾਂ। ਅਸੀਂ ਜਾ ਕੇ ਇਹ ਗੱਲ ਕਹਾਂਗੇ ਵੀ ਜਿਹੜਾ ਵੀ ਬੀਜੇਪੀ ਨੂੰ ਹਰਾ ਸਕਦਾ ਹੈ, ਉਹ ਭਾਵੇਂ ਆਜ਼ਾਦ ਕੈਂਡੀਡੇਟ ਹੈ, ਭਾਵੇਂ ABC ਕਿਸੇ ਪਾਰਟੀ ਦਾ, ਉਹ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਹੈ, ਜਿਹੜਾ ਬੀਜੇਪੀ ਦੇ ਕੈਂਡੀਡੇਟ ਨੂੰ ਹਰਾ ਸਕਦਾ ਹੈ, ਉਹਨੂੰ ਵੋਟ ਪਾ ਦਿਓ। ਜੀ ਕੰਪਲੀਟ ਕਰ ਲਓ ਜੀ, ਬਸ ਇਹੋ ਹੀ ਬੇਨਤੀ ਕਰਾਂਗੇ, ਅਸੀਂ ਕਿਸੇ ਪਾਰਟੀ ਦੇ ਪੱਖ 'ਚ ਨਹੀਂ ਜਾ ਰਹੇ। ਚੱਪੜ ਚਿੜੀ ਉਹ ਇਤਿਹਾਸਕ ਜਗ੍ਹਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਨੇ ਜੰਗ ਲੜੀ, ਜੰਗ ਫਤਿਹ ਵੀ ਕੀਤੀ ਉਹਨਾਂ ਨੇ, ਇੱਥੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਤੁਹਾਨੂੰ? ਕਿਉਂਕਿ ਕੀਰਤੀਆਂ ਨੂੰ ਹੱਕ ਵੀ ਮਾਲਕੀ ਬਾਬਾ ਬੰਦਾ ਸਿੰਘ ਬਹਾਦਰ। ਦੇਖੋ, ਪਹਿਲਾਂ ਤੇ ਅਸੀਂ ਧੰਨਵਾਦੀ ਸਮਝਾਂਗੇ ਆਪਣੇ ਆਪ ਨੂੰ, ਜਿਹੜੇ ਅਸੀਂ ਉਸ ਪਵਿੱਤਰ ਧਰਤੀ ਤੇ ਖੜੇ ਆ, ਤੇ ਉਸ ਧਰਤੀ ਤੇ ਖੜੇ ਆ ਜਿੱਥੇ ਜ਼ੁਲਮ ਦੇ ਵਿਰੁੱਧ ਬੜੀ ਕੜੀ ਲੜਾਈ ਲੜੀ ਗਈ ਹੈ। ਇੱਕ ਇਤਿਹਾਸਿਕ ਜਗ੍ਹਾ ਹੈ ਜਿੱਥੇ ਅਸੀਂ ਅੱਜ ਖੜੇ ਆ, ਜਿੱਥੇ ਤਲਵਾਰ ਦੀ ਲੜਾਈ ਲੜੀ ਗਈ ਹੈ ਤੇ ਦੁਸ਼ਮਣਾਂ ਨੂੰ ਭਜਾਇਆ ਗਿਆ ਹੈ। ਤੇ ਇਸ ਧਰਤੀ ਤੇ ਅੱਜ ਜਿਹੜਾ ਹੁੰਗਾਰਾ ਮਿਲ ਰਿਹਾ ਹੈ ਉਹ ਬਹੁਤ ਚੰਗਾ ਹੁੰਗਾਰਾ ਹੈ। ਤੇ ਜਿਹੜੀ ਅਸੀਂ ਇੱਥੇ ਭੀੜ ਦੇਖ ਰਹੇ ਹਾਂ, ਹਾਲਾਂਕਿ ਬੱਚੇ ਸੀ ਕਰਨ ਵਾਲੇ, ਮੁੰਡੇ ਸੀ ਕਰਨ ਵਾਲੇ, ਕੋਈ ਇਹ ਨਹੀਂ ਕਿ ਕੋਈ ਬਹੁਤ ਬੜੀ ਜਥੇਬੰਦੀ ਨੇ ਕਰਾਇਆ ਜਾਂ ਕੋਈ ਬਹੁਤ ਬੜੇ ਕੋਈ ਬਜਟ ਇਹਨਾਂ ਕੋਲ ਸੀ। ਤੇ ਬੜੇ ਛੋਟੇ ਜਿਹੇ ਮੈਸੇਜ ਤੇ ਇਹਨਾਂ ਨੇ ਜਿਹੜਾ ਇੰਨਾ ਵੱਡਾ ਇਕੱਠ ਕੀਤਾ ਹੈ, ਉਹ ਇਸ ਗੱਲ ਨੂੰ ਦੱਸ ਰਿਹਾ ਹੈ ਵੀ ਲੋਕਾਂ 'ਚ ਜਿਹੜੀ ਲਹਿਰ ਹੈ ਲੜਨ ਦੀ, ਲੋਕਾਂ 'ਚ ਜਿਹੜਾ ਇੱਕ ਜਜ਼ਬਾ ਪੈਦਾ ਹੋ ਰਿਹਾ ਹੈ, ਉਸ ਜਜ਼ਬੇ ਦੇ ਸਦਕਾ ਲੋਕ ਆ ਰਹੇ ਨੇ। ਹੁਣ ਵੀ ਤੁਸੀਂ ਦੇਖ ਰਹੇ ਹੋ, ਠੰਡ ਹੋ ਗਈ ਹੈ, ਬੱਦਲ ਹੋ ਗਿਆ, ਬਾਰਿਸ਼ ਦਾ ਮੌਸਮ ਹੈ,
ਦਿਨ ਛਿਪ ਗਿਆ, ਪਰ ਫਿਰ ਵੀ ਲੋਕ ਜਿਹੜਾ ਬੈਠੇ ਹੋਏ ਨੇ, ਫਿਰ ਵੀ ਹੱਲ ਨਹੀਂ ਰਹੇ। ਸਰ, ਇੱਕ FCI ਨੇ ਫੈਸਲਾ ਕੀਤਾ ਕਿ ਜੀ ਜਿਹੜੀ ਅਦਾਇਗੀ ਆ ਉਹ ਸਿੱਧੀ ਕਿਸਾਨਾਂ ਦੇ ਖਾਤਿਆਂ 'ਚ ਭੇਜੀ ਜਾਏਗੀ। ਇਸ ਹੁਕਮ ਨੂੰ ਤੁਸੀਂ ਕਿੱਦਾਂ ਦੇਖਦੇ ਆ? ਕਹਿੰਦੇ ਜੀ ਇਹਦੇ ਨਾਲ ਪਤਾ ਲੱਗੂ ਕਿਹਦੇ ਕੋਲ ਕਿੰਨੀ ਪ੍ਰਾਪਰਟੀ ਹੈ। ਨਹੀਂ, ਐਕਚੁਅਲੀ ਮੈਟਰ ਪ੍ਰਾਪਰਟੀ ਦਾ ਨਹੀਂ ਹੈ, ਉਹ ਤੇ ਉਹਨਾਂ ਨੂੰ ਉਂਝ ਵੀ ਪਤਾ ਹੈ, ਪਰ ਐਕਚੁਅਲੀ ਜਿਹੜੀ ਉਹਦੇ ਪਿੱਛੇ ਗੱਲ ਹੈ ਉਹ ਇਹ ਹੈ ਕਿ ਵੀ ਮੰਡੀਆਂ ਬੰਦ ਕਰਾਓ। ਜੇ ਡਾਇਰੈਕਟ ਪੇਮੈਂਟ ਕਰਨਗੇ, ਫਿਰ ਆੜਤੀਆਂ ਤੋਂ ਬਿਨਾਂ ਸਿੱਧੇ ਖਰੀਦਣਗੇ, ਫਿਰ ਆੜਤੀਆਂ ਤੇ ਹੋਰ ਕਈ ਤਰ੍ਹਾਂ ਦੇ ਸਕੰਜੇ ਕੱਸਣਗੇ, ਕਿਸਾਨਾਂ ਦੇ ਕਈ ਤਰ੍ਹਾਂ ਦੇ ਸਕੰਜੇ ਕੱਸਣਗੇ। ਅੱਗੇ ਜਿਹੜਾ ਹੈ ਮੇਰੀ ਫਸਲ ਮੇਰਾ ਬਿਊਰਾ ਹਰਿਆਣੇ 'ਚ ਆ ਗਿਆ ਹੈ, 10 ਸ਼ਰਤਾਂ ਨੇ, ਉਹਦੇ 'ਚ ਕਿਹੜਾ ਕਿਸਾਨ ਕੋਲ ਕਿੰਨੀ ਫਸਲ ਹੈ, ਕਿੱਲੇ ਪਿੱਛੇ ਕਿੰਨੀ ਖਰੀਦਣੀ ਹੈ, ਟੋਟਲ ਇੱਕ ਕਿਸਾਨ ਤੋਂ ਕਿੰਨੀ ਖਰੀਦਣੀ ਹੈ। ਜਿਵੇਂ ਸਰੋਂ 'ਚ ਹੋਇਆ 25 ਕੁਇੰਟਲ ਤੋਂ ਵੱਧ ਅਸੀਂ ਲੈਣੀ ਹੋਈ ਨਹੀਂ, ਤੇ ਰਾਜਸਥਾਨ 'ਚ ਹੋਇਆ 25 ਕੁਇੰਟਲ ਤੋਂ ਵੱਧ ਅਸੀਂ 25% ਤੋਂ ਵੱਧ ਅਸੀਂ ਚਣਾ ਨਹੀਂ ਲੈਣਾ। ਜੇ 100 ਕੁਇੰਟਲ ਪੈਦਾ ਹੋਏ ਤਾਂ 25 ਕੁਇੰਟਲ ਹੀ ਲੈਣੇ ਨੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ 'ਚ ਵੀ ਲਾਗੂ ਹੋਣੀਆਂ। ਚਟੂਨੀ ਸਾਹਿਬ, ਸਰਕਾਰ ਦੇ ਨਾਲ ਗੱਲਬਾਤ ਦਾ ਇੱਕ ਲੰਬਾ ਡੈਡਲੌਕ ਬਣ ਰਿਹਾ। ਆਉਣ ਵਾਲੇ ਦਿਨਾਂ 'ਚ ਕੋਈ ਰਾਹ ਖੁੱਲ ਸਕਦਾ ਗੱਲਬਾਤ ਦਾ? ਨਾ ਵੀ ਖੁੱਲੇਗਾ ਤਾਂ ਕੋਈ ਗੱਲ ਨਹੀਂ, ਆਪਾਂ ਕਿਹੜਾ ਅੰਦੋਲਨ ਬੰਦ ਕਰਤਾ। ਆਪਾਂ ਇਹਨਾਂ ਨੂੰ ਭਜਾਈ ਜਾਵਾਂਗੇ। ਇਕੱਲੇ ਜਿਹੜੇ 4-5 ਸਟੇਟਾਂ 'ਚ ਇਲੈਕਸ਼ਨ ਹੈ, ਹੁਣ ਉੱਥੇ ਜਾ ਕੇ ਇਹਨਾਂ ਦੇ ਖਿਲਾਫ ਪ੍ਰਚਾਰ ਕਰਾਂਗੇ। ਉਦੋਂ ਬਾਅਦ ਕਿ ਅਗਲੇ ਸਟੇਟ 'ਚ ਆਏਗਾ, ਉੱਥੇ ਜਾ ਕੇ ਕਰਾਂਗੇ। ਤੇ ਇਹ ਅੰਦੋਲਨ ਜਿਹੜਾ ਹੈ ਇਸ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੱਟੇਗਾ। ਚਟੂਨੀ ਸਾਹਿਬ, ਮਸਲਾ ਹੱਲ ਕਿਵੇਂ ਹੋਊਗਾ? ਦੇਖੋ, ਮਸਲਾ ਹੱਲ ਤੇ ਇਹ ਹੈ ਕਿ ਵੀ ਰੋਕ ਲੱਗੀ ਹੈ। ਮਸਲਾ ਹੱਲ ਨੂੰ ਤਾਂ ਸੁਪਰੀਮ ਕੋਰਟ ਦੀ ਰੋਕ ਲੱਗੀ ਹੈ, ਤੇ ਜਦੋਂ ਤੱਕ ਸਾਡਾ ਅੰਦੋਲਨ ਚੱਲੇਗਾ ਮੇਰਾ ਖਿਆਲ ਨਹੀਂ ਕਹਿੰਦਾ ਵੀ ਰੋਕ ਹਟੇਗੀ। ਠੀਕ ਹੈ, ਤੇ ਰੋਕ ਤੇ ਲੱਗੀ ਹੋਈ ਹੈ। ਇਹ ਤੇ ਤੁਹਾਡੀ ਸਫਲਤਾ ਹੋ ਹੀ ਗਈ ਹੈ। ਹਾਲਾਂਕਿ ਕੇਸ ਅਸੀਂ ਨਹੀਂ ਸੀ ਕੀਤਾ, ਉਹਨਾਂ ਨੇ ਕਰਾਇਆ ਸੀ, ਪਰ ਫਿਰ ਵੀ ਉਹ ਰੋਕ ਲੱਗੀ ਹੈ। ਤੇ ਬਾਕੀ ਜਿਹੜੀ ਦੂਜੀ ਗੱਲ ਰਹਿ ਗਈ MSP ਵਾਲੀ, ਤੇ MSP ਆਪਾਂ ਜਿੰਨਾ ਚਿਰ ਅੰਦੋਲਨ ਚਾਹੋ ਉਹਨਾਂ ਚਿਰ ਤਾਂ ਸਾਨੂੰ ਮਿਲੇਗਾ ਹੀ, ਨਾ ਮਿਲੇਗਾ ਤੇ ਆਪਾਂ ਦੂਜੇ ਸਟੇਟਾਂ 'ਚ ਵੀ ਪਹੁੰਚ ਕੇ ਹੁਣ ਤੇ ਵੀ ਉੱਥੇ ਵੀ ਦਵਾਓ। ਤੇ ਇਹ ਜਿਹੜਾ ਅੰਦੋਲਨ ਹੈ ਲੰਬਾ ਚੱਲ ਸਕਦਾ ਹੈ, ਪਰ ਜਿੱਤਾਂਗੇ ਤੇ ਹਟਾਂਗੇ। ਤੁਸੀਂ ਵੀ ਜਾ ਰਹੇ ਹੋ ਕੱਲ ਬੰਗਾਲ? ਹਾਂ, ਮੈਂ 11 ਨੂੰ ਜਾ ਰਿਹਾ। ਮੈਂ 11 ਨੂੰ ਜਾ ਰਿਹਾ ਤੇ ਕਈ ਦਿਨ ਉੱਥੇ ਲਾਵਾਂਗਾ। ਅੱਗੇ ਸਰ, ਪੰਜਾਬ ਇਲੈਕਸ਼ਨ ਦਾ ਵੀ ਇੱਕ ਤਰੀਕੇ ਨਾਲ ਬਿਗਲ ਵੱਜ ਚੁੱਕਿਆ, ਔਰ ਪੰਜਾਬ ਤੇ UP ਮੇਜਰ ਸਟੇਟਾਂ ਨੇ ਜਿਹੜੀਆਂ ਇਸ ਧਰਨੇ ਵਿੱਚ ਸ਼ਾਮਿਲ ਨੇ। ਲੱਗਦਾ ਹੈ ਕਿ ਇਸ ਦਾ ਅਸਰ ਪੰਜਾਬ ਇਲੈਕਸ਼ਨ ਤੇ ਵੀ ਸ਼ੁਰੂਆਤ ਹੁਣ ਤੋਂ ਕਰਨੀ ਪਏਗੀ ਕਿਸਾਨਾਂ ਨੂੰ? ਦੇਖੋ, ਪੰਜਾਬ ਵਿੱਚ ਤੇ ਇਹਨਾਂ ਦਾ ਸੁਪੜਾ ਸਾਫ਼ ਹੈ ਹੀ। ਪੰਜਾਬ ਵਿੱਚ ਤੇ ਕੋਈ ਰੌਲਾ ਹੀ ਨਹੀਂ। UP ਦੀ ਗੱਲ ਹੈ, UP 'ਚ ਅਸੀਂ ਜਾ ਰਹੇ ਹਾਂ। UP 'ਚ ਅਸੀਂ ਕਈ ਪੰਚਾਇਤਾਂ ਹੁਣ ਤੋਂ ਕਰਨੀਆਂ ਸ਼ੁਰੂ ਕਰਤੀਆਂ ਨੇ, ਤੇ UP 'ਚ ਅਸੀਂ ਬੜਾ ਹੁੰਗਾਰਾ ਮਿਲ ਰਿਹਾ। UP ਵਾਲਿਆਂ ਨੇ ਵੀ ਇਹਨਾਂ ਨੂੰ ਭਜਾਉਣਾ ਸ਼ੁਰੂ ਕਰਤਾ ਹੈ। ਚਟੂਨੀ ਸਾਹਿਬ, ਇਹ ਦੱਸੋ, UP ਦੇ ਲੋਕ ਹੋਰ ਜਾਗਰੂਕ ਹੋ ਜਾਣਗੇ ਤਾਂ ਸਰਕਾਰ ਹਿੱਲੇਗੀ? ਬਿਲਕੁਲ ਹੋ ਜਾਣਗੇ। UP ਦੇ ਲੋਕ ਸਾਡੇ ਨਾਲੋਂ ਜ਼ਿਆਦਾ ਤੇਜ਼ ਨੇ। ਚਟੂਨੀ ਸਾਹਿਬ, ਦੂਸਰੀਆਂ ਸਟੇਟਾਂ ਵਿੱਚ ਤੁਸੀਂ ਸਰਕਾਰ ਡੇਗਣ ਦੀ ਗੱਲ ਕਰਦੇ ਹੋ BJP ਦੀ, ਪਰ ਹਾਲੇ ਤੱਕ ਹਰਿਆਣਾ ਦੇ ਵਿੱਚ ਸਰਕਾਰ ਨਹੀਂ ਡੇਗ ਸਕੇ। ਕੀ ਵੱਡਾ ਕਾਰਨ ਮੰਨਦੇ ਹੋ? ਸਰਕਾਰ ਡੇਗਣ ਦੀ ਗੱਲ ਅਸੀਂ ਨਹੀਂ ਕਰ ਰਹੇ। ਅਸੀਂ ਕਰ ਰਹੇ ਵੀ ਅੱਗੇ ਬਣੇ ਨਾ। ਡੇਗਣਾ ਬੜਾ ਔਖਾ ਹੁੰਦਾ, ਪਰ ਅੱਗੇ ਬਣੇ ਨਾ। ਕੀ ਹਰਿਆਣਾ ਵਿੱਚ ਸਰਕਾਰ, ਵੈਸੇ ਤਾਂ ਤੁਸੀਂ ਕਈ ਵਾਰੀ ਲੀਡਰਾਂ ਕਹਿ ਚੁੱਕੇ ਨੇ ਹਰਿਆਣਾ ਦੀ ਸਰਕਾਰ ਡੇਗਣਾ ਚਾਹੁੰਦੇ ਹੋ ਤੁਸੀਂ? ਹਾਂ, ਅਸੀਂ ਡੇਗਣਾ ਚਾਹੁੰਦੇ, ਸਾਡਾ ਤਾਂ ਪ੍ਰਯਾਸ ਹੈ। ਕੀ ਕਾਰਨ ਹੈ ਕਿ ਹਾਲੇ ਤੱਕ ਉਵੇਂ ਦਾ ਪ੍ਰੈਸ਼ਰ ਕਿਉਂ ਨਹੀਂ ਬਣ ਸਕਿਆ ਦੁਸ਼ਮਣ ਚਟਾਲਾ? ਉਹ ਤੇ ਦੇਖੋ, ਉਹਦੇ ਮੌਕੇ ਹੁਣ ਬੇਸ਼ਰਮ ਹੁੰਦੇ ਨੇ। ਇਹਨਾਂ ਨੂੰ ਸ਼ਰਮ ਤੇ ਹੁੰਦੀ ਨਹੀਂ ਵੀ ਕਿਸਾਨਾਂ ਤੋਂ ਵੋਟ ਲਈ ਹੈ, ਦੇਵੀ ਲਾਲ ਦਾ ਪੁੱਤਾ ਬਣ ਕੇ ਲਈ ਹੈ, ਕਿਸਾਨ ਲੀਡਰ ਬਣ ਕੇ ਲਈ ਹੈ। ਹੁਣ ਸਾਡੀ ਸਾਰੀਆਂ ਵੋਟਾਂ ਵੇਚਤੀਆਂ। ਇਹਨਾਂ ਨੂੰ ਸ਼ਰਮ ਤੇ ਕੋਈ ਹੁੰਦੀ ਨਹੀਂ, ਤੇ ਧੱਕੇ ਨਾਲ ਅਸਤੀਫਾ ਕੇ ਦਵਾਇਆ ਨਹੀਂ ਜਾਂਦਾ। ਠੀਕ ਹੈ, ਬਾਕੀ ਬੇਸ਼ਰਮੀ ਇੰਨੀ ਹੋ ਰਹੀ ਹੈ ਵੀ ਅਸੀਂ ਪਿੰਡ 'ਚ ਨਹੀਂ ਵੜਨ ਦੇ ਰਹੇ ਕਿਸੇ ਨੂੰ, ਸ਼ਹਿਰ 'ਚ ਵੀ ਪ੍ਰੋਗਰਾਮ ਨਹੀਂ ਕਰਨ ਦੇ ਰਹੇ ਕਿਸੇ ਨੂੰ। ਇੰਨੇ ਛਿੱਤਰ ਪੈ ਰਹੇ ਨੇ, ਉਹ ਬਥੇਰੇ ਹੁੰਦੇ ਨੇ, ਘੱਟ ਤਾਂ ਨਹੀਂ ਹੁੰਦੇ, ਪਰ ਹੁਣ ਤੇ ਸਰ ਵਾਲੇ ਦੀ ਗੱਲ ਹੈ। ਤੁਹਾਨੂੰ ਪੂਰੀ ਉਮੀਦ ਹੈ ਇਸ ਅੰਦੋਲਨ ਦਾ ਅਸਰ ਜਿਹੜੀਆਂ ਦੂਜੇ ਸਟੇਟਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਉਹਨਾਂ ਉੱਤੇ ਨਜ਼ਰ ਆਊਗਾ? ਬਿਲਕੁਲ ਆ ਰਿਹਾ ਹੈ, ਨਜ਼ਰ ਆ ਰਿਹਾ ਹੈ, ਸ਼ੁਰੂ ਹੋ ਗਿਆ। ਕੇਂਦਰ ਸਰਕਾਰ ਫਿਰ ਵੀ ਬੈਕਫੁੱਟ ਤੇ ਨਹੀਂ ਆ ਰਹੀ? ਇਹ ਸਰਕਾਰ ਨਹੀਂ ਹੈ, ਆਪਾਂ ਸਰਕਾਰ ਸ਼ਬਦ ਗਲਤ ਯੂਜ਼ ਕਰ ਰਹੇ ਹਾਂ। ਇਹ ਅੰਬਾਨੀ ਅਡਾਨੀ ਦੇ ਏਜੰਟ ਨੇ, ਤੇ ਅੰਬਾਨੀ ਅਡਾਨੀ ਦੇ ਏਜੰਟ ਉਦੋਂ ਮੰਨਣਗੇ ਜਦੋਂ ਉਹਨਾਂ ਨੂੰ ਇਹ ਲੱਗੇਗਾ ਕਿ ਵੀ ਅੰਬਾਨੀ ਅਡਾਨੀ ਦਾ ਵੀ ਨੁਕਸਾਨ ਹੋਏਗਾ। ਉਹਨਾਂ ਨੂੰ ਵੀ ਇਹ ਲੱਗੇਗਾ ਅੰਬਾਨੀ ਅਡਾਨੀ ਨੂੰ ਵੀ ਤੁਹਾਡਾ ਨੁਕਸਾਨ BJP ਦਾ ਰਹਿੰਦਾ ਹੁਣ ਜ਼ਿਆਦਾ ਹੋਏਗਾ, ਤੇ ਤਾਂ ਇਹ ਭੱਜਣਗੇ, ਤਾਂ ਇਹ ਮੰਨਣਗੇ। ਸਰ, ਇਸ ਬਾਰੇ ਕੀ ਕਹਿੰਦੇ ਹੋ? 2014 ਚ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਜਿਹੜੀ ਹੁਣ ਬਣੀ ਆਈ ਸੀ, ਉਦੋਂ ਇਹਨਾਂ ਦੇ ਮੈਨੀਫੈਸਟੋ ਸੀਗਾ ਵੀ ਸਬਕਾ ਵਿਕਾਸ ਸਬਕਾ ਸਾਥ। ਹੁਣ ਵਿਕਾਸ ਹੋ ਰਿਹਾ ਹੈ, ਇਹਦੇ ਬਾਰੇ ਕੀ? ਨਹੀਂ, ਇਹ ਇਹਨਾਂ ਦਾ ਹੁਣ ਨਾਰਾ ਹੋ ਗਿਆ ਸਭ ਦਾ ਵਿਨਾਸ਼। ਮਜ਼ਦੂਰਾਂ ਦਾ ਵਿਨਾਸ਼, ਕਿਸਾਨਾਂ ਦਾ ਵਿਨਾਸ਼, ਕਰਮਚਾਰੀਆਂ ਦਾ ਵਿਨਾਸ਼, ਛੋਟੇ ਉਦਯੋਗਪਤੀਆਂ ਦਾ ਵਿਨਾਸ਼, ਛੋਟੇ ਕਾਰੋਬਾਰੀਆਂ ਦਾ, ਆੜ੍ਹਤੀਆਂ ਦਾ ਵਿਨਾਸ਼, ਛੋਟੇ ਵਪਾਰੀਆਂ ਦਾ ਵਿਨਾਸ਼।
ਇਹ ਸਾਰੇ ਵਿਨਾਸ਼ ਕਰਨ ਤੇ ਹੀ ਲੱਗੇ ਨੇ। ਜਸਟ ਬਾਜਵਾ ਨੇ ਸਟੇਜ ਤੋਂ ਇੱਕ ਗੱਲ ਆਖੀ ਹੈ ਕਿ ਦੀਪ ਸਿੱਧੂ ਤੇ ਲੱਖਾ ਸਦਾਣਾ ਦਾ ਜਿਹੜਾ ਧੜਾ ਬਣ ਚੁੱਕਾ, ਦੂਜੇ ਪੈਰਲਰ ਕਿਸਾਨ ਜਥੇਬੰਦੀਆਂ, ਇਹ ਡੈਡਲੌਕ ਖਤਮ ਹੋਣਾ ਚਾਹੀਦਾ ਹੈ। ਇੱਕ ਮੰਚ ਉੱਤੇ ਨਹੀਂ, ਕੋਈ ਧੜਾ ਨਹੀਂ ਬਣ ਰਿਹਾ। ਮੈਂ ਜਿਵੇਂ ਸਟੇਜ ਤੇ ਹੀ ਬੋਲਿਆ ਕਿ ਵੀ ਸਾਡੇ 'ਚ ਇੱਕ ਦੌੜ ਲੱਗ ਰਹੀ ਹੈ ਬਈ ਕੁਰਬਾਨੀ ਕਿਹੜਾ ਪਹਿਲਾਂ ਦਿੰਦਾ ਹੈ। ਜਿਹੜੇ ਬਜ਼ੁਰਗ ਨੇ ਉਹ ਪਹਿਲਾਂ ਕੁਰਬਾਨੀ ਦਿੰਦੇ ਨੇ ਕਿ ਜਿਹੜੇ ਜਵਾਨ ਨੇ ਉਹ ਪਹਿਲਾਂ ਕੁਰਬਾਨੀ ਦਿੰਦੇ ਨੇ। ਸਰ, ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਦਾ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਸੀ, ਤੁਸੀਂ ਵੀ ਉਸ ਦੇ ਮੈਂਬਰ ਹੋ। ਦੂਜੇ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਦੀਪ ਸਿੱਧੂ ਦੀ ਸਪੋਰਟ ਕਰਾਂਗੇ ਚਾਹੇ ਕਰੋੜ ਦਾ ਵਕੀਲ ਕਰਨਾ ਪੈ ਜੇ। ਕੋਈ ਨਹੀਂ, ਉਹ ਸਾਰੀ ਸਮੱਸਿਆ ਸੋਲਵ ਹੋ ਜਾਏਗੀ। ਠੀਕ ਹੈ ਜੀ ਸਾਹਿਬ, ਧੰਨਵਾਦ। ਸੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨ ਅੰਦੋਲਨ ਦਾ ਅਸਰ ਆਉਣ ਵਾਲੀਆਂ ਚੋਣਾਂ ਦੇ ਉੱਤੇ ਜ਼ਰੂਰ ਨਜ਼ਰ ਆਊਗਾ। ਹਾਲੇ ਸਰਕਾਰ ਅਬਾਨੀ ਤੇ ਅਡਾਨੀਆਂ ਦੇ ਹੇਠਾਂ ਲੱਗੀ ਹੋਈ ਹੈ, ਸਰਕਾਰ ਦੇ ਉੱਤੇ ਪ੍ਰੈਸ਼ਰ ਬਣੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਵੀ ਜਿਹੜੀ ਸਰਕਾਰ ਦੇ ਉੱਤੇ ਦਬਾਅ ਅਸੀਂ ਜ਼ਰੂਰ ਬਣਾਇਆ ਹੋਇਆ ਹੈ, ਉੱਥੇ ਵੀ ਸਾਡੀ ਕੋਸ਼ਿਸ਼ ਹੈਗੀ ਹੈ ਸਰਕਾਰ ਡਿੱਗਣ ਦੀ। ਦੀਪ ਸਿੱਧੂ ਤੇ ਲੱਖਾ ਸਦਾਣਾ ਦੇ ਮੁੱਦੇ ਉੱਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਹਰ ਇੱਕ ਕਿਸਾਨ, ਹਰ ਇੱਕ ਵਿਅਕਤੀ ਕੁਰਬਾਨੀ ਦੇਣ ਲਈ ਤਿਆਰ ਬੈਠਾ ਹੈ। ਇਸ ਕਰਕੇ ਜਿਹੜੇ ਦੋ ਧੜਿਆਂ ਦੀ ਗੱਲ ਕੀਤੀ ਜਾ ਰਹੀ ਹੈ, ਕਿਸਾਨਾਂ ਦੇ ਵਿੱਚ ਅਜੇ ਕੋਈ ਦੋ ਧੜੇ ਨਹੀਂ। ਸਾਰੀਆਂ ਸਟੇਟਾਂ ਦਾ ਏਕਾ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜਿੱਤ ਦਾ ਸੰਕੇਤ ਹੈ ਔਰ 100% ਕਿਸਾਨਾਂ ਦਾ ਅੰਦੋਲਨ ਹੈ ਜਿਹੜਾ ਇਹ ਜਿੱਤੇਗਾ। ਸਰਕਾਰ ਨੂੰ ਝੁਕਣਾ ਪਏਗਾ। ਜਿਸ ਤਰ੍ਹਾਂ ਦੀਆਂ ਵੱਡੀਆਂ ਪੰਚਾਇਤਾਂ ਹੋ ਰਹੀਆਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਰਕਾਰ ਦੀ ਸਿਰਦਰਦੀ ਪੈਦਾ ਕਰ ਰਹੀਆਂ ਔਰ ਅਸੀਂ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਚੜੂਨੀ ਸਾਹਿਬ ਦਾ ਭਾਸ਼ਣ ਸੁਣ ਰਹੇ ਸੀਗੇ, ਉਹਨਾਂ ਨੇ ਕਿਹਾ 9 ਤਰੀਕ ਨੂੰ ਮੀਟਿੰਗ ਹੈ ਤੇ ਅਸੀਂ ਕੁਝ ਹੋਰ ਵੀ ਪਲਾਨ ਕਰ ਸਕਦੇ ਨੇ। ਹਾਂ, ਇਹ ਦੇਖੋ ਮੀਟਿੰਗਾਂ ਦੇ ਵਿੱਚ ਇਹੀ ਕੁਝ ਹੁੰਦਾ ਹੈ। ਆਉਣ ਵਾਲੀ ਮੀਟਿੰਗ ਜਿਹੜੀ 9 ਤਰੀਕ ਨੂੰ ਮੀਟਿੰਗ ਹੋਣੀ ਹੈ, ਮੀਟਿੰਗ ਸੰਯੁਕਤ ਮੋਰਚੇ ਦੀ ਮੀਟਿੰਗ ਹੈ। ਮੀਟਿੰਗ ਦੇ ਵਿੱਚ ਫੈਸਲੇ ਲਏ ਜਾਣੇ ਆ ਕਿ ਅਗਲਾ ਪ੍ਰੋਗਰਾਮ ਕੀ ਹੋਵੇ, ਕਿਉਂਕਿ ਅਗਲਾ ਪ੍ਰੋਗਰਾਮ ਅਗਰ ਹੁਣ ਦੇਵਾਂਗੇ ਨਹੀਂ, ਸਾਡੇ ਨੌਜਵਾਨ ਤਕਰੀਬਨ ਲਗਭਗ ਜੇਲ੍ਹਾਂ ਚੋਂ ਬਾਹਰ ਆਉਣ ਵਾਲੇ ਨੇ, ਸਾਰੇ ਨੇੜੇ ਤੇ ਹੁਣ ਅਸੀਂ ਫਿਰ ਮਤਲਬ ਅਗਲਾ ਪ੍ਰੋਗਰਾਮ ਦੇਣ ਵਾਸਤੇ ਚੜੂਨੀ ਸਾਹਿਬ ਦੀ ਲੈਂਗੁਏਜ ਤੋਂ ਲੱਗ ਰਿਹਾ ਸੀ, ਉਹ ਕਹਿ ਰਹੇ ਸੀਗੇ ਠੰਡੇ ਅੰਦੋਲਨ ਨਾਲ ਨਹੀਂ ਕੰਮ ਚੱਲਣਾ। ਦੇਖੋ ਗੱਲ ਕੀ ਹੈ, ਅਸੀਂ ਲਗਭਗ 400 ਜਥੇਬੰਦੀ ਲੜ ਕੇ ਲੜਾਈ ਕਰ ਰਹੇ ਹਾਂ। ਜਦੋਂ 400 ਜਥੇਬੰਦੀ ਮਿਲ ਕੇ ਲੜ ਰਹੀ ਹੈ, ਉਹ 400 ਦੀ ਭਾਵਨਾਵਾਂ ਰਾਜਨੀਤਿਕ ਮੰਚਾਂ ਤੇ ਜ਼ਿਆਦਾ ਦਿਖ ਰਹੇ ਨੇ। ਦੇਖੋ ਮੈਂ ਦੱਸਦਾ ਇਹਨੂੰ ਆਏ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਰਾਜਨੀਤਿਕ ਮੰਚਾਂ ਤੇ ਆਹ ਮੰਚ ਰਾਜਨੀਤਿਕ ਆ, ਬਿਲਕੁਲ ਨਹੀਂ। ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਕਿਸਾਨਾਂ ਨੂੰ ਅਵੇਅਰ ਕਰਨ ਦਾ ਕੰਮ ਕਰ ਰਹੇ ਹਾਂ ਔਰ ਵੱਡੀਆਂ ਪੰਚਾਇਤਾਂ ਹੋ ਰਹੀਆਂ ਜਿਹੜੀਆਂ ਆਪਣੇ ਆਪ ਪੂਰੇ ਦੇਸ਼ ਦੇ ਵਿੱਚ ਅੰਦੋਲਨ ਨੂੰ ਫੈਲਾ ਰਹੀਆਂ ਔਰ ਸਾਡਾ ਅੰਦੋਲਨ ਫੈਲਾਉਣਾ ਹੀ ਇੱਕ ਜਿੱਤ ਦਾ ਵੱਡਾ ਮਤਲਬ ਹੈ। ਕਿਸਾਨ ਲੀਡਰ ਬਾਰ-ਬਾਰ ਅਪੀਲ ਕਰ ਰਹੇ ਨੇ। ਮਹਾਰਾਜ ਦੇ ਵਿੱਚ ਲੱਖੇ ਦੀ ਰੈਲੀ ਸੀਗੀ, ਉੱਤੇ ਵੀ ਉਹਨੇ ਇਹ ਅਪੀਲ ਕੀਤੀ ਦਲਿਤਾਂ ਨੂੰ ਲੈ ਕੇ। ਬਾਰ-ਬਾਰ ਕਿਸਾਨ ਲੀਡਰ ਇਸ ਚੀਜ਼ ਨੂੰ ਸਟ੍ਰੈਸ ਕਰ ਰਹੇ ਨੇ ਹਰ ਪੰਚਾਇਤ ਦੇ ਵਿੱਚ। ਕੀ ਲੱਗ ਰਿਹਾ, ਕੀ ਰੀਜ਼ਨ ਹੈ ਇਸ ਪਿੱਛੇ ਜੀ? ਦੇਖੋ ਜਿਹੜਾ ਦਲਿਤ ਭਾਈਚਾਰਾ ਸਾਡਾ ਹੀ ਹੈ। ਜਿਹੜਾ ਲਾਸਟ ਵਾਲਾ ਕਾਨੂੰਨ ਹੈ, ਅਮੈਂਡਮੈਂਟ ਹੈ ਜਿਹੜੀ 1955 ਦੇ ਐਕਟ ਦੀ, ਉਹ ਅਮੈਂਡਮੈਂਟ ਨੇ ਪ੍ਰਭਾਵਿਤ ਜ਼ਿਆਦਾਤਰ ਵਿਚਾਰੇ ਦਲਿਤਾਂ ਨੂੰ ਕਰਨਾ, ਆਮ ਖਪਤਕਾਰਾਂ ਨੂੰ ਕਰਨਾ। ਇਸ ਕਰਕੇ ਸਾਡੀ ਭਾਵਨਾ ਹੈ ਕਿ ਸਾਰੇ ਲੋਕਾਂ ਨੂੰ ਅਗਰ ਇਸ ਅੰਦੋਲਨ ਨੂੰ ਜਿੱਤਣਾ ਹੈ ਔਰ ਇਹਦੀਆਂ ਲੋੜਾਂ ਨੂੰ ਸਮਝਣਾ ਹੈ ਤਾਂ ਸਾਰਿਆਂ ਨੂੰ ਮਿਲ ਜੁਲ ਕੇ ਇਹਦੇ ਹਮਲਾ ਮਾਰਨਾ। ਇੱਕ ਯੂਥ ਦੀ ਪਾਰਟਿਸਿਪੇਸ਼ਨ ਨੂੰ ਲੈ ਕੇ ਵੀ ਕਾਫੀ ਸਟ੍ਰੈਸ ਹੋ ਰਿਹਾ। ਹਾਂ ਦੇਖੋ ਯੂਥ ਪਤਾ ਇੰਨੀ ਐਡੀ ਨਹੀਂ ਗੱਲ ਹੈ। ਯੂਥ ਨੇ ਜੇਕਰ ਲੱਖੇ ਦੀ ਗੱਲ ਲੈ ਲਓ, ਤੁਸੀਂ ਲੱਖੇ ਨੇ ਉੱਥੇ ਰੈਲੀ ਕੀਤੀ ਹੈ, ਇੱਕ ਵੀ ਸ਼ਬਦ ਕਿਸਾਨਾਂ ਦੇ ਖਿਲਾਫ, ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂ ਬੋਲਿਆ। ਔਰ ਜਦੋਂ ਸਾਡਾ ਏਕਤਾ ਐਡੀ ਕੋਈ ਗੱਲ ਨਹੀਂ, ਇਹ ਵੀ ਕਿਹਾ ਉਹਨੇ ਕਿ ਆਪਾਂ ਉੱਥੇ ਦਿੱਲੀ ਚੱਲੋ, ਦਿੱਲੀ ਚੱਲ ਕੇ ਆਪਾਂ ਮੋਰਚੇ ਨੂੰ ਫਤਿਹ ਕਰਨਾ ਹੈ, ਤਾਂ ਫਿਰ ਤਾਂ ਮੇਰਾ ਖਿਆਲ ਕੋਈ ਫਰਕ ਨਹੀਂ ਹੈ ਰਲ ਕੇ ਤੁਹਾਡੀਆਂ ਸਟੇਜਾਂ ਤੋਂ ਗਦਾਰ ਸ਼ਬਦ ਵਰਤਿਆ ਗਿਆ ਲੱਖੇ ਲਈ। ਮੈਂ ਕਿਹਾ ਜੀ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਗਦਾਰ ਸ਼ਬਦ ਵਰਤਿਆ ਗਿਆ ਲੱਖੇ ਲਈ। ਨਹੀਂ, ਉਹ ਐਸਾ ਨਹੀਂ ਹੈ। ਉਹ ਜਿੱਦਾਂ ਵਰਤ ਲਿਆ ਉਹਨਾਂ ਨੇ, ਕਿਸੇ ਬੰਦੇ ਨੇ ਵਰਤਿਆ ਗਿਆ, ਉਹਦੀ ਅਗਲੇ ਦਿਨ ਹੀ ਮੀਟਿੰਗ ਦੇ ਵਿੱਚ ਅਸੀਂ ਨਿੰਦਿਆ ਕੀਤੀ ਆ ਔਰ ਉਹਨੂੰ ਮਤਲਬ ਇਹ ਕਿਹਾ ਵੀ ਖਬਰਦਾਰ ਕੋਈ ਕਿਸੇ ਦੇ ਖਿਲਾਫ ਕੋਈ ਜਿਹਾ ਸ਼ਬਦ ਨਹੀਂ ਵਰਤਦਾ। ਦੀਪ ਸਿੱਧੂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਤੁਹਾਡੇ ਮੋਰਚੇ ਵੱਲੋਂ ਕੀਤਾ ਗਿਆ ਸੀ, ਸੰਯੁਕਤ ਮੋਰਚੇ ਨੇ ਕੀਤਾ ਸੀਗਾ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਚਾਹੇ ਕਰੋੜ ਦਾ ਵਕੀਲ ਕਰਨਾ ਪਵੇ, ਅਸੀਂ ਦੀਪ ਸਿੱਧੂ ਨੂੰ ਬਾਹਰ ਲਿਆਵਾਂਗੇ। ਦੇਖੋ ਉਹ ਸਿਸਟਮ ਜਿਹੜਾ ਉਹ ਵੱਖਰਾ ਹੈ। ਮੈਂ ਬੇਨਤੀ ਕਰਾਂ ਕਿ ਉਹ ਕੰਟਰੋਵਰਸਲ ਗੱਲਾਂ ਜਿਹੜੀਆਂ ਉਹ ਸਾਨੂੰ ਇੱਥੇ ਮਤਲਬ ਉਹਨਾਂ ਨੂੰ ਨਿਪਟਾਉਣਾ ਚਾਹੀਦਾ, ਇਹਨਾਂ ਗੱਲਾਂ ਨੂੰ ਇਹਨਾਂ ਨੂੰ ਨਿਮੇੜਨਾ ਚਾਹੀਦਾ।
ਆਪਾਂ ਨੂੰ ਅੰਦੋਲਨ ਜਿੱਤਣ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ। ਹੋਰ ਬਹੁਤ ਸਾਰੇ ਮਸਲੇ ਉਹਨਾਂ ਦੇ ਗੱਲਬਾਤ ਕਰ ਲਈਏ, ਇਹਨੂੰ ਮਤਲਬ ਛੱਡਣਾ ਚਾਹੀਦਾ। ਡੱਲੇਵਾਲ ਸਾਹਿਬ ਅਪੀਲ ਕਰੋਗੇ ਸੰਯੁਕਤ ਕਿਸਾਨ ਮੋਰਚੇ 'ਚ ਕਿ ਇੱਕ ਵਾਰ ਫਿਰ ਇਕੱਠੇ ਹੋਏ ਜਾਵੇ ਜਿਹੜੇ ਨੌਜਵਾਨ ਮੈਂ ਸਟੇਜ ਤੋਂ ਵੀ ਬੇਨਤੀ ਕੀਤੀ ਸੀ ਵੀ ਸਾਡਾ ਸੰਘਰਸ਼ ਅੱਜ ਪੂਰੀ ਦੁਨੀਆ ਦੀ ਨਿਗਾਹ ਸਾਡੇ ਸੰਘਰਸ਼ ਤੇ ਹੈ। 26 ਤੋਂ ਬਾਅਦ ਜਿਹੜੀਆਂ ਪ੍ਰਸਥਿਤੀਆਂ ਬਦਲੀਆਂ ਸੀ, ਅੱਜ ਮੈਂ ਸਟੇਜ ਤੋਂ ਸਾਡੇ ਬੜੇ ਰਿਸਪੈਕਟਡ ਜਗਜੀਤ ਸਿੰਘ ਡੱਲੇਵਾਲ ਸਾਹਿਬ, ਚੜੂਨੀ ਸਾਹਿਬ, ਨੌਜਵਾਨ ਸਾਡਾ ਵੀਰ ਨਵਦੀਪ ਵੀ ਪਹੁੰਚਿਆ ਸੀ। ਜਿਹੜੀ ਨੌਜਵਾਨਾਂ 'ਚ ਮਾੜੀ ਮੋਟੀ 26 ਤੋਂ ਬਾਅਦ ਕੋਈ ਖਟਾਸ ਆਈ ਹੈ, ਉਹਨੂੰ ਆਪਾਂ ਭੁੱਲ ਕੇ ਅੱਗੇ ਵਧੀਏ, ਕਿਉਂਕਿ ਇੱਕ ਗੱਲ ਨੂੰ ਲੈ ਕੇ ਹੁਣ ਉੱਥੇ ਹੀ ਖੜ ਜਾਾਂਗੇ ਕਿ ਉਹਨੇ ਐ ਕਰਤਾ, ਉਹਦੀ ਗਲਤੀ ਸੀ, ਇਹਦੀ ਗਲਤੀ ਸੀ। ਜੋ ਹੋ ਗਿਆ ਉਹਨੂੰ ਛੱਡ ਦਿਓ। ਅਗਲੀਆਂ ਜਿਹੜੀਆਂ ਰਣਨੀਤੀਆਂ ਨੇ, ਜਿੱਦਾਂ ਆਪਾਂ ਪੰਜਾਬ 'ਚੋਂ ਪਹਿਲਾਂ ਸ਼ੁਰੂ ਕੀਤਾ ਸੀ ਅੰਦੋਲਨ, ਅਗਲੀਆਂ ਰਣਨੀਤੀਆਂ ਨੇ ਉਹ ਬਣਾ ਕੇ ਜਥੇਬੰਦੀਆਂ ਨੂੰ ਨਾਲ ਲੈ ਕੇ, ਹਰ ਇੱਕ ਵਰਗ ਨੂੰ ਨਾਲ ਲੈ ਕੇ, ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਅਸੀਂ ਸਿਰ ਜੋੜਨ ਦੀ ਗੱਲ ਕਰਦੇ ਹਾਂ, ਅਸੀਂ ਏਕੇ ਦੀ ਗੱਲ ਕਰਦੇ ਹਾਂ, ਤਾਂ ਏਕੇ ਦੇ ਵਿੱਚ ਸਾਰੇ ਹੀ ਆਉਂਦੇ ਨੇ, ਸਾਰਿਆਂ ਵਰਗਾਂ ਨੂੰ ਨਾਲ ਲੈ ਕੇ ਚੱਲੀਏ। ਸਿੱਧੀ ਪੇਮੈਂਟ ਕਰਾਂਗੇ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹੀ ਕੜੀ ਦੇ ਵਿੱਚੋਂ ਤਾਂ ਇਹ ਹਿੱਸਾ ਹੈਗਾ ਕਿ ਕਿਸਾਨਾਂ ਨੂੰ ਸਿੱਧੇ ਪੈਸੇ ਭੇਜਾਂਗੇ ਅਸੀਂ? ਦੇਖੋ, ਪਹਿਲੀ ਗੱਲ ਇਹ ਹੈ ਕਿ ਜਿਹੜਾ ਇਹ ਸਿੱਧੇ ਪੈਸੇ ਵਾਲੀ ਗੱਲ ਆ ਰਹੀ ਹੈ ਕਿ ਸਿੱਧੇ ਪੈਸੇ ਆਵਾਂਗੇ, ਮੈਨੂੰ ਨਹੀਂ ਲੱਗਦਾ ਵੀ ਹਲੇ ਤੱਕ ਇਹ ਕੋਈ ਗਵਰਨਮੈਂਟ ਦਾ ਜਿਹੜਾ ਇਹ ਨੀਤੀ ਗਵਰਨਮੈਂਟ ਨੇ ਲਾਗੂ ਕੀਤੀ ਹੈ ਕਿਸਾਨ ਲਈ ਲਾਹੇਵੰਦ ਹੈ। ਸਿੱਧੀ ਪੈਸੇ ਦੇ ਵਿੱਚ ਇਹ ਹੈ ਵੀ ਕਿਸਾਨ ਨੇ ਫਸਲ ਮੰਡੀ 'ਚ ਸੁੱਟਣੀ ਆ, ਮੰਡੀ ਕਿਹਦੇ ਕਬਜ਼ੇ ਅੰਡਰ ਹੈ? ਆੜ੍ਹਤੀ ਦੇ ਕਬਜ਼ੇ ਅੰਡਰ ਹੈ। ਤਾਂ ਹੁਣ ਆੜ੍ਹਤੀ ਨਾਲ ਜਿਹੜਾ ਕਿਸਾਨ ਦਾ ਸੰਬੰਧ ਹੈ ਉਹਦਾ ਪੂਰੇ ਸਾਲ ਦਾ ਲੇਖਾ ਜੋਖਾ ਹੋ ਸਕਦਾ। ਕਿਸਾਨ ਨੇ ਜਿਹੜਾ ਆੜ੍ਹਤੀ ਤੋਂ ਪੈਸਾ ਫੜਿਆ, ਜਦੋਂ ਸਿੱਧਾ ਪੈਸਾ ਆਊਗਾ ਕਿਸਾਨ ਦੇ ਖਾਤੇ 'ਚ, ਤਾਂ ਫਿਰ ਆੜ੍ਹਤੀ ਕਹੂਗਾ ਵੀ ਭਰਾ ਪਹਿਲਾਂ ਮੇਰਾ ਪੈਸਾ ਦੇ, ਬਾਕੀ ਤੇਰਾ ਜਿਹੜਾ ਜਿੰਨਾ ਫਸਲ ਦਾ ਬਣਦਾ ਉਹਦਾ ਮੇਰੇ ਨਾਲ ਹਿਸਾਬ ਕਿਤਾਬ। ਇਹ ਕਦੇ ਵੀ ਜਿਹੜੀ ਨੀਤੀ ਲਾਗੂ ਗਵਰਨਮੈਂਟ ਕਰਨ ਜਾ ਰਹੀ ਹੈ ਵੀ ਸਿੱਧੀ ਕਿਸਾਨ ਦੇ ਖਾਤੇ 'ਚ ਪੈਸਾ, ਇਹ ਪੰਜਾਬ 'ਚ ਕੀ, ਹਰਿਆਣੇ 'ਚ ਕੀ, ਕਿਸਾਨ ਦੇ ਲਈ ਇਹ ਨੀਤੀ ਕਾਮਯਾਬ ਨਹੀਂ। ਆੜ੍ਹਤੀ ਨਾਲ ਸਾਡਾ ਉਹ ਸੰਬੰਧ ਹੈ, ਆੜ੍ਹਤੀ ਸਾਡਾ ਮਿੰਨੀ ਬੈਂਕ ਹੈ। ਅਸੀਂ ਉਹਦੇ ਤੋਂ ਜਦੋਂ ਸਾਨੂੰ ਲੋੜ ਪੈਂਦੀ ਹੈ, ਕੋਈ ਮੋਟਰਸਾਈਕਲ ਲੈਣਾ ਮੁੰਡੇ ਨੇ ਤਾਂ ਵੀ ਆੜ੍ਹਤੀਏ ਕੋਲੇ, ਕੋਈ ਮੱਝ ਲੈਣੀ ਆ ਤਾਂ ਵੀ ਆੜ੍ਹਤੀਏ ਕੋਲੇ, ਕੁੜੀ ਦਾ ਵਿਆਹ ਕਰਨਾ ਤਾਂ ਵੀ ਆੜ੍ਹਤੀਏ ਕੋਲੇ। ਆੜ੍ਹਤੀਏ ਇੱਕ ਕਿਸਮ ਨਾਲ ਸਾਡੇ ਪਰਿਵਾਰ ਦਾ ਮੈਂਬਰ ਹੈ। ਗਵਰਨਮੈਂਟ ਦੀਆਂ ਕੋਝੀਆਂ ਨੀਤੀਆਂ ਨੇ ਵੀ ਉਹ ਲਾਲਚ ਦੇਣੀ ਚਾਹੁੰਦੀ ਹੈ, ਜ਼ਿਮੀਂਦਾਰਾਂ ਨੂੰ ਲਾਲਚ ਦੇਣਾ ਚਾਹੁੰਦੀ ਹੈ ਵੀ ਸਿੱਧਾ ਤੁਹਾਡੇ ਖਾਤੇ 'ਚ ਪਰ ਅਸੀਂ ਇਹਦੇ ਪੱਖ 'ਚ ਨਹੀਂ, ਅਸੀਂ ਇਸ ਨੀਤੀ ਦਾ ਵਿਰੋਧ ਕਰਾਂਗੇ। ਕਿਹੜੇ ਉਹ 3 ਪੁਆਇੰਟ ਹੈਗੇ ਨੇ ਜਿਸ ਉੱਤੇ ਕਿਸਾਨ ਜਥੇਬੰਦੀਆਂ ਨੂੰ ਅੱਜ ਸਭ ਤੋਂ ਪਹਿਲਾਂ ਕੰਮ ਕਰਨ ਦੀ ਲੋੜ ਹੈਗੀ? ਕਿਹੜੇ ਅਗਲੇ 3 ਪੁਆਇੰਟ ਕੀ ਕਦਮ? ਭਾਈ ਜੀ, ਸਭ ਤੋਂ ਪਹਿਲਾ ਪੁਆਇੰਟ ਹੈਗਾ ਏਕਾ। ਜਿਹੜਾ 26 ਤੋਂ ਬਾਅਦ ਜਿਹੜਾ ਘਟਨਾਕ੍ਰਮ ਹੋਇਆ ਕਿ ਅੱਧੇ ਇੱਧਰ ਆ ਗਏ, ਇੱਧਰ ਧਿਰ ਬਣ ਗਈ ਨੌਜਵਾਨਾਂ ਦੀ, ਇਹਦੇ 'ਚ ਜਿਹੜੀ ਵੱਡੇ ਪੱਧਰ ਤੇ ਨੌਜਵਾਨੀਆਂ ਦੋ ਫੜ ਹੋਈ ਆ, ਉਹਨੂੰ ਇੱਕ ਕਰਕੇ ਦਿੱਲੀ ਦੇ ਬਾਰਡਰਾਂ ਤੇ ਇਕੱਠ ਕਰਨਾ। ਦੂਜੀ ਗੱਲ ਇਹ ਹੈ ਕਿ ਸਰਕਾਰ ਤੇ ਇੰਨਾ ਪ੍ਰੈਸ਼ਰ ਬਣਾਉਣਾ, ਜਿਵੇਂ ਕੱਲ ਵੀ KMP ਰੋਕਿਆ ਸੀ ਕਿ ਗਵਰਨਮੈਂਟ ਦੁਬਾਰੇ ਸਾਨੂੰ ਗੱਲਬਾਤ ਲਈ ਬੁਲਾਵੇ। ਤੀਜੀ ਗੱਲ ਇਹ ਹੈ ਕਿ ਹਰ ਇੱਕ ਵਰਗ, ਚਾਹੇ ਉਹ ਬਾਹਰਲੇ ਮੁਲਕਾਂ 'ਚ ਵੀ ਸਾਡੇ ਭਰਾ ਰਹਿੰਦੇ ਨੇ, ਅੱਜ ਇੱਕ ਅੰਦੋਲਨ ਇਕੱਲੇ ਭਾਰਤ ਦਾ ਨਹੀਂ ਰਿਹਾ, ਦੁਨੀਆ ਦੀਆਂ ਅਸੈਂਬਲੀਆਂ ਜਿਹਦੀ ਚਰਚਾ ਹੁੰਦੀ ਹੈ, ਬਾਹਰਲੇ ਮੁਲਕਾਂ ਤੋਂ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਉਹ ਵੀ ਵੱਡੇ ਪੱਧਰ ਤੇ ਐਡਾ ਇਹਦੇ ਤੇ ਪ੍ਰੈਸ਼ਰ ਬਣਾਉਣ ਜੇ ਆਉਣ ਵਾਲੀਆਂ ਰਣਨੀਤੀਆਂ ਸਰਕਾਰ ਸਾਡੇ ਨਾਲ ਗੱਲਬਾਤ ਤੋਰੇ ਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ। ਤੁਸੀਂ ਦੀਪ ਸਿੱਧੂ ਦੀ ਰਿਹਾਈ ਦੇ ਹੱਕ ਦੇ ਵਿੱਚੋਂ? ਬਿਲਕੁਲ ਬਾਈ ਜੀ, ਦੀਪ ਸਿੱਧੂ ਦੀ ਰਿਹਾਈ ਦੇ ਹੱਕ ਦੇ ਵਿੱਚੋਂ ਸਾਡੇ ਵਿਚਾਰਕ ਮਤਭੇਦ ਬਹੁਤ ਹੋ ਸਕਦੇ ਨੇ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਤਰੀਕਾ ਅਲੱਗ ਹੈ, ਪਰ ਜਿੱਥੇ ਗੱਲ ਗ੍ਰਿਫਤਾਰੀ ਦੀ ਆ ਜਾਂਦੀ ਹੈ ਉੱਥੇ ਦੀਪ ਸਿੱਧੂ, ਲੱਖਾ ਸਿਧਾਣਾ ਇੱਕ ਪੰਜਾਬ ਦਾ ਆਮ ਬੰਦਾ, ਅਸੀਂ ਉਹਦੇ ਵਿਰੋਧ ਦੇ ਵਿੱਚ ਆ ਵੀ ਗ੍ਰਿਫਤਾਰੀ ਕੋਈ ਵੀ ਹੱਲ ਨਹੀਂ। ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ। ਇਹ ਸਾਨੂੰ ਇਸ ਦੇਸ਼ ਦੇ ਸੰਵਿਧਾਨ ਨੇ ਦਿੱਤਾ ਹੈ ਕਿ ਆਪਦੇ ਹੱਕ ਲਈ ਅਸੀਂ ਆਵਾਜ਼ ਉਠਾ ਸਕਦੇ ਹਾਂ। ਜੇ ਤੁਸੀਂ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਤਾੜੋਗੇ, ਲਾਲ ਕਿਲ੍ਹਾ ਸਭ ਦਾ ਸਾਂਝਾ ਹੈ, ਸਾਡਾ ਵੀ ਸਾਂਝਾ ਹੈ, ਉਹ ਸਾਰਿਆਂ ਦਾ, ਕਿਸਾਨਾਂ ਦਾ। ਜਦੋਂ ਤੁਸੀਂ ਡਾਲਮੀਆ ਗਰੁੱਪ ਨੂੰ ਲਾਲ ਕਿਲ੍ਹਾ ਲੀਜ਼ ਤੇ ਦੇ ਦਿੰਦੇ ਹੋ, ਉਦੋਂ ਉਹਦੀ ਬੇਇੱਜ਼ਤੀ ਨਹੀਂ ਹੁੰਦੀ। ਜਦੋਂ ਇੱਕ ਕਿਸਾਨ ਉੱਥੇ ਚਲਾ ਜਾਂਦਾ ਤਾਂ ਲਾਲ ਕਿਲ੍ਹੇ ਦੀ ਤੋਹੀਨ ਹੋ ਜਾਂਦੀ ਹੈ। ਰਹਿ ਗਈ ਗੱਲ ਦੀਪ ਸਿੱਧੂ ਦੀ, ਲੱਖੇ ਸਿਧਾਣੇ ਦੀ, ਉਹਨਾਂ ਨੂੰ ਜਿਹੜੇ ਪਰਚੇ ਪਾਏ ਨੇ, ਅਸੀਂ ਗਵਰਨਮੈਂਟ ਅੱਗੇ ਸਖਤੀ ਨਾਲ ਗੱਲ ਮੈਂ ਰੱਖਦਾ ਕਿ ਉਹ ਪਰਚੇ ਰੱਦ ਹੋਣੇ ਚਾਹੀਦੇ ਨੇ। ਉਹ ਭਰਾ ਸਾਡੇ ਜਲਦ ਤੋਂ ਜਲਦ ਬਾਹਰ ਆਉਣੇ ਚਾਹੀਦੇ ਨੇ ਤੇ ਰਲ ਮਿਲ ਕੇ ਜਿਹੜੀ ਇਹ ਡੈਡਲਾਈਨ ਬਣੀ ਆ, ਦੀਪ ਸਿੱਧੂ, ਲੱਖਾ ਸਿਧਾਣਾ ਇੱਕ ਧੜ, ਜਥੇਬੰਦੀਆਂ ਇੱਕ ਧੜ, ਇਹ ਟੁੱਟ ਕੇ ਜਦੋਂ ਅਸੀਂ ਪੰਜਾਬ 'ਚੋਂ ਸ਼ੁਰੂ ਕੀਤਾ ਸੀ ਸਾਰਿਆਂ ਨੇ ਇਕੱਠੇ ਹੋ ਕੇ, ਉਵੇਂ ਦੁਬਾਰੇ ਇਕੱਠੇ ਹੋ ਕੇ ਇੱਕਜੁੱਟਤਾ ਨਾਲ ਇਹ ਸੰਘਰਸ਼ ਲੜੀ। ਜਸਪਾ ਜਵਾ ਇਹ ਡੈਡਲਾਈਨ ਤੋੜਨ ਦੇ ਵਿੱਚ ਸਫਲ ਰਹੂਗਾ? ਮੈਂ ਅੱਜ ਵੀ ਇਸ ਮੋਰਚੇ ਤੋਂ, ਇਸ ਸੰਘਰਸ਼ ਤੋਂ ਅਪੀਲ ਕੀਤੀ ਆ ਕਿ ਮੈਂ ਮਾਫੀ ਮੰਗਦਾ, ਕਿਸੇ ਵੱਲੋਂ ਕੋਈ ਵੀ ਗਲਤੀ ਹੈ ਬਹੁਤ ਜਲਦ ਤੁਹਾਨੂੰ ਸਾਰੇ ਜਿਹੜੇ ਲੀਡਰ ਨੇ, ਚਾਹੇ ਉਹ ਲੱਖਾ ਚਾਹੇ ਉਹ ਦੀਪ ਹੈ, ਇੱਕ ਮੰਚ ਤੇ ਮਿਲਣਗੇ। ਜਸਪਾਈ ਸਟਾਰਟਿੰਗ ਦੇ ਇੱਕ ਕਮੇਟੀ ਬਣੀ ਸੀ ਜਿਸ ਦੇ ਵਿੱਚ ਕੁਝ ਗਾਇਕ ਵੀ ਸੀ, ਕੁਝ ਕਿਸਾਨ ਵੀ ਸੀ, ਲੱਗਦਾ ਕਿ ਉਹ ਕਮੇਟੀ ਨੂੰ ਦੁਬਾਰਾ ਤੋਂ ਗਠਨ ਕਰ ਲੈਣਾ ਚਾਹੀਦਾ? ਬਾਈ ਜੀ, ਉਹ ਕਮੇਟੀ ਹੁਣ ਅਸੀਂ ਵੱਡੇ ਪੱਧਰ ਤੇ ਬਣਾਵਾਂਗੇ ਦੁਬਾਰੇ,
ਜਿਹਦੇ 'ਚ ਕਿਉਂਕਿ ਪਹਿਲਾਂ ਪੰਜਾਬ ਸੀ, ਹੁਣ ਹਰਿਆਣਾ ਵੀ ਨਾਲ ਜੁੜ ਚੁੱਕਿਆ। ਚੰਡੀਗੜ੍ਹ ਦੇ ਜਿਹੜੇ ਜਿਨ੍ਹਾਂ ਨੂੰ ਆਪਾਂ ਅਰਬਨ ਏਰੀਆ ਕਹਿੰਦੇ ਨੇ, ਇੱਥੋਂ ਦੇ ਵੀ ਬੜੇ ਜਿਹੜੇ ਸੋਸ਼ਲਿਜ਼ਮ ਵਰਕ ਕਰਦੇ ਆ ਉਹ ਲੋਕ ਜੁੜ ਚੁੱਕੇ ਆ, ਯੂਪੀ ਦੇ ਲੋਕ ਜੁੜ ਚੁੱਕੇ ਆ। ਅੱਜ ਗਾਜੀਪੁਰ ਬਾਰਡਰ ਤੇ ਜਿਹੜੇ ਕਾਸੀਪੁਰ ਦੇ ਆਪਣਾ ਉੱਤਰਾਖੰਡ ਦੇ ਵੀਰ ਆਏ ਨੇ। ਅਸੀਂ ਇੱਕ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਮੈਂ ਬੇਨਤੀ ਕੀਤੀ ਹੈ ਡੱਲੇਵਾਲ ਸਾਹਿਬ ਨੂੰ ਵੀ ਕੋਈ ਨੌਜਵਾਨਾਂ ਦੀ ਐਸੀ ਬਣਾ ਦਿੱਤੀ ਜਾਵੇ ਜਿਹਦੇ 'ਚ ਨੌਜਵਾਨ ਖੁੱਲ੍ਹ ਕੇ ਆਪਣੀ ਗੱਲ ਰੱਖਣ ਤੇ ਨੌਜਵਾਨਾਂ ਨੂੰ ਵੀ ਜਿਹੜਾ ਯੂਥ ਹੈ ਅੱਜ ਹਵਾ ਬਾਗੀ ਇੱਕ ਕਿ ਯੂਥ ਲੱਖੇ ਵੱਲ ਦੀ ਵੱਲ ਜਾ ਰਿਹਾ, ਤਾਂ ਅਸੀਂ ਉਹ ਸਭਾ ਨੂੰ ਰੋਕ ਨਹੀਂ ਸਕਦੇ। ਤਾਂ ਸਾਡੀ ਅਸੀਂ ਉਹਨੂੰ ਇੱਕ ਜ਼ਰੂਰ ਕਰਾ ਸਕਦੇ ਹਾਂ ਵੀ ਜਿਹੜੀ ਵੀ ਨੌਜਵਾਨ ਗੱਲ ਰੱਖਦੇ ਆ ਕਿ ਹੁਣ 6 ਮਹੀਨੇ ਹੋ ਗਏ ਪ੍ਰੋਟੈਸਟ ਨੂੰ, 3 ਮਹੀਨੇ ਦਿੱਲੀ ਹੋ ਗਏ, ਕੋਈ ਇਹਦੀ ਰੂਪਰੇਖਾ ਚੇਂਜ ਹੋਣੀ ਚਾਹੀਦੀ ਹੈ। ਤਾਂ ਟਾਈਮ ਤੇ ਉਹ ਕਮੇਟੀ ਕੀ ਕੰਮ ਕਰੂਗੀ, ਉਹ ਆ ਕੇ ਜਥੇਬੰਦੀਆਂ ਨੂੰ ਅੱਗੇ ਗਾਈਡ ਕਰੂਗੀ ਵੀ ਭਾਈ ਹੁਣ ਜੇ ਆਹ ਚੀਜ਼ ਪੈਂਤਰਾ ਸਹੀ ਨਹੀਂ ਪੈ ਰਿਹਾ ਤਾਂ ਆਪਾਂ ਨਵਾਂ ਪੈਂਤਰਾ ਪਾਈਏ। ਮੈਂ ਇਹ ਅਪੀਲ ਕਰੂੰਗਾ ਕਿ ਜਿਹੜੇ ਆਮ ਵੀ ਤੁਰੇ ਮਤਲਬ ਹੋਰ ਵਰਗ ਵੀ ਜਿਹੜੇ ਹਰ ਇੱਕ ਵਰਗ ਡਟਿਆ ਹੋਇਆ, ਸਾਰੇ ਨੌਜਵਾਨ ਵਰਗ ਇੱਕ ਕਮੇਟੀ ਬਣਾ ਕੇ ਜਿੱਦਾਂ 32 ਜਥੇਬੰਦੀਆਂ ਨੇ ਸਿੰਪਲ, ਤਾਂ 33ਵੀਂ ਜਿਹੜੀ ਜਥੇਬੰਦੀ ਹੋਊਗੀ ਉਹ ਨੌਜਵਾਨਾਂ ਦੀ ਜਥੇਬੰਦੀ ਹੋ ਜਾਊਗੀ, ਜਿਹਦੇ ਸਾਡੇ 2 ਆਗੂ ਜਿਹੜੇ ਬੜੇ ਸੂਝਵਾਨ ਨੇ ਉਹਨਾਂ ਨੂੰ ਨਾਲ ਜਥੇਬੰਦੀ ਜਦੋਂ ਮੀਟਿੰਗ ਕਰਨ ਜਾਂਦੀ ਹੈ ਉਹਨਾਂ ਨੂੰ ਨਾਲ ਲੈ ਕੇ ਜਾਵੇ। 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਜਿਹੜੀ ਸਾਡੀ ਵਿਚਾਰ ਵਟਾਂਦਰਾ ਕਰ ਸਕੇ, ਇਹ ਇੱਕ ਇਦਾਂ ਦੀ ਕਮੇਟੀ ਬਣਨੀ ਚਾਹੀਦੀ ਹੈ। ਜੇ ਹੁਣ ਮੈਂ ਕਹੂੰਗਾ ਵੀ ਯੂਥ ਇੱਕ ਆਪਣਾ ਅਲੱਗ ਤਰੀਕੇ ਦਾ ਪ੍ਰੋਟੈਸਟ ਕਰੂਗਾ ਤੇ ਯੂਥ ਇੱਕ ਆਪਣਾ ਅਲੱਗ ਰਾਹ ਲੈ ਕੇ ਚੱਲੂਗਾ, ਨਹੀਂ, ਉਹਦੇ ਨਾਲ ਸਾਡੀ ਜਿੱਤ ਮਾਫ ਕਰਨਾ ਯਕੀਨੀ ਨਹੀਂ। ਸੋਸ਼ਲ ਮੀਡੀਆ ਤੇ ਵੀ ਸਕੰਜਾ ਕੱਸਿਆ ਜਾ ਰਿਹਾ, ਬਹੁਤ ਸਾਰੇ ਗਾਇਕ ਆ ਜਿੱਦਾਂ ਤੁਸੀਂ ਪਹਿਲੇ ਦਿਨ ਤੋਂ ਸਰਗਰਮ ਹੋ, ਬਹੁਤ ਸਾਰੇ ਹੋਰ ਵੀ ਗਾਇਕ ਆ ਜਿਨ੍ਹਾਂ ਨੇ ਗੀਤ ਗਾਏ ਕਿਸਾਨੀ ਸੰਘਰਸ਼ ਦੇ, ਉਹਨਾਂ ਦੇ ਗੀਤ ਵੀ YouTube ਤੋਂ ਡਿਲੀਟ ਕਰਤੇ, ਸੋਸ਼ਲ ਮੀਡੀਆ ਤੇ ਦੇਖੋ ਦੀ ਪੂਰੀ ਤਿਆਰੀ ਹੈ। YouTube ਤੋਂ ਵੀ ਡਿਲੀਟ ਕਰਤੇ, NIA ਦੇ ਵੀ ਨੋਟਿਸ ਵੀ ਆ ਗਏ, ਇੱਥੇ ਪ੍ਰੈਸ਼ਰ ਵੀ ਬਹੁਤ ਕੀਤਾ ਜਾ ਰਿਹਾ, ਥਾਣਿਆਂ 'ਚੋਂ ਵੀ ਫੋਨ ਆਉਂਦੇ ਨੇ ਲਗਾਤਾਰ, ਪੁਲਿਸ ਦਾ ਵੀ ਪ੍ਰੈਸ਼ਰ ਹੈ, ਦਿੱਲੀੋਂ ਵੀ ਫੋਨ ਆਉਂਦੇ ਨੇ। ਪਰ ਇਹਦੇ ਨਾਲ ਸੱਚ ਦੀ ਜਿਹੜੀ ਆਵਾਜ਼ ਆ ਉਹ ਰੁਕੂਗੀ ਨਹੀਂ। ਗਾਣੇ ਲਗਾਤਾਰ ਕਿਸਾਨ ਐਂਥਮ 1 ਪਹਿਲਾਂ ਰਿਲੀਜ਼ ਕੀਤਾ, ਕਿਸਾਨ ਐਂਥਮ 2 ਹੁਣ ਰਿਲੀਜ਼ ਕਰਨ ਲੱਗਿਆ, ਜਿਸ 'ਚ 17 ਆਰਟਿਸਟਾਂ ਪੰਜਾਬੀ ਇੰਡਸਟਰੀ ਦੇ ਗਾਣੇ ਨੇ ਜਿਹੜੇ ਨਿਰੰਤਰ ਆਉਣਗੇ। ਬੇਸ਼ੱਕ ਸਾਡੇ ਭਰਾ ਦਾ ਹਿੰਮਤ ਦਾ ਗਾਣਾ ਡਿਲੀਟ ਕੀਤਾ, ਕਨਵਰ ਦਾ ਗਾਣਾ ਡਿਲੀਟ ਕੀਤਾ, ਪਰ ਉਹ ਸਾਡੇ ਦਿਲਾਂ 'ਚੋਂ ਜਿਹੜੇ ਸੰਘਰਸ਼ੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਗਾਣਿਆਂ ਨੂੰ ਪ੍ਰਵਾਨ ਕੀਤਾ, ਜਿਨ੍ਹਾਂ ਨੂੰ ਉਹ ਗਾਣੇ ਸੁਣ ਕੇ ਜੋਸ਼ ਆਇਆ, ਉਹਨਾਂ ਦੇ ਦਿਲਾਂ 'ਚੋਂ ਕਦੇ ਵੀ ਬਾਹਰ ਨਹੀਂ ਆ ਸਕਦੇ ਉਹ ਗੀਤ। ਇਦਾਂ ਦੇ ਹੋਰ ਗਾਣੇ ਵੀ ਅਸੀਂ ਲਗਾਤਾਰ ਲੈ ਕੇ ਆ ਰਹੇ ਹਾਂ। ਜਸ ਭਾਈ, ਜਿਹੜੇ ਦਬਾਅ ਦੀ ਤੁਸੀਂ ਗੱਲ ਕੀਤੀ ਹੈ, ਇਹ ਕੇਂਦਰ ਸਰਕਾਰ ਵੱਲੋਂ ਆ ਰਿਹਾ ਜਾਂ ਪੰਜਾਬ ਸਰਕਾਰ ਵੱਲੋਂ ਵੀ ਆ ਰਿਹਾ? ਇਹ ਕੇਂਦਰ ਸਰਕਾਰ ਵੱਲੋਂ ਆ ਰਿਹਾ ਜੀ, ਪੰਜਾਬ ਸਰਕਾਰ ਵੱਲੋਂ ਤਾਂ ਕੋਈ ਦਬਾਅ ਨਹੀਂ। ਸਾਡੇ ਤੇ ਜਿੰਨਾ ਵੀ ਦਬਾਅ ਹੈ ਉਹ ਤੋਂ ਹੀ ਪ੍ਰੈਸ਼ਰ ਪੈ ਰਿਹਾ ਵੀ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਫੇਮਸ ਪਰਸਨੈਲਿਟੀਆਂ ਜਿੰਨੀਆਂ ਇਸ ਸੰਘਰਸ਼ ਦੇ ਨਾਲ ਜੁੜੀਆਂ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲਾਕਾਰਾਂ ਦੇ ਪਿੱਛੇ ਆਬਵੀਅਸਲੀ ਯੂਥ ਬਹੁਤ ਵੱਡੇ ਪੱਧਰ ਤੇ ਹੁੰਦਾ ਵੀ ਇਹ ਅੱਗੇ ਨਾ ਆਉਣ ਤਾਂ ਯੂਥ ਪਿੱਛੇ ਹਟ ਜਾਵੇ, ਪਰ ਉਹਦੇ ਲਈ ਸਾਨੂੰ ਕੁਝ ਕਰਨਾ ਪਵੇ, ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਪੰਜਾਬ ਦੇ ਕਲਾਕਾਰ ਇੱਕ ਹੋਏ ਆ, ਤੁਹਾਡੇ ਵੱਲੋਂ ਕੋਈ ਆਉਣ ਵਾਲੇ ਦਿਨਾਂ 'ਚ ਪ੍ਰੋਗਰਾਮ ਲਿਖਿਆ ਜਾ ਰਿਹਾ ਕਿ ਜਿਹੜੀ ਬਾਕੀ ਸਟੇਟਾਂ ਦੇ ਕਲਾਕਾਰ ਆ ਉਹਨਾਂ ਨੂੰ ਵੀ ਨਾਲ ਇਕੱਠਾ ਕੀਤਾ ਜਾਵੇ? ਜਿਹੜਾ ਕਿਸਾਨ ਐਂਥਮ ਅਸੀਂ ਇਸ ਵਾਰ ਉਹ 'ਚ ਹਰਿਆਣੇ ਦੇ ਕਲਾਕਾਰ ਵੀ ਲਏ ਆ ਨਾਲ। ਇਹ ਤਾਂ ਗੀਤਾਂ ਦੀ ਭਾਈਵਾਲ ਸਾਂਝ ਪਾਈ ਆ। ਆਉਣ ਵਾਲੇ ਦਿਨਾਂ 'ਚ ਅਸੀਂ ਹੁਣ ਅਗਲੀਆਂ ਰਣਨੀਤੀਆਂ ਸਾਡੀਆਂ ਇਹੀ ਨੇ ਵੀ ਜਿਵੇਂ ਮੈਂ ਨਵਦੀਪ ਦੀ ਗੱਲ ਕੀਤੀ ਆ, ਨਵਦੀਪ ਹੋ ਗਿਆ ਜਾਂ ਹੋਰ ਵੀਰ ਹੋ ਗਏ ਸਾਡੇ, ਇੱਕ ਐਸੀ ਕਮੇਟੀ ਬਣਾਵਾਂਗੇ ਜਿਹਦੇ 'ਚ ਕਲਾਕਾਰ ਭਾਈਚਾਰਾ ਵੀ ਆ ਜਾਊਗਾ, ਹਰਿਆਣੇ ਵਾਲਾ ਵੀ ਆ ਜਾਊਗਾ, ਯੂਪੀ ਵਾਲਾ ਵੀ ਆ ਜਾਊਗਾ, ਪੰਜਾਬ ਵਾਲਾ ਵੀ। ਨੌਜਵਾਨੀ ਦਾ ਮਤਲਬ ਇਹੀ ਆ ਕਿ ਹਰ ਇੱਕ ਵਰਗ ਹੈ ਜਿਹੜਾ ਇਕਜੁੱਟ ਹੋ ਕੇ ਸੰਘਰਸ਼ ਨੂੰ ਇੱਕ ਐਸਾ ਪਿੱਲਰ ਦੇਵੇ ਯੂਥ ਦਾ ਵੀ ਸਰਕਾਰ ਦੀਆਂ ਨਾਸਾਂ 'ਚ ਧੂਆਂ ਆ ਜੇ। ਪੰਜਾਬੀ 'ਚ ਕਿਸਾਨ ਅੰਦੋਲਨ ਦੀ 2 ਲਾਈਨਾਂ ਹੋ ਜਾਣ, ਕਿਸਾਨ ਅੰਦੋਲਨ ਦੇ ਲਈ 2 ਲਾਈਨਾਂ ਐਂਥਮ 2 ਦੀਆਂ ਮੈਂ ਤੁਹਾਨੂੰ ਲਾਈਨਾਂ ਸੁਣਾ ਦਿੰਦਾ। ਇੱਕ ਉਹਦੇ 'ਚ ਮੇਰੀ ਬੋਲੀ ਹੈ, ਜੇ ਦਿੱਲੀਏ ਤੂੰ ਮੁੰਡੇ ਜੱਟਾਂ ਦੇ ਵਿਆਹੁਣੇ, ਇਹੋ ਜਿਹੇ ਜੱਟ ਤੈਨੂੰ ਫੇਰ ਨਾ ਥੇ ਆਉਣੇ, ਸਿੱਧੀ ਤਰ੍ਹਾਂ ਸ਼ਗਨ ਤੂੰ ਪਾਈ ਦਿੱਲੀਏ ਨੀ ਜਨ ਜੱਟਾਂ ਦੀ ਟਰਾਲੀਆਂ 'ਚ, ਹੋ ਜੱਟਾਂ ਦੀ ਟਰਾਲੀਆਂ 'ਚ ਆਈ ਦਿੱਲੀਏ ਨੀ ਜਨ ਜੱਟਾਂ ਦੀ ਟਰਾਲੀਆਂ 'ਚ, ਹਰਿਆਣਾ ਸਰਵਾਲਾ ਛੋਟਾ ਭਾਈ ਦਿੱਲੀਏ ਨੀ ਜਨ ਜੱਟਾਂ ਦੀ ਟਰਾਲੀਆਂ 'ਚ, ਸਭ ਰਾਜਾਂ ਪਿੱਛੇ ਬੈਰੀਗੇਟ ਪਾਏ ਹੋਏ ਨੇ, ਮੁੰਡੇ ਨਹੀਂ ਪੰਜਾਬੋਂ ਇਹ ਆਏ ਹੋਏ ਨੇ, ਵਿਕ ਗਏ ਆ ਭਾਵੇਂ ਇਹ ਗੋਦੀ ਮੀਡੀਆ, ਪੰਜਾਬ ਵਾਲੇ ਮੀਡੀਏ ਤੇ ਛਾਏ ਹੋਏ ਨੇ। ਬਹੁਤ ਮਿਹਰਬਾਨੀ। ਭਾਈ ਇੱਕ ਆਖਰੀ ਸਵਾਲ ਆ, ਤੁਸੀਂ ਕਹਿ ਰਹੇ ਹੋ ਕਿ ਕੇਂਦਰ ਦਾ ਦਬਾਅ ਵੱਡੇ ਪੱਧਰ ਤੇ, ਕੇਂਦਰ ਦਾ ਦਬਾਅ ਵੱਡੇ ਪੱਧਰ ਤੇ ਤੁਸੀਂ ਕਹਿ ਰਹੇ ਹੋ, ਪਰ ਤੁਹਾਨੂੰ ਵੀ ਜਗਰਾਉਂ ਥਾਣੇ 'ਚ ਬੁਲਾਇਆ ਗਿਆ ਸੀ ਪੰਜਾਬ ਪੁਲਿਸ ਨੇ ਪੁੱਛਤਾਛ ਵਾਸਤੇ, ਉਹ ਕਿਉਂ ਬੁਲਾਇਆ ਸੀ, ਕੀ ਕਿਹਾ ਉਹਨਾਂ ਨੇ? ਉਹ ਸਾਡੇ YouTube ਤੇ ਕੋਈ ਗੀਤ ਸੀ, ਉਹ ਸੌਟ ਆਊਟ ਹੋ ਗਿਆ ਸਾਰਾ। ਹੁਣ ਉਦੋਂ ਬਾਅਦ 'ਚ ਕੋਈ ਚਿੱਠੀ ਪੱਤਰ ਨਹੀਂ ਆਇਆ। ਆਪਣੀ ਲਾਸਟ ਟਾਈਮ ਵੀ ਗੱਲ ਹੋਈ ਸੀ, ਹੁਣ ਉਹ ਪੰਜਾਬ ਸਰਕਾਰ ਵੱਲੋਂ ਜਿੰਨੀ ਕਲੈਰੀਫਿਕੇਸ਼ਨ ਅਸੀਂ ਦੇਣੀ ਸੀ ਉਹਨਾਂ ਨੂੰ ਦੇਤੀ। ਹੁਣ ਸਾਡੀ ਅਗਲੀ ਰਣਨੀਤੀ ਬਸ ਇਹੀ ਹੈ ਕਿ ਆਪਾਂ ਸੰਘਰਸ਼ ਇਕਜੁੱਟ ਹੋ ਕੇ ਨੌਜਵਾਨੀ ਨੂੰ ਨਾਲ ਲੈ ਕੇ ਜਿਹੜਾ ਪਾੜ ਪਿਆ ਇਹਨੂੰ ਪਾੜ ਨੂੰ ਦੂਰ ਕਰਕੇ ਅੱਗੇ ਵਧੀਏ, ਇਹ ਡੈਡਲੌਕ ਤੋੜੀਏ। ਬਹੁਤ ਮਿਹਰਬਾਨੀ। ਸੋ ਜਸ ਬਾਜਵਾ ਜਿਨ੍ਹਾਂ ਦਾ ਕਹਿਣਾ ਹੈ ਕਿ ਡੈਡਲੌਕ ਤੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ, ਖਾਸ ਤੌਰ ਤੇ ਲੱਖਾ ਸਦਾਣਾ ਤੇ ਦੀਪ ਸਿੱਧੂ ਦਾ ਜਿਹੜਾ ਗਰੁੱਪ ਹੈਗਾ ਤੇ ਕਿਸਾਨ ਜਥੇਬੰਦੀਆਂ ਨਾਲ ਜਿਹੜੀ ਗੱਲਬਾਤ ਕਰਾਉਣ ਦੇ ਵਿੱਚ ਉਹ ਅਹਿਮ ਭੂਮਿਕਾ ਨਿਭਾਉਣਗੇ। ਐਂਥਮ 2 ਦੀਆਂ ਵੀ ਲਾਈਨਾਂ ਉਹਨਾਂ ਨੇ ਸੁਣਾਈਆਂ।
ਉਹਨਾਂ ਦਾ ਕਹਿਣਾ ਹੈ ਕਿ ਐਂਥਮ 2 ਵੀ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦੇ ਦਿਲਾਂ ਉੱਤੇ ਤਰ ਕਰੂਗਾ ਤੇ ਇੱਕ ਨਵਾਂ ਜੋਸ਼ ਜਿਹੜਾ ਹੈਗਾ ਉਹਨਾਂ ਦੇ ਵਿੱਚ ਪੈਦਾ ਕਰੂਗਾ। ਚੱਪੜਚਿੜੀ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ, ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।